बहुत बहुत धन्यवाद जी, थैंक यू। प्रधान साहब स्टेज के उत्ते पहुंच गया। बहुत बहुत धन्यवाद जी, बहुत बहुत। सारिਆਂ ਨੂੰ बेनती है कि कृपा करके बैठने की कृपालता करो। ढोल वालिਆਂ ਨੂੰ बेनती है कि कृपा करके साइड हो जाओ। बहुत बहुत धन्यवाद। ਜਿਹੜੇ ਵੀਰ डी ਦੇ ਵਿੱਚ ਖੜੇ ਆ कृपा करके पिछे बैठने की कृपालता करो। सारिਆਂ ਨੂੰ बेनती है कि कृपा करके बैठने की कृपालता करो। सारे ਜਿਹੜੇ ਵੀਰ डी ਦੇ ਵਿੱਚ कृपा करके पिछे सामने आ जाओ ਤਾਂ ਜੋ ਪ੍ਰੈਸ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। बहुत ही सत्कारयोग प्रधान श्रोमणी अकाली दल सरदार सुखबीर सिंह जी बादल साहब, साडे बहुत ही सत्कारयोग पंजाब के साबका कैबिनेट मंत्री अनिल जोशी जी, स्टेज ते विराजमान श्रोमणी अकाली दल के सीनियर लीडर साहबान जहेदा तोता सिंह जी, सरदार महेश इंदर सिंह जी गरेवाल साहब, सरदार सुरजीत सिंह जी रखड़ा साहब ते होर जिन्नियां भी सत्कार शख्सियतां स्टेज ते विराजमान है, मैं सारियां नूं स्टेज वालों जी आया आखदा। और जेडे भी डी दे विच खड़े आ कृपा करके पिछे कैमरे चल रहे हैं, दोवां पासे कृपा करके जगह बहुत है, बैठने की कृपालता करो। स्टेज के उत्ते भी जेडे वीर खड़े आ उन्होंने भी बेनती है कि कृपा करके बैठने की कृपालता करो। सब तो पहला ਜਿਹੜੀਆਂ शख्सियतां ने अज श्रोमणी अकाली दल दे विच शमूलियत करनी है, उन्हां सारियां शख्सियतां की जान पहचान कराउण वास्ते मैं सत्कार सहित बेनती करांगा सरदार बिक्रम सिंह मजीठा साहब नूं कि वह मंच के उत्ते आके ते जिन्नियां भी शख्सियतां अज श्रोमणी अकाली दल दे विच शामिल होण जा रही ने सारियां नूं जी आया भी कहण, और सारियां दी जिहड़ी जान पहचान है वो तुहाडे नाल कराउणगे। उन्हां दे बोलण तो पहला एक जोश के नाल जकारा लगेगा, और जिन्ने तुसीं अगे पिछे सारे बैठे हो दोवें हाथ खड़े करके जकारे का जवाब देना ताजो पता लगे कि अज एक बहुत बड़ा इतिहास जिहड़ा वो श्रोमणी अकाली दल के इस दफ्तर के विच सिरजिया जा रहा। बोले सो निहाल। मजीठा साहब। बहुत ही सत्कारयोग अज दे इतिहासिक मौके ते अज दे अहम दिन ते इकट्ठे होए साडे सारी सत्कारयोग नौजवान वीर बुजुर्ग
ਪ੍ਰੈਸ ਦੇ ਸੱਜਣ, ਮੇਰੀਆਂ ਸਤਿਕਾਰਯੋਗ ਮਾਵਾਂ ਭੈਣਾਂ, ਸਾਰੇ ਸਭ ਤੋਂ ਪਹਿਲਾਂ ਸਟੇਜ ਤੇ ਬੈਠੀ ਸਮੁੱਚੀ ਲੀਡਰਸ਼ਿਪ, ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਤਿਕਾਰਯੋਗ ਸਾਡੇ ਸਾਬਕਾ ਵਜ਼ੀਰ ਸਾਹਿਬਾਨ, ਔਰ ਜਿਨ੍ਹਾਂ ਨੂੰ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਵਾਸਤੇ ਇੱਥੇ ਇਕੱਤਰ ਹੋਏ ਆ। ਮੈਂ ਕੱਲੇ ਦਾ ਨਾਂ ਨਹੀਂ, ਪਹਿਲਾਂ ਮੈਂ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰੂੰਗਾ ਤੇ ਫਿਰ ਮੈਂ ਇੱਕ ਦੀ ਇੰਟਰੋਡਕਸ਼ਨ ਵੀ ਕਰਾਵਾਂਗਾ। ਇਸ ਲਈ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਬੀਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਔਰ ਖਾਸ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਇਸ ਗੱਲ ਦੀ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਵਧਾਈ ਦੇ ਰਿਹਾ ਕਿ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ, ਜਿਹੜਾ ਮਾਨਵਤਾ ਦਾ ਕੇਂਦਰ ਵੀ ਮੰਨਿਆ ਜਾਂਦਾ ਹੈ ਔਰ ਜਿੱਥੇ ਅੱਠੋਂ ਪੈਰੀ 24 ਘੰਟੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਔਰ ਅੱਜ ਉਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਕੀ ਨਗਰੀ ਦੀ ਪਵਿੱਤਰ ਧਰਤੀ ਤੋਂ ਪੰਜਾਬ 'ਚ ਜਿਨ੍ਹਾਂ ਦਾ ਲੋਹੇ ਨੂੰ ਮੰਨਿਆ ਵੀ ਜਾਂਦਾ ਹੈ ਔਰ ਜਿਹੜੀ ਬੇਬਾਕੀ ਨਾਲ ਲੋਕਾਂ ਦੀ ਆਵਾਜ਼ ਪਿਛਲੇ 30-35 ਸਾਲਾਂ ਤੋਂ, ਜਿਸ ਦਿਨ ਦੇ ਉਹ ਪੋਲਿਟਿਕਸ 'ਚ ਆਏ ਸੀ, ਬੜੀ ਛੋਟੀ ਉਮਰ 'ਚ ਉਠਾਉਂਦੇ ਰਹੇ ਆ। ਅੱਜ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਫੈਸਲਾ, ਮੈਂ ਕਹਿ ਸਕਦਾ ਇਹ ਜ਼ਿੰਦਗੀ ਦਾ ਸ਼ਾਇਦ ਉਹਨਾਂ ਦਾ ਜਦੋਂ ਪੋਲਿਟਿਕਸ ਸ਼ੁਰੂ ਹੋਈ ਸੀ ਇੱਕ ਪਹਿਲਾ ਫੈਸਲਾ ਸੀ, ਔਰ ਅੱਜ ਜ਼ਿੰਦਗੀ ਦਾ ਜਦੋਂ ਇਹ ਜੇ ਮੋੜ ਤੇ ਆ ਗਏ, ਕਿਉਂਕਿ ਇਹ ਪਰਿਵਾਰ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਹੈ, ਇਸ ਪਰਿਵਾਰ ਦਾ ਪਿਛੋਕੜ ਰੂਰਲ ਹੈ, ਇਹ ਪਿੰਡਾਂ 'ਚ ਪੈਦਾ ਹੋ ਕੇ ਮਿਹਨਤ ਕਰਕੇ ਸ਼੍ਰੀ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਸ ਪਵਿੱਤਰ ਧਰਤੀ ਤੇ ਇਸ ਪਰਿਵਾਰ ਨੇ ਪਹਿਲਾਂ ਆਪ ਦਾ ਕਾਰੋਬਾਰ ਵੀ ਕੀਤਾ, ਸੇਵਾ ਵੀ ਕੀਤੀ, ਔਰ ਫਿਰ ਹੌਲੀ ਹੌਲੀ ਗੁਰੂ ਕੀ ਨਗਰੀ ਪਹੁੰਚ ਕੇ ਇਹਨਾਂ ਨੇ ਬਹੁਤ ਵੱਡਾ ਨਾਮ ਕਮਾਇਆ। ਔਰ ਮੈਂ ਕਹਿ ਸਕਦਾ ਕਿ ਜਿਨ੍ਹਾਂ ਨੇ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ ਵਾਸਤੇ, ਕਿਉਂਕਿ ਬਾਰਡਰ ਦਾ ਇਲਾਕਾ ਔਰ ਬਾਰਡਰ ਦੇ ਇਲਾਕੇ ਤੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਜੇ ਰਹੂਗਾ ਤੇ ਫੇਰ ਹੀ ਪੰਜਾਬ ਤਰੱਕੀ ਕਰੂਗਾ, ਤੇ ਜੇ ਪੰਜਾਬ ਤਰੱਕੀ ਕਰੂਗਾ ਤੇ ਫਿਰ ਦੇਸ਼ ਤਰੱਕੀ ਕਰੂਗਾ। ਤੇ ਮੈਂ ਵਧਾਈ ਦੇਣਾ ਚਾਹੁੰਦਾ ਕਿ ਮੇਰੇ ਸਾਥੀ, ਕਈ ਇੱਥੇ ਪ੍ਰੈਸ ਵਾਲੇ ਵੀਰਾਂ ਦਾ ਇੱਕੋ ਸਵਾਲ ਹੁੰਦਾ ਕਿ ਤੁਹਾਡੀ ਵੀ ਆਪਸ 'ਚ ਮਾੜੀ ਮੋਟੀ ਖੜਕਦੀ ਰਹਿੰਦੀ ਸੀ। ਗੁੱਸਾ ਨਾ ਕਰਿਓ, ਖੜਕਦੀ ਤਾਂ ਤੁਹਾਡੀ ਵੀ ਆਪਸ 'ਚ ਬੜੀ ਆ, ਖੜਕਦੀ ਕਿਹਦੀ ਨਹੀਂ ਅੱਜ ਕੱਲ, ਮਗਰ ਅਸੀਂ ਹੁਣ ਰਲ ਕੇ ਖੜਕਾ ਕਰਨਾ। ਤੇ ਜਦੋਂ ਰਲ ਕੇ ਖੜਕਾ ਕੀਤਾ ਔਰ ਜਦੋਂ ਰਲ ਕੇ ਖੜਕਾ ਕੀਤਾ ਤੇ ਠੋਕੋ ਤਾਲੀ ਨੂੰ ਵੀ ਖੜਕਾ ਕੇ ਰੱਖ ਦੇਾਂਗੇ। ਔਰ ਮੈਂ ਤਾਂ ਇੱਕੋ ਗੱਲ ਕਹਿ ਕੇ अगली गल वाल जाऊंगा। कहते आंधियों के जुल्म का तो जोर है, लेकिन अब काफिला कुछ और है। ये वखरा ही काफिला निकलना और ये काफिले च हक सच की गल होनी है। और इसलिए किसी ने बड़े सुंदर लफ्जां च क्या कहते, उसके हक के वास्ते लड़ जाएंगे, उसके हक के वास्ते लड़ जाएंगे जो हमारे शहर में कमजोर है। इसलिए जिन्होंने पिछले 4.5 साल 5 साल श्री अमृतसर साहब की उस गुरु की नगरी पवित्र नगरी ने एडा वड्डा मान बख्शिया होवे,
ਮਗਰ ਜਿਨ੍ਹਾਂ ਲੋਕਾਂ ਦੀ ਕਦੇ ਸੁਣਵਾਈ ਨਹੀਂ ਹੋਈ, ਅੱਜ ਉਹਨਾਂ ਦੀ ਸੁਣਵਾਈ ਵਾਸਤੇ ਅੱਜ ਇਹ ਟੀਮ ਇਕੱਠੀ ਹੋਈ ਹੈ। ਮੈਂ ਸਭ ਤੋਂ ਪਹਿਲਾਂ ਆਪਦੇ ਵੀਰ ਨੂੰ ਅਨਿਲ ਜੋਸ਼ੀ ਨੂੰ ਇੱਕ ਵਾਰੀ ਜ਼ੋਰਦਾਰੀ ਜਕਾਰਾ ਛੱਡ ਦਿਓ ਜੋਸ਼ੀ ਵਾਸਤੇ। बोले सो निहाल, बोल साचे दरबार की, भाईचारक सांझ पंजाब, भाईचारक सांझ पंजाब। आज बहुत खुशी होंदी है कि उस हिम्मती वीर नूं अज मैं श्रोमणी अकाली दल विच जिथे जी आया नूं कहना, उत्थे सरदार सुखबीर सिंह जी बादल नूं कहूंगा कि साबका कैबिनेट मिनिस्टर 2 बारी MLA रहे भाजपा च, और मैं गल कहंदे मैनूं फकर हुंदा कि किसानी दे दर्द नूं और किसानी ते पंजाब, क्योंकि एक एग्रीकल्चर इकोनॉमी है, जे किसानी प्रफुल्लित ते आड़तीए दा काम चलू, जे आड़तीए दा चलू ते दुकानदार दा चलू। ये एग्रीकल्चर इकोनॉमी, दुकानदारी, शहरी पेंडू लोग, ये 9 मास का रिश्ता जिहड़े एक दूजे नाल जुड़े है, उस गल नूं समझदिआं जे किसान भरावां ते काले कानून थोपे गए, जे बेइंसाफी हुई, लंबा समा कोशिश की कि यह फैसले बदले जान, मगर जिस दिन नहीं बदले गए, ठोक के आपकी आवाज बुलंद करके आज श्रोमणी अकाली दल में शामिल होए हैं। मैं जी आया नूं कहना ते सरदार सुखबीर सिंह जी बादल नूं कहना कि उन्हां नूं सरोपा दे के श्रोमणी अकाली दल में शामिल किया जाए। बोले सो निहाल, सत श्री अकाल। बादल साहब, एक गल दी तां वधाई है, जां इन्नी खुशी इहदे विआह वेले मनाई सी ते जां अज मनाई जा रही है। मैनू पता ना, इहदा काका भी आया पिछे, कित्थे आ भाई? ओ पारस खलोता। ਇਹਨੂੰ ਤਾਂ ਕੀ ਪਤਾ ਹੋਣਾ ਵਿਆਹ ਵੇਲੇ ਕਿੰਨੇ ਨਜ਼ਾਰੇ ਸੀ, ਇਹਨੇ ਤਾਂ ਅੱਜ ਵਾਲੀ ਵੇਖੇ, ਇਸ ਲਈ ਇਹਨੂੰ ਤਾਂ ਵਿਆਹ ਨਾਲੋਂ ਵੱਧ ਚਾਅ ਚੜਿਆ ਅੱਜ। ਔਰ ਦੂਜਾ ਜਿਨ੍ਹਾਂ ਨੂੰ ਮੈਂ ਸਵਾਗਤ ਕਰਨ ਲੱਗਿਆ, ਬੜੇ ਹੀ ਸਤਿਕਾਰਯੋਗ, ਔਰ ਮੈਂ ਕਹਿ ਸਕਦਾ ਅੱਜ ਮੇਰੇ ਮਨ ਦੀ ਇੱਛਾ, ਦਿਲ ਦੀ ਇੱਛਾ ਪੂਰੀ ਹੋਈ ਹੈ। ਸਵਰਗਵਾਸੀ ਅਮਰਜੀਤ ਸਿੰਘ ਜੀ ਸ਼ਾਹੀ ਸਾਹਿਬ, ਜਿਨ੍ਹਾਂ ਨੂੰ बहुत वड्डे पद्धर ते दसूहे हल्के ने मान दिता, मगर रब दी रजा कुछ होर सी, और असी दोवें एज मिनिस्टर एंड CPS बहुत प्यार नाल एक दूजे नाल मोढा मिला के रेवेन्यू दे भले आस्ते काम करते सा, मगर क्योंकि लाइक आई सेड डेस्टिनी फेट, जो रब दी रजा है उहदे अगे सीस ही निभाया जा सकदा, उहनूं बदलिया नहीं जा सकदा। और उस वेले जद उन्हां दी अचनचेत दुखदाई साडे कोलों विछोड़ा होया सदीवी, उस तो बाद भैन जी जिन्हां ने कदे भी सियासी तौर ते कोई गतिविधि नहीं रखी सी, मगर अपने लोकां प्रति, दसूहे हलके दे लोकां प्रति जिम्मेवारी नूं समझदिआं आपदे घर दे होम मेकर होण दे नाते घर चलाउण वाले भैन जी, उन्होंने सारे घर के काम छड्ड के आपदे हलके नूं, अपने हलके दे लोकां नूं पहल कदमी दिंदे होया उन्होंने पॉलिटिक्स च आए और बाई इलैक्शन च शानदार जित हासिल करके वड्डा नाम प्रकाश सिंह जी बादल दी उस वेले दी सरकार च इन्हां दा होया। अज वो भी जिथे पार्टी च शामिल हो रहे हैं, मैं उन्हां नूं भी जी आया नूं कहना ते सरदार बादल नूं कहना कि उन्हां दा भी सत्कार होवे। बोले सो निहाल।
ਔਰ ਇਹ ਵੀ 2 ਵਾਰੀ ਉਸ ਹਲਕੇ ਤੋਂ ਐਮਐਲਏ ਰਹਿ ਚੁੱਕੇ ਆ। ਸ਼ਾਹੀ ਸਾਹਿਬ ਵੀ ਲੰਮਾ ਸਮਾਂ ਉਸ ਹਲਕੇ ਤੋਂ ਸੇਵਾ ਨਿਭਾ ਕੇ ਗਏ ਆ। ਇਹਨਾਂ ਨੂੰ ਬਹੁਤ ਬਹੁਤ ਵਧਾਈ। ਉਹ ਕਾਕਾ ਨਹੀਂ ਦਿਖ ਰਿਹਾ ਜੀ ਮੈਨੂੰ, ਭੈਣ ਜੀ ਸਨੀ ਨਹੀਂ ਦਿਖ ਰਿਹਾ, ਅਮਰੀਕਾ ਜੀ, ਉੱਥੋਂ ਵਧਾਈ। ਚਲੋ ਧੰਨਵਾਦ। ਇਹਨਾਂ ਦੀ ਬੇਟੀ, ਇਹਨਾਂ ਦਾ ਬੱਚਾ, ਇਹ ਸਾਡੇ ਆਪਣਾ ਪਰਿਵਾਰ ਹੈ, ਇਸ ਲਈ ਮੈਂ ਜੀ ਆਇਆਂ ਨੂੰ ਕਹਿਣਾ। ਔਰ ਤੀਜਾ ਬੰਦਾ ਜਿਹਨੇ ਹਾਲ ਦੀ ਇਲੈਕਸ਼ਨ 'ਚ ਬਾਦਲ ਸਾਹਿਬ ਭੈਣ ਜੀ ਦੀ ਇਲੈਕਸ਼ਨ 'ਚ ਬਹੁਤ ਬੇਕਮਾਲ ਰੋਲ ਅਦਾ ਕੀਤਾ ਔਰ ਬਹੁਤ ਕਾਬਲੇ ਤਾਰੀਫ ਨੇ, ਜਿਨ੍ਹਾਂ ਨੇ ਬੜੀ ਹਿੰਮਤ ਕਰਕੇ ਬਠਿੰਡੇ 'ਚ ਔਰ ਜਿਨ੍ਹਾਂ ਦੇ ਵੱਡੇ ਵੱਡੇ ਅਹੁਦਿਆਂ 'ਚ ਰਹਿੰਦੇ ਹੋਇਆਂ ਇਹਨਾਂ ਨੂੰ ਵੀ ਸ਼ੋ ਕਾਜ਼ ਨੋਟਿਸ ਇਸ਼ੂ ਹੋਇਆ ਸੀ। ਕਿਉਂ ਹੋਇਆ ਸੀ? ਕਿਉਂਕਿ ਕਿਸਾਨੀ ਦੇ ਹੱਕ 'ਚ ਗੱਲ ਕੀਤੀ ਸੀ, ਲੋਕਾਂ ਦੇ ਹੱਕ 'ਚ ਗੱਲ ਕੀਤੀ ਸੀ। ਮਗਰ ਸ਼ੋ ਕਾਜ਼ ਨੋਟਿਸ ਦੇ ਬਾਅਦ ਪਤਾ ਨਹੀਂ ਘਬਰਾਹਟ ਹੋ ਗਈ ਕਿ ਜੇ ਭਾਜਪਾ ਦੇ ਦਿਲ ਨੂੰ ਕੱਢਾਂਗੇ ਤੇ ਕਿਤੇ ਫੇਲ ਨਾ ਹੋ ਜਾਏ ਬਾਡੀ ਦਾ ਬਾਕਾ ਕੰਮ। ਇਹ ਆਪ ਹੀ ਅਸਤੀਫਾ ਦੇ ਕੇ ਆ ਗਿਆ ਕਿ ਬਾਕੀ ਚਿੱਠੀ ਤੁਸੀਂ ਨਹੀਂ ਲਿਖਣੀ, ਮੈਂ ਹੀ ਲਿਖ ਦੇਣਾ ਤੁਹਾਨੂੰ। ਇਸ ਲਈ ਵੱਡੇ ਅਹੁਦਿਆਂ ਨੂੰ ਠੁਕਰਾਉਂਦਿਆਂ ਹੋਇਆਂ ਇਹ ਸਟੇਟ ਦੇ ਯੂਥ ਦੇ ਪ੍ਰਧਾਨ ਵੀ ਰਹੇ ਆ, 2 ਵਾਰੀ ਡਿਸਟ੍ਰਿਕਟ ਬਠਿੰਡੇ ਦੇ ਪ੍ਰਧਾਨ ਰਹੇ ਆ, 3 ਵਾਰੀ ਮੈਂਬਰ ਯੁਵਾ ਮੋਰਚਾ ਨੈਸ਼ਨਲ ਵਰਕਿੰਗ ਕਮੇਟੀ ਰਹੇ ਆ ਔਰ JNK ਦੇ ਇੰਚਾਰਜ ਵੀ ਰਹੇ ਆ। ਮੇਰੇ ਸਤਿਕਾਰਯੋਗ ਵੀਰ ਮੋਹਿਤ ਗੁਪਤਾ ਜੀ ਨੂੰ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਜੀ ਆਇਆਂ ਨੂੰ ਕਹਿਣਾ, ਇਹਨਾਂ ਦਾ ਧੰਨਵਾਦ ਕਰਦਾ। ਔਰ ਮੋਹਿਤ ਜੀ ਅੱਜ ਦੁਬਾਰ ਤੋਂ ਜਿੱਥੇ ਪਾਰਟੀ 'ਚ ਜੀ ਆਇਆਂ ਨੂੰ, ਉੱਥੇ ਭੈਣ ਜੀ ਦੀ ਜਿੱਤ 'ਚ ਤੁਹਾਡੇ ਵੱਡੇ ਯੋਗਦਾਨ ਨੂੰ ਵੀ ਸਲਾਮ ਕਰਦਾ, ਤੁਹਾਡਾ ਧੰਨਵਾਦ ਕਰਦਾ। ਇਸੇ ਤਰ੍ਹਾਂ ਸਤਿਕਾਰਯੋਗ ਜਿਹੜੇ 2017 'ਚ ਲੁਧਿਆਣਾ ਵੈਸਟ ਹਲਕੇ ਤੋਂ ਭਾਜਪਾ ਦੇ ਕੈਂਡੀਡੇਟ ਸਨ, ਐਕਸ ਜਨਰਲ ਸੈਕਟਰੀ ਨੇ, ਵਰਕਿੰਗ ਕਮੇਟੀ ਦੇ ਮੈਂਬਰ ਰਹੇ ਆ, ਅੱਜ ਕਾਲੇ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਭਾਈਚਾਰਕ ਸਾਂਝ ਵਾਸਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਆ। ਕਮਲ ਚੇਟਲੀ ਜੀ ਨੂੰ ਵੀ ਮੈਂ ਜੀ ਆਇਆਂ ਨੂੰ ਕਹਿਣਾ, ਇਹਨਾਂ ਦਾ ਵੀ ਸਤਿਕਾਰ ਹੋ। ਜਕਾਰਾ ਦਾ ਛੱਡ ਦਿਓ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਗਲਾ ਨਾਂ ਜਿਹੜੇ 3 ਵਾਰੀ ਕਾਉਂਸਲਰ ਵੀ ਰਹੇ ਆ, ਬੜੀ ਵੱਡੀ ਸੇਵਾ ਲੁਧਿਆਣੇ ਜ਼ਿਲ੍ਹੇ 'ਚ ਇਹਨਾਂ ਦੀ ਰਹੀ ਆ, ਐਕਸ ਡਿਪਟੀ ਮੇਅਰ ਵੀ ਨੇ ਔਰ ਵਾਈਸ ਪ੍ਰਧਾਨ ਸੀ। ਅੱਜ ਭਾਈਚਾਰਕ ਸਾਂਝ ਨੂੰ, ਪੰਜਾਬ ਦੇ ਭਲੇ ਨੂੰ ਮੁੱਖ ਰੱਖਦਿਆਂ ਹੋਇਆ RD ਸ਼ਰਮਾ ਜੀ ਨੂੰ ਵੀ ਮੈਂ ਜੀ ਆਇਆਂ ਨੂੰ ਕਹਿਣਾ ਔਰ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਤੇ ਇਹਨਾਂ ਦਾ ਧੰਨਵਾਦ ਕਰਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਜੈ ਸ਼੍ਰੀ ਰਾਮ। ਅਗਲਾ ਨਾਂ ਜਿਹੜੇ ਬੜੇ ਸਤਿਕਾਰਯੋਗ ਨੇ ਔਰ ਬੜੇ ਹੀ ਹਿੰਮਤੀ, ਮਿਹਨਤੀ ਔਰ ਜਿਨ੍ਹਾਂ ਦਾ ਫੇਰ ਬਾਰਡਰ ਦੇ ਇਲਾਕੇ ਤੇ ਜਿਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ। 5 ਵਾਰੀ ਉਹ ਸੁਜਾਨਪੁਰ ਤੋਂ ਐਕਸ ਪ੍ਰਧਾਨ ਵੀ ਰਹੇ ਆ, 5 ਵਾਰੀ ਕਾਉਂਸਲਰ ਵੀ ਬਣੇ ਆ, 2 ਵਾਰੀ ਪ੍ਰਧਾਨ ਰਹਿ ਚੁੱਕੇ ਆ ਔਰ ਵਰਕਿੰਗ ਕਮੇਟੀ ਮੈਂਬਰ ਸੀ ਰਾਜਕੁਮਾਰ ਗੁਪਤਾ ਜੀ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਬਿੱਟੂ ਪ੍ਰਧਾਨ ਕਹਿ ਦਿੰਦੇ ਆ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ, ਉਹਨਾਂ ਦਾ ਧੰਨਵਾਦ ਕਰਦਾ। ਬੋਲੇ ਸੋ ਨਿਹਾਲ। ਅਗਲਾ ਨਾਂ ਮੇਰੇ ਗਵਾਂਢੀ ਦਾ, ਇਹ ਗਵਾਂਢੀ ਵੀ ਹੈ, ਅਸੀਂ ਇੱਕ ਦੂਜੇ ਦੀ ਸੁੱਖ ਵੀ ਮੰਗਦੇ ਰਹੇ ਆ ਔਰ ਇਹਨਾਂ ਨੇ ਵੀ ਲੰਮਾ ਸਮਾਂ ਜਿੱਥੇ ਫਤਿਹਗੜ੍ਹ ਚੂੜੀਆਂ ਦਾ ਇਹ ਪ੍ਰਧਾਨ ਰਹੇ ਆ, 2 ਵਾਰੀ ਪ੍ਰਧਾਨ ਬਣੇ ਆ, ਕਈ ਵਾਰੀ ਕਾਉਂਸਲਰ ਬਣੇ ਆ, ਬਟਾਲੇ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਰਹੇ ਆ ਔਰ ਵਰਕਿੰਗ ਕਮੇਟੀ ਮੈਂਬਰ ਹੈ ਸਾਡੇ ਸਤਿਕਾਰਯੋਗ
ਸੁਰਿੰਦਰ ਸਿੰਧੀ ਜੀ ਪ੍ਰਧਾਨ ਜੀ, ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ। ਨਾਲ ਹੋ ਜਾਓ ਜੀ, ਤੁਸੀਂ ਵੀ ਨਾਲ ਹੋ। ਤੁਸੀਂ ਛੱਡ ਦਿਓ, ਬੋਲੇ ਸੋ ਨਿਹਾਲ। ਇਧਰੋਂ ਛੱਡ ਦਿਓ ਜਕਾਰਾ ਤੁਸੀਂ। ਸਤਿਕਾਰਯੋਗ ਹਰਜੀਤ ਸਿੰਘ ਜੀ ਭੁੱਲਰ ਸਾਹਿਬ, ਜਿਹੜੇ ਐਕਸ ਨੈਸ਼ਨਲ ਕੋ ਕਨਵੀਨਰ ਸੀ ਹਿਊਮਨ ਰਾਈਟਸ ਦੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ। ਹਾਂਜੀ, ਔਰ ਟੀਵੀ ਦੇ ਪ੍ਰਵਕਤਾ ਰਹੇ ਆ, ਸਪੋਕਸਪਰਸਨ ਰਹੇ ਆ, ਬੜੀ ਬੇਬਾਕੀ ਨਾਲ ਆਪ ਦੀ ਗੱਲ ਰੱਖਦੇ ਰਹੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ। ਇਸੇ ਤਰ੍ਹਾਂ ਸਤਿਕਾਰਯੋਗ ਸਾਬਕਾ ਕਾਉਂਸਲਰ, ਜਿਨ੍ਹਾਂ ਨੇ ਬਹੁਤ ਹਿੰਮਤ ਨਾਲ ਲੁਧਿਆਣੇ ਸ਼ਹਿਰ ਦੀ ਸੇਵਾ ਕੀਤੀ ਹੈ, ਮਿੰਟੂ ਸ਼ਰਮਾ ਜੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ। ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਦਾ ਧੰਨਵਾਦ ਕਰਦਾ। ਬੋਲੇ ਸੋ ਨਿਹਾਲ, ਜੈ ਸ਼੍ਰੀ ਰਾਮ। ਸਤਿਕਾਰਯੋਗ ਐਰੀ ਸਾਹਿਬ ਆ ਜਾਓ, ਅਮਨ ਐਰੀ ਜੀ। ਇਹ ਵੀ ਮਾਝੇ ਦਾ ਪੁੱਤਰ ਆ, ਇਹਨੂੰ ਵੀ ਸਾਡਾ ਕਾਉਂਸਲਰ ਵੀ ਰਿਹਾ 2 ਵਾਰੀ ਵੀਰ, ਹੁਣ ਵੀ ਹੈਗਾ ਫਿਰ ਠੀਕ ਆ। ਠੀਕ ਮਾੜਾ ਛੱਡਤਾ ਦਿਓ ਕੋਈ ਚਕਾਰਾ ਚਕੂਰਾ ਇਧਰੋਂ। ਬੋਲੇ ਸੋ ਨਿਹਾਲ। ਗਾਹ ਵੀ ਬਣੂਗਾ, ਗਾਹ ਨਹੀਂ ਵੀ ਛੱਡ ਦਿਓ, ਇੱਕ ਗਾਹ ਵੀ ਬਣੂਗਾ। ਬੋਲੇ ਸੋ ਨਿਹਾਲ। ਇਸੇ ਤਰ੍ਹਾਂ ਸੁਮਿਤ ਸ਼ਾਸਤਰੀ ਜੀ, ਜੋ ਵਰਕਿੰਗ ਕਮੇਟੀ ਦੇ ਮੈਂਬਰ ਸੀ, ਐਕਸ ਬੀਜੇਪੀ ਪ੍ਰਧਾਨ ਯੁਵਾ ਮੋਰਚਾ ਜਗਰਾਓਂ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿਣਾ, ਉਹਨਾਂ ਦਾ ਧੰਨਵਾਦ ਕਰਦਾ। ਅਗਲਾ ਸਾਡੇ ਸਤਿਕਾਰਯੋਗ ਵਿਕਰਮ ਲੱਕੀ ਜੀ, ਬਠਿੰਡੇ ਦੇ 2 ਵਾਰੀ ਕੈਸ਼ੀਅਰ ਰਹੇ ਆ, ਐਕਸ ਪ੍ਰਧਾਨ ਰਹੇ ਆ ਯੁਵਾ ਮੋਰਚਾ ਦੇ, ਔਰ 2 ਵਾਰੀ ਨਾਰਥਰਨ ਇੰਡੀਅਨ ਕੂਲਰ ਮੈਨੂਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ, ਉਹਨਾਂ ਨੂੰ ਜੀ ਆਇਆਂ ਨੂੰ। ਸਤਿਕਾਰਯੋਗ ਐਕਸ ਸੈਕਟਰੀ ਜਿਹੜੇ ਵਿਕਰਮ ਐਰੀ ਜੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਰਦਾ, ਉਹਨਾਂ ਦਾ ਧੰਨਵਾਦ ਕਰਦਾ। ਔਰ ਸਾਡੇ ਕਾਉਂਸਲਰ ਸਾਹਿਬ ਰਟੌਲ ਸਾਹਿਬ, ਉਹਨਾਂ ਨੂੰ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਤਿਕਾਰ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਨ। ਇਸ ਲਈ ਅੱਜ ਇਹ ਲੰਮਾ ਚੌੜਾ ਹਲੇ ਤਾਂ ਟ੍ਰੇਲਰ ਹੀ ਵਿਖਾਇਆ ਹੈ, ਕਿਉਂਕਿ ਚੰਡੀਗੜ੍ਹ 'ਚ ਤਾਂ ਦੇਖੋ ਫਿਲਮ ਤੋਂ ਪਹਿਲਾਂ ਟ੍ਰੇਲਰ ਹੀ ਵਿਖਾ ਸਕਦੇ ਆ। ਕਹਿ ਤਾ ਭਰਾ, ਤੁਸੀਂ ਸੁਣਦੇ ਨਹੀਂ ਮੇਰੀ ਗੱਲ। ਤੁਹਾਨੂੰ ਅੱਜ ਪਿਆ ਚਾਹ ਇੰਨਾ ਚੜਿਆ, ਤੁਹਾਨੂੰ ਵੀ ਚੜਿਆ, ਸਾਨੂੰ ਵੀ ਚੜਿਆ, ਦੀਆਂ ਗੱਲਾਂ ਸੁਣਦੀਆਂ। ਰਟੌਲ ਦਾ ਨਾਮ ਲੈਤਾ, ਪ੍ਰਭ ਰਟੌਲ ਦਾ ਲੈਤਾ। ਸਰ ਸੁਣਨ ਵਾਲੇ ਨਹੀਂ ਸੁਣਦੇ, ਹੁਣ ਕੀ ਕਰੀਏ। ਇਹਨਾਂ ਨੂੰ ਸਾਰਿਆਂ ਨੂੰ ਪਾਰਟੀ 'ਚ ਜੀ ਆਇਆਂ ਨੂੰ, ਤੁਹਾਡਾ ਕੋਟਨ ਕੋਟ ਧੰਨਵਾਦ। ਔਰ ਅੱਜ ਕਿਸਾਨੀ ਸੰਘਰਸ਼ ਨੂੰ ਮੁੱਖ ਰੱਖਦਿਆਂ, ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ, ਪੰਜਾਬ ਦੀ ਭਲਾਈ ਨੂੰ ਮੁੱਖ ਰੱਖਦਿਆਂ ਅੱਜ ਸਮੁੱਚੀ ਟੀਮ, ਚਲੋ ਕੋਈ ਨਾ ਜੀ, ਕੋਈ ਨਾ ਕਰੋ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ। ਸ਼੍ਰੋਮਣੀ ਅਕਾਲੀ ਦਲ। ਹਿੰਦੂ ਸਿੱਖ ਏਕਤਾ ਜ਼ਿੰਦਾਬਾਦ। ਸਤਿ ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ। ਬੋਲੇ ਸੋ ਨਿਹਾਲ। ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ। ਸੋ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਬਾਦਲ ਸਾਹਿਬ, ਕਿ ਅੱਜ ਤਾਂ ਸਿਰਫ ਇੱਕ ਵੱਡੇ ਪੱਧਰ ਤੇ ਜਿਹੜੀ ਸਟੇਟ ਲੈਵਲ ਦੀ ਜੁਆਇਨਿੰਗ ਸੀ, ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਕੀਤੀ ਗਈ ਆ। ਇਸ ਤੋਂ ਬਾਅਦ ਅਨਿਲ ਜੋਸ਼ੀ ਜੀ ਨੇ ਤੁਹਾਡੇ ਤੋਂ ਟਾਈਮ ਵੀ ਲਿਆ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ, ਉਸ ਤੋਂ ਬਾਅਦ ਵੱਖ-ਵੱਖ ਹਲਕਿਆਂ 'ਚ ਜਾ ਕੇ ਪੰਜਾਬ ਦੀ ਭਾਈਚਾਰਕ ਸਾਂਝ, ਅਮਨ ਸ਼ਾਂਤੀ, ਕਾਨੂੰਨ, ਪੰਜਾਬ ਵਸਦਾ ਰਵੇ, ਪੰਜਾਬ ਹੱਸਦਾ ਰਵੇ, ਗੁਰੂ ਦੀ
ਇਸ ਪਵਿੱਤਰ ਸੂਬੇ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕਰਕੇ ਵੱਡੇ ਪ੍ਰੋਗਰਾਮ ਕਰਾਏ ਜਾਣਗੇ, ਜਿਹਦੇ 'ਚ ਇਹਨਾਂ ਦੇ ਬਾਕੀ ਸਾਥੀ ਸਾਹਿਬਾਨਾਂ ਨੂੰ ਪਾਰਟੀ 'ਚ ਜੀ ਆਇਆਂ ਨੂੰ ਕਰਾਂਗੇ, ਧੰਨਵਾਦ ਕਰਾਂਗੇ। ਇਸ ਲਈ ਮੈਂ ਹੁਣ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਗੱਲ ਦੀ ਵਧਾਈ ਹੈ ਜੀ। ਇਹ ਜਦੋਂ ਤੱਕ ਇਹ ਭਾਊ ਵਜ਼ੀਰ ਸੀ ਨਾ, ਅੱਜ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਗੁਰੂ ਕੀ ਨਗਰੀ ਤੋਂ, ਮਾੜਾ ਜਿਹਾ ਜਕਾਰਾ ਛੱਡ ਦਿਓ ਕਰੀ। ਸਰ ਇੱਕ ਗੱਲ ਹੈ ਵਧਾਈ ਦੀ, ਜਿੰਨਾ ਕੰਮ ਸ਼ਹਿਰਾਂ 'ਚ ਤੁਹਾਡੀ ਟੀਮ ਨੇ ਬਾਦਲ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਕੰਮ ਸ਼ਹਿਰਾਂ 'ਚ ਐਜ਼ ਮਿਨਿਸਟਰ ਅਨਿਲ ਜੋਸ਼ੀ ਨੇ, ਔਰ ਜੋ ਸਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਦੇ ਸਤਿਕਾਰ ਵਜੋਂ, ਚਾਹੇ ਉਹ ਦੁਰਗਿਆਨੇ ਮੰਦਿਰ ਦਾ ਸੁੰਦਰੀਕਰਨ ਸੀ ਇਲਾਕੇ ਦਾ, ਚਾਹੇ ਉਹ ਵਿਰਾਸਤੇ ਮਾਰਗ ਸੀ, ਚਾਹੇ ਉਹ ਗੋਬਿੰਦਗੜ੍ਹ ਫੋਰਟ ਸੀ, ਚਾਹੇ ਉਹ ਜਿਹੜੀ ਸਾਡੇ ਵਾਰ ਮੈਮੋਰੀਅਲ ਬਣਿਆ, ਚਾਹੇ ਜਿੰਨਾ ਵੀ ਇਨਫਰਾਸਟ੍ਰਕਚਰ ਡਿਵੈਲਪ ਹੋਇਆ, ਜੋ ਕੰਮ ਉਸ ਵੇਲੇ ਹੋਇਆ ਉਹ ਕੰਮ ਪਹਿਲਾਂ ਕਦੇ ਹੋਇਆ ਨਹੀਂ। ਇਸ ਗੱਲ ਦੀ ਵਧਾਈ ਹੈ ਕਿ ਇੱਕ ਇਨਸਾਨ ਜਿਹਨੇ ਪਰਫਾਰਮੈਂਸ ਓਰੀਐਂਟਡ, ਜਿਹਨੇ ਕੰਮ ਕਰਕੇ ਵਿਖਾਇਆ, ਕਹਿਣੀ ਤੇ ਕਥਨੀ ਦੇ ਪੱਕੇ ਅੱਜ ਸਾਡੇ ਵਿੱਚ ਸ਼ਾਮਲ ਹੋਇਆ, ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ, ਉਹਨਾਂ ਨੂੰ ਵਧਾਈ ਦੇਣਾ। ਔਰ ਦੂਜੇ ਪਾਸੇ ਕੱਲੇ ਜਿਹੜੇ ਕੋਈ ਕੰਮ ਸਿੱਧਾ ਨਹੀਂ ਕੀਤਾ, 2.5 ਸਾਲ ਉਹ ਵੀ ਮੰਤਰੀ ਰਿਹਾ, ਰਾਧੇ ਮਾਂ ਦਾ ਚੇਲਾ ਠੋਕੋ ਤਾਲੀ, ਤੇ ਕੀਤਾ ਕੱਖ ਨਹੀਂ। ਔਰ ਸਰ ਐਡਾ ਸ਼ਾਤਰ ਬੰਦਾ, ਦੋਵੇਂ ਸਰਕਾਰਾਂ ਦਾ ਨਿੱਘ ਮਾਣ ਲਿਆ, ਤੇ 17 ਸਾਲ ਦੀ ਉਹਦੀ ਪ੍ਰਾਪਤੀ ਪੁੱਛ ਲਓ, 0। ਹਾਂ ਇੱਕ ਪ੍ਰਾਪਤੀ ਬੜੀ ਹੈ ਕਿ ਸਮੇਂ ਨਾਲ ਭਾਪਾ ਬਦਲ ਜਾਂਦਾ, ਔਰ ਸਮੇਂ ਨਾਲ ਜਿਹੜਾ ਭਾਪਾ ਬਦਲ ਜਾਵੇ, ਸਮੇਂ ਨਾਲ ਕਹਾਣੀ ਪਾ ਜਾਂਦਾ ਕਿ ਇਹ ਮਾੜਾ ਇਹ ਮਾੜਾ ਇਹ ਮਾੜਾ। ਭਾਈ ਤੂੰ ਆਪ ਦੀ ਵੀ ਰਿਪੋਰਟ ਕਾਰਡ ਦੱਸ ਨਾ, ਵਾਟ ਡੂ ਯੂ ਹੈਵ ਟੂ ਸ਼ੋ ਕਿ ਵਾਟ ਹੈਵ ਯੂ ਡਨ। ਚਲੋ ਮੈਂ ਉਹਦੇ 'ਚ ਜ਼ਿਆਦਾ ਨਾ ਜਾਂਦਾ ਹੋਇਆ, ਕਿਉਂਕਿ ਅੱਜ ਉਹ ਗੱਲ ਨਹੀਂ, ਮੁੱਦਾ ਨਹੀਂ। ਐਵੇਂ ਕਈ ਵਾਰੀ ਕੋਈ ਗੱਲ ਕਹੀ ਜਾਂਦੀ ਹੈ ਜਿਹਦਾ ਫਾਇਦਾ ਕੋਈ ਨਹੀਂ, ਮਾੜੇ ਬੰਦੇ ਦਾ ਉਹ ਗੱਲ ਨਹੀਂ ਕਰਨੀ ਚਾਹੀਦੀ। ਉਹਨੇ ਵੇਖੋ, ਵੈਸੇ ਤਾਂ ਉਹ ਪੱਪੂ ਵੀ ਸਮਝਦਾ, ਉਹਨੇ ਕਿਹਾ ਇਹ ਜੋਕਿੰਗ ਪ੍ਰੈਜ਼ੀਡੈਂਟ, ਬਾਕੀ 4 ਵਰਕਿੰਗ ਪ੍ਰੈਜ਼ੀਡੈਂਟ, ਔਰ ਥੱਲੇ ਇੰਨੇ ਐਡਵਾਈਜ਼ਰ ਲਾ ਲੇ, ਤੇ ਫਿਰ ਪੁੱਛੋ ਕਿ ਕੀ ਇਹ ਠੋਕੋ ਤਾਲੀ ਅਕਲੋਂ ਖਾਲੀ, ਜਿਹੜੇ ਇੰਨੇ ਐਡਵਾਈਜ਼ਰ ਲਾਗੇ ਇਹਨੂੰ ਆਪ ਨੂੰ ਸਮਝ ਕੋਈ ਨਹੀਂ। ਇਸ ਲਈ ਮੈਂ ਉਹ ਗੱਲ 'ਚ ਨਾ ਜਾਂਦਾ ਹੋਇਆ ਹੁਣ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਅਗਲੀ ਕਾਰਵਾਈ ਕਰਨ। ਚੀਮਾ ਸਾਹਿਬ ਵੀ ਅੱਜ ਖੁਸ਼ ਜਾਪਦੇ ਆ ਕਿ ਉਹਨਾਂ ਦੀ ਕੈਬਨਿਟ ਦਾ ਵੀ ਸਾਥੀ ਵਜ਼ੀਰ ਸੀ। ਰਖੜਾ ਸਾਹਿਬ ਨੂੰ ਵੀ ਵਧਾਈ ਹੈ, ਜੇਦਾਰ ਸਾਹਿਬ ਨੂੰ ਵੀ ਵਧਾਈ ਹੈ, ਅੱਜ ਸ਼ਰਨਜੀਤ ਜੀ ਲੋਕੇ ਬੈਠੇ, ਇਹਨਾਂ ਨੂੰ ਵਧਾਈ ਹੈ। ਉਹ ਸ਼ਰਮਾ ਜੀ ਕਿੱਥੇ ਆਪਣੇ, ਐਨਕੇ ਸ਼ਰਮਾ ਜੀ ਤੁਹਾਨੂੰ ਵੱਡੀ ਵਧਾਈ ਹੈ। ਮਿੱਤਲ ਸਾਹਿਬ ਤੇ ਤੁਹਾਨੂੰ ਜਿਹੜਾ ਦਿਲਾਂ ਦੀ ਸਾਂਝ ਪਾਉਣ 'ਚ ਜਿਨ੍ਹਾਂ ਨੇ ਵਧੀਆ ਰੋਲ ਅਦਾ ਕੀਤਾ, ਆ ਸਾਡੇ ਸਤਿਕਾਰਯੋਗ ਗਰਗ ਸਾਹਿਬ ਨੂੰ ਵਧਾਈ ਹੈ। ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ, ਗਰੇਵਾਲ ਸਾਹਿਬ, ਰਖੜਾ ਸਾਹਿਬ ਦਾ, ਜੈਦਾਰ ਸਾਹਿਬ ਦਾ ਮੈਂ ਲੈ ਤਾ ਜੀ। ਤੁਹਾਡੇ ਰਿਸ਼ਤੇਦਾਰਾਂ ਦਾ ਮੈਨੂੰ ਵੱਧ ਫਿਕਰ ਰਹਿੰਦਾ, ਤੁਸੀਂ ਕਿਉਂ ਇਹ ਕਰਦੇ ਹੋ। ਜੈਦਾਰ ਸਾਹਿਬ ਦਾ ਵੀ ਮੈਂ ਲੈ ਤਾ। ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੂੰ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਜੀਠਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਸਾਰੀ ਉਹਨਾਂ ਨੇ ਆਪਣੀ ਸਾਂਝ ਜਿਹੜੀ ਜੋਸ਼ੀ ਸਾਹਿਬ ਨਾਲ ਤੇ ਬਾਕੀ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਦੇ ਨਾਲ ਸਾਂਝੀ ਕੀਤੀ ਹੈ। ਜੋਸ਼ੀ ਸਾਹਿਬ, ਅੱਜ ਮੈਂ ਜਿੱਥੇ ਤੁਹਾਨੂੰ ਵਧਾਈ ਦੇਣਾ, ਉੱਥੇ ਮੈਂ ਸਟੇਜ ਦੇ ਉੱਤੇ ਵੀ ਗੱਲ ਸਾਂਝੀ ਕਰਦਾ ਕਿ ਜੋਸ਼ੀ ਸਾਹਿਬ ਦੇ ਨਾਲ ਮੇਰਾ ਬਹੁਤ ਪੁਰਾਣਾ ਪਿਆਰ ਹੈ। ਹਾਲੇ ਰਾਜਨੀਤੀ ਦੇ ਵਿੱਚ ਨਵੇਂ ਸੀ ਤੇ ਪਹਿਲੀ ਵਾਰੀ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਅਪਲਾਈ ਕਰਨੀ ਸੀ ਤੇ ਜਲੰਧਰ ਮੇਰੇ ਕੋਲੇ ਘਰ ਆ ਗਏ, ਕਹਿੰਦੇ ਯਾਰ ਮੈਂ ਜ਼ਮੀਨ ਦੇ ਉੱਤੇ ਤੇ ਬੜਾ ਕੰਮ ਕਰਦਾ, ਪਰ ਸਾਡੀ ਪਾਰਟੀ ਪੜ੍ਹਿਆ ਲਿਖਿਆ ਦੀ ਆ, ਉੱਥੇ ਕਈ ਤਰ੍ਹਾਂ ਦੀ ਡੈਮੋਗ੍ਰਾਫੀ ਦੇ ਸਵਾਲ ਪੁੱਛਦੇ ਆ, ਮੇਰੀ ਤਿਆਰੀ ਕਰਾ ਦੇ ਇੰਟਰਵਿਊ ਦੀ, ਮੈਨੂੰ ਇਹ ਕੰਮ ਨਹੀਂ ਆਉਂਦਾ, ਬਾਕੀ ਮੈਂ ਸਾਰਾ ਕੰਮ ਕਰ ਲਵਾਂ। ਤੇ ਜੋਸ਼ੀ ਸਾਹਿਬ ਨੂੰ ਮੈਂ ਯਾਦ ਕਰਦਾ ਕਿ ਆਪਣੇ ਜਲੰਧਰ ਵਾਲੇ ਘਰ ਦੇ ਵਿੱਚ ਮੈਂ ਇਹਨਾਂ ਦੀ ਬੈਠ ਕੇ ਤਿਆਰੀ ਕਰਾਈ ਸੀ ਤੇ ਇਹਨਾਂ ਨੇ ਜਾ ਕੇ ਇੰਟਰਵਿਊ ਦਿੱਤੀ ਤੇ MLA ਬਣੇ ਤੇ ਬਾਅਦ ਦੇ ਵਿੱਚ ਕੈਬਨਿਟ ਮੰਤਰੀ ਬਣੇ।
ਅੱਜ ਹੁਣ ਫੇਰ ਮੈਨੂੰ ਪੁੱਛਿਆ ਇਹਨਾਂ ਨੇ, ਜਦੋਂ ਆ ਭਾਣਾ ਵਰਤਿਆ, ਜਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਇਹਨਾਂ ਨੇ ਸਟੈਂਡ ਲਿਆ, ਤੇ ਫਿਰ ਇਹਨਾਂ ਨੂੰ ਯਾਦ ਆਇਆ ਉਹ ਪੁਰਾਣਾ ਸਾਥੀ ਕਿ ਜਿੰਨੇ ਉਦੋਂ ਚੰਗੀ ਤਿਆਰੀ ਕਰਾਈ ਸੀ ਉਹਨੂੰ ਫੇਰ ਸਲਾਹ ਕਰ ਲਵਾਂ। ਤੇ ਮੈਂ ਪਰਦੇ ਨਾਲ ਫਿਰ ਸਲਾਹ ਦਿੱਤੀ ਵੀ ਹੁਣ ਇਸ ਵੇਲੇ ਮੌਸਮ ਬਹੁਤ ਵਧੀਆ, ਤੁਹਾਡੀ ਸੋਚ ਅਕਾਲੀ ਦਲ ਨਾਲ ਮਿਲਦੀ ਹੈ, ਇਸ ਕਰਕੇ ਤੁਹਾਡਾ ਪਿਛੋਕੜ ਪਿੰਡ ਦਾ ਸੋਚ ਕਿਸਾਨੀ ਦੇ ਨਾਲ ਮਿਲਦੀ ਹੈ, ਅਕਾਲੀ ਦਲ ਨਾਲ ਮਿਲਦੀ ਹੈ। ਇਸ ਕਰਕੇ ਹੁਣ ਜਕਾਰਾ ਲਾ ਦਿਓ। ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਸੰਕਲਪ ਨਵਾਂ ਸ਼ੁਰੂ ਕੀਤਾ, ਗੱਲ ਜਿਹੜੀ ਪੰਜਾਬ ਦੀ ਕੀਤੀ ਹੈ, ਜਿਹੜਾ 13 ਨਿਕਾਤੀ ਪ੍ਰੋਗਰਾਮ ਦਿੱਤਾ, ਉਹਨੂੰ ਬਹੁਤ ਵੱਡਾ ਸਮਰਥਨ ਅੱਜ ਇੱਥੇ ਸ਼ਮੂਲੀਅਤ ਸਾਥੀਆਂ ਨਾਲ ਕਰਕੇ ਦਿੱਤੀ ਹੈ। ਮੈਂ ਜੋਸ਼ੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਆਪਣੇ ਮਨ ਦੇ ਵਲਵਲੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਨ। ਅਨਿਲ ਜੋਸ਼ੀ ਜੀ। ਬੋਲੇ ਸੋ ਨਿਹਾਲ। ਇਹ ਹੁਣ ਮਾਝੇ ਵਾਲੀ ਗੱਲ ਨਹੀਂ ਬਣੀ, ਇਹ ਮੈਂ ਵੀ ਪਿੱਛੋਂ ਮਾਝੇ ਦਾ ਹੀ ਆ। ਤੁਸੀਂ ਜਦੋਂ ਮਜੀਠਾ ਸਾਹਿਬ ਜਕਾਰਾ ਲਾਉਂਦੇ ਸੀ ਉਦੋਂ ਜ਼ਿਆਦਾ ਉੱਚੀ ਸੀ ਆਵਾਜ਼, ਇਸ ਕਰਕੇ ਹੁਣ ਫੇਰ ਮੈਂ ਜਕਾਰਾ ਲਾਉਣਾ ਦੋਵੇਂ ਹੱਥ ਖੜੇ ਕਰਕੇ। ਬੋਲੇ ਸੋ ਨਿਹਾਲ। ਧੰਨਵਾਦ ਚੀਮਾ ਸਾਹਿਬ। ਬਹੁਤ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਐਜ਼ ਏ ਡਿਪਟੀ ਸੀਐਮ ਪੰਜਾਬ ਦੀ ਸੇਵਾ ਕੀਤੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਸਰਦਾਰ ਬਿਕਰਮ ਸਿੰਘ ਮਜੀਠੀਆ ਜੀ, ਜਿਨ੍ਹਾਂ ਦੇ ਨਾਲ ਅਸੀਂ ਕੈਬਨਿਟ 'ਚ ਬਹਿ ਕੇ ਪੰਜਾਬ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਕਰਦੇ ਰਹੇ ਹਾਂ, ਡਾਕਟਰ ਚੀਮਾ ਸਾਹਿਬ, ਗਰੇਵਾਲ ਸਾਹਿਬ, ਰਖੜਾ ਜੀ, ਤੋਤਾ ਸਿੰਘ ਜੀ, ਸ਼ਰਨਜੀਤ ਢਿੱਲੋਂ ਜੀ, ਜਿਨ੍ਹਾਂ ਦੇ ਨਾਲ ਬਹੁਤ ਨਿੱਘਾ ਸੰਬੰਧ ਸ਼ੁਰੂ ਤੋਂ ਮੇਰਾ ਰਿਹਾ, ਤੇ ਅਸੀਂ ਇੱਕ ਪਰਿਵਾਰ ਵਾਂਗੂ ਸਰਕਾਰ ਦੇ ਵਿੱਚ ਵਿਚਰਦੇ ਰਹੇ ਹਾਂ। ਹਰੀਸ਼ ਰਾਏ ਟਾਂਡਾ ਜੀ, ਜਿਨ੍ਹਾਂ ਨੂੰ ਪਿਆਰ ਦੇ ਨਾਲ ਮੈਂ ਹਮੇਸ਼ਾ ਹੀ ਉਸਤਾਦ ਜੀ ਕਹਿੰਦਾ, ਲੋਧੀ ਨੰਗਲ ਸਾਹਿਬ, ਮੈਨੂੰ ਯਾਦ ਹੈ ਜਦੋਂ ਮੈਂ ਐਮਐਲਏ ਸੀ ਤੇ ਅਸੀਂ ਬੈਂਚਮੇਟ ਸੀ, ਇੱਕੇ ਬੈਂਚ ਤੇ ਅਸੀਂ ਬਹਿੰਦੇ ਰਹੇ ਹਾਂ, ਤੇ ਦਰਜਾ ਬਦਰਜਾ ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਵਰਕਰ ਸਾਹਿਬਾਨ, ਤੇ ਜਿਹੜੇ ਅੱਜ ਮੇਰੇ ਨਾਲ ਟੀਮ ਦੇ ਰੂਪ ਦੇ ਵਿੱਚ ਪੰਜਾਬ ਦੇ ਭਵਿੱਖ ਵਾਸਤੇ, ਪੰਜਾਬੀਅਤ ਦੇ ਭਵਿੱਖ ਵਾਸਤੇ, ਪੰਜਾਬ ਦੀ ਸਮਰਿੱਧੀ ਵਾਸਤੇ, ਪੰਜਾਬ ਦੇ ਭਾਈਚਾਰੇ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਤੇ ਉਹ 9 ਮਾਸ ਦਾ ਰਿਸ਼ਤਾ ਜਿਹੜਾ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਜੋ ਸੋਚ ਸੀ, ਉਹ ਭਾਰਤੀ ਜਨਤਾ ਪਾਰਟੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਉਹ ਕੋਈ ਪੋਲੀਟੀਕਲ ਸਮਝੌਤਾ ਨਹੀਂ ਸੀ ਕੀਤਾ। ਉਹ ਹਿੰਦੁਸਤਾਨ ਦੇ ਸੁਹਾਰਦ ਵਾਸਤੇ, ਭਾਈਚਾਰੇ ਵਾਸਤੇ, ਅੱਤਵਾਦ ਤੋਂ ਬਾਅਦ ਜਿਹੜੀਆਂ ਫ੍ਰਿਕਸ਼ਨਸ ਥੋੜੀਆਂ ਮਨਾਂ 'ਚ ਬਣੀਆਂ ਸੀ, ਉਹਨਾਂ ਨੂੰ ਦੂਰ ਕਰਨ ਵਾਸਤੇ ਉਹ ਗਠਬੰਧਨ ਕੀਤਾ ਸੀ, ਜਿਹੜਾ ਹਿੰਦੂ ਸਿੱਖ ਦੇ 9 ਮਾਸ ਦੇ ਰਿਸ਼ਤੇ ਦੇ ਰੂਪ ਦੇ ਵਿੱਚ ਪ੍ਰੂਵ ਹੋਇਆ। ਪੂਰੇ ਦੇਸ਼ ਦੇ ਵਿੱਚ ਇੱਕ ਖੁਸ਼ਹਾਲੀ ਦਾ ਮੈਸੇਜ, ਭਾਈਚਾਰੇ ਦਾ ਮੈਸੇਜ ਉਸ ਆਤੰਕਵਾਦ ਤੋਂ ਬਾਅਦ ਜਿਹੜੇ ਸਾਡੇ ਸਿੱਖ ਭਰਾਵਾਂ ਪ੍ਰਤੀ ਪੂਰੇ ਦੇਸ਼ ਦੇ ਵਿੱਚ ਥੋੜੀ ਬਹੁਤੀ ਕੁੜੱਤਨ ਕਾਂਗਰਸ ਦੀ ਸੋਚ ਨੇ ਪਾਈ ਸੀ, ਤੇ ਪੰਜਾਬ ਦੇ ਵਿੱਚ ਹਿੰਦੂਆਂ ਦੇ ਮਨਾਂ ਦੇ ਵਿੱਚ ਡਰ ਬਣਾਇਆ ਸੀ, ਉਹ ਫੇਰ ਗੱਠਜੋੜ ਜਿਹੜਾ ਉਹ 9 ਮਾਸ ਦਾ ਰਿਸ਼ਤਾ ਜਿਹੜਾ ਉਹ ਪ੍ਰੂਵ ਹੋਇਆ, ਤੇ ਫਿਰ ਉਸੇ ਤਰ੍ਹਾਂ ਖੁਸ਼ਹਾਲੀ ਦੇ ਦਿਨ ਆਏ, ਤੇ ਉਹ ਪ੍ਰੇਮ ਪਿਆਰ ਭਾਈਚਾਰਾ 9 ਮਾਸ ਦਾ ਰਿਸ਼ਤਾ ਜਿਹੜਾ ਅੱਜ ਤੱਕ ਉਸੇ ਤਰ੍ਹਾਂ ਹੀ ਰਿਸ਼ਤਿਆਂ ਦੇ ਵਿੱਚ ਵੀ ਤਬਦੀਲ ਹੋ ਰਿਹਾ।
ਤੇ ਰਾਤ ਦਿਨ ਅਸੀਂ ਪੰਜਾਬ ਦੀ ਤਰੱਕੀ ਵਾਸਤੇ 10 ਸਾਲ ਸਰਕਾਰਾਂ ਦੇ ਵਿੱਚ ਮੈਂ ਵੀ ਕੰਮ ਕੀਤਾ, ਉਸ ਤੋਂ ਪਹਿਲਾਂ ਵੀ ਸਰਕਾਰ 5 ਸਾਲ ਜਿਹੜੀ ਬਣੀ ਸੀ। ਉਹ ਮੇਰੇ ਸਾਥੀ, ਕਿਉਂਕਿ ਸਮੇਂ ਦੇ ਨਾਲ ਗਠਬੰਧਨ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਟੁੱਟ ਗਿਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਗੱਲ ਕਰਨ ਵਾਲੀ, ਪੰਜਾਬ ਦੀ ਇੱਕੋ ਇੱਕ ਆਪਣੀ ਪਾਰਟੀ ਆ, ਜਿਨੇ ਪੰਜਾਬ ਦੇ ਲੋਕਾਂ ਦੀ ਹਰ ਗੱਲ ਦੇ ਉੱਤੇ ਪਹਿਰਾ ਦਿੱਤਾ, ਪੰਜਾਬ ਦੇ ਲੋਕਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ, ਪੰਜਾਬ ਦੀ ਕਿਸਾਨੀ, ਵਪਾਰ, ਟ੍ਰੇਡ ਤੇ ਭਾਈਚਾਰੇ ਦੇ ਉੱਤੇ ਪਹਿਰਾ ਦਿੱਤਾ। ਉਹਨੇ ਜਦੋਂ ਪੰਜਾਬ ਦੇ ਕਿਸਾਨਾਂ ਦੀ ਗੱਲ ਉਠਾਈ, ਨਹੀਂ ਮੰਨੀ ਗਈ ਤੇ ਇਹ ਸਮਝੌਤਾ ਟੁੱਟ ਗਿਆ। ਉਹਨੂੰ ਦੁਬਾਰਾ ਉਸੇ ਸ਼ੇਪ ਦੇ ਵਿੱਚ, ਜੇ ਗਠਬੰਧਨ ਨਹੀਂ ਰਿਹਾ, ਮੁੱਦਿਆਂ ਦੇ ਉੱਤੇ ਗਠਬੰਧਨ ਟੁੱਟਦੇ ਆ, ਪਰ ਇਹ 9 ਮਾਸ ਦਾ ਰਿਸ਼ਤਾ ਟੁੱਟਣ ਨਹੀਂ ਦਿੱਤਾ ਜਾਊਗਾ। ਇਹ ਪੰਜਾਬੀ ਭਾਈਚਾਰਾ ਟੁੱਟਣ ਨਹੀਂ ਦਿੱਤਾ ਜਾਊਗਾ। ਇਹ ਸੰਕਲਪ ਕਰਦਿਆਂ ਹੋਇਆਂ ਮੇਰੇ ਇਹਨਾਂ ਸਾਥੀਆਂ ਨੇ, ਜਿਨ੍ਹਾਂ ਦੇ ਮੈਂ ਨਾਂ ਲੈ ਰਿਹਾ, ਮੇਰੀ ਭੈਣ ਸ਼੍ਰੀਮਤੀ ਸੁਖਜੀਤ ਕੌਰ ਸ਼ਾਹੀ ਸਾਹਿਬ ਸਾਡੇ ਦੋਸਤ ਸੀ। ਅਸੀਂ ਇਕੱਠੇ 5 ਸਾਲ ਲਗਾਤਾਰ MLA ਰਹੇ, ਉਹ CPS ਰਹੇ। ਅਸੀਂ ਇਕੱਠਿਆਂ ਜਾਣਾ ਵਿਧਾਨ ਸਭਾ 'ਚ, ਇਕੱਠਿਆਂ ਰਹਿਣਾ, ਇਕੱਠਿਆਂ ਖਾਣਾ। ਪਰ ਦੂਸਰੀ ਪਾਰੀ ਦੇ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ। ਪਰ ਸਾਡੀ ਭੈਣ ਨੇ, ਜੋ ਸਮਾਜ ਉਹਨਾਂ ਦੇ ਉੱਤੇ ਵਿਸ਼ਵਾਸ ਕਰਦਾ ਸੀ, ਜੋ ਉਹਨਾਂ ਦਾ ਹਲਕਾ ਉਹਨਾਂ ਤੇ ਵਿਸ਼ਵਾਸ ਕਰਦਾ ਸੀ, ਜੋ ਪੰਜਾਬ ਉਹਨਾਂ ਤੇ ਵਿਸ਼ਵਾਸ ਕਰਦਾ ਸੀ, ਉਹ ਨਹੀਂ ਟੁੱਟਣ ਦਿੱਤਾ। ਤੇ ਆਪ MLA ਦੇ ਰੂਪ ਵਿੱਚ 12 ਤੋਂ 17 ਤੱਕ ਸਾਡੇ ਨਾਲ ਐਜ਼ ਏ ਕੁਲੀਗ ਉਹਨਾਂ ਨੇ ਕੰਮ ਕੀਤਾ। ਅੱਜ ਉਹ ਵੀ ਮੰਚ ਤੇ ਨੇ ਇਸ ਭਾਈਚਾਰੇ ਵਾਸਤੇ। ਮੇਰਾ ਛੋਟਾ ਵੀਰ ਮੋਹਿਤ ਗੁਪਤਾ, ਜਿਹੜਾ ਪੰਜਾਬ ਦਾ ਯੂਥ ਦਾ ਪ੍ਰਧਾਨ ਰਿਹਾ, ਨੈਸ਼ਨਲ ਤੇ ਪੰਜਾਬ ਦੇ, ਜੰਮੂ ਕਸ਼ਮੀਰ ਦੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਜ਼ਿੰਮੇਵਾਰੀ ਨਿਭਾਈ ਆ, ਉਹ ਵੀ ਸਾਡੇ ਨਾਲ ਸਟੇਜ ਦੇ ਉੱਤੇ ਮੌਜੂਦ ਆ। ਮੇਰਾ ਭਰਾ ਕਮਲ ਚੇਟਲੀ, ਜਿਹੜਾ ਬਹੁਤ ਵੱਡਾ ਬਿਜ਼ਨਸਮੈਨ ਆ, ਲੁਧਿਆਣੇ ਦਾ ਨਾਮੀ ਪਰਿਵਾਰ ਆ, MLA ਦੀ ਇਲੈਕਸ਼ਨ ਜਿਹੜੀ ਆ 2017 ਦੇ ਵਿੱਚ ਲੜੀ ਆ, ਅੱਜ ਉਹ ਵੀ ਮੰਚ ਦੇ ਉੱਤੇ ਮੌਜੂਦ ਆ ਇਸ ਭਾਈਚਾਰੇ ਵਾਸਤੇ। ਮੇਰਾ ਛੋਟਾ ਵੀਰ RD ਸ਼ਰਮਾ, ਮੈਨੂੰ ਯਾਦ ਹੈ ਜਦੋਂ ਇਹ ਡਿਪਟੀ ਮੇਅਰ ਸੀ, ਮੈਂ ਲੋਕਲ ਗਵਰਨਮੈਂਟ ਦੇ ਵਿੱਚ ਮਿਨਿਸਟਰ ਸੀ, ਡੇਲੀ ਕੋਈ ਦਿਨ ਨਹੀਂ ਸੀ ਜਾਂਦਾ ਜਦੋਂ ਇਹ ਲੁਧਿਆਣੇ ਦੇ ਮਸਲਿਆਂ ਨੂੰ ਲੈ ਕੇ ਮੇਰੇ ਕੋਲ ਨਹੀਂ ਸੀ ਆਉਂਦਾ, ਤੇ ਕੋਈ ਆਪਣੀ ਵਾਰਡ ਦਾ ਕੰਮ ਨਹੀਂ ਸੀ ਲੈ ਕੇ ਆਉਂਦਾ, ਪੂਰੇ ਲੁਧਿਆਣੇ ਦੇ ਕੰਮ ਲੈ ਕੇ ਆਉਂਦਾ ਸੀ। ਡਟ ਕੇ ਕੰਮ ਕੀਤਾ। ਲੁਧਿਆਣਾ ਨੌਰਥ ਦੇ ਵਿੱਚ ਇਹਨੇ ਕੱਲੀ ਆਪਣੀ ਵਾਰਡ 'ਚ ਨਹੀਂ, ਪੂਰੇ ਹਲਕੇ ਦੇ ਵਿੱਚ ਪੈਠ ਬਣਾਈ, ਪੂਰੇ ਲੁਧਿਆਣੇ 'ਚ ਪੈਠ ਬਣਾਈ। RD ਸ਼ਰਮਾ ਮੇਰਾ ਛੋਟਾ ਵੀਰ, ਐਕਸ ਡਿਪਟੀ ਮੇਅਰ, ਉਹ ਵੀ ਮੌਜੂਦ ਆ। ਰਾਜਕੁਮਾਰ ਗੁਪਤਾ ਜੀ ਸੁਜਾਨਪੁਰ ਤੋਂ 5 ਵਾਰੀ ਕਾਉਂਸਲਰ ਰਹੇ, 2 ਵਾਰੀ ਵਾਈਸ ਪ੍ਰਧਾਨ ਰਹੇ। ਉਸ ਤੋਂ ਬਾਅਦ ਪ੍ਰਧਾਨਗੀ ਦੀ ਵਾਰੀ ਸੀ, ਯਾਰ ਕੀ ਪ੍ਰਧਾਨ ਬਣਦੇ ਸੀ, ਪਰ ਜਿਹੜੀ ਪਰਚੀ ਪਾਰਟੀ ਨੇ ਲਿਖ ਕੇ ਇਹਨਾਂ ਦੇ ਨਾਂ ਦੀ ਦਿੱਤੀ ਸੀ, ਉਹ ਕੱਢੀ ਨਹੀਂ ਗਈ। ਮੈਰਿਟ ਇਗਨੋਰ ਹੋਈ। ਇਹਨਾਂ ਦਾ ਬਹੁਤ ਵੱਡਾ ਨਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਖੜੇ ਕਰਨ ਦਾ ਸੀਗਾ, ਪਰ ਇਹਨਾਂ ਨੂੰ ਵੀ ਨੁੱਕਰੇ ਲਾ ਕੇ ਬਿਠਾ ਦਿੱਤਾ ਗਿਆ, ਜਿਹੜੇ ਕਿ ਸੁਜਾਨਪੁਰ ਹਲਕੇ ਦੇ ਵਿੱਚ ਅੱਜ ਇੱਕ ਇੱਕ ਘਰ ਦੇ ਵਿੱਚ ਮੌਜੂਦ ਨੇ, ਇੱਕ ਇੱਕ ਪਿੰਡ ਦੇ ਵਿੱਚ ਮੌਜੂਦ ਨੇ। ਮੈਂ ਖੁਦ ਜਾ ਕੇ ਇਹਨਾਂ ਦਾ ਜਨ ਆਧਾਰ ਵੇਖਿਆ ਕਿ ਕਿੰਨੇ ਸਰਪੰਚ, ਪੰਚ, ਕਿੰਨੇ ਕਾਉਂਸਲਰ, ਬਲਾਕ ਸੰਮਤੀਆਂ ਦੇ, ਜ਼ਿਲ੍ਹਾ ਪ੍ਰੀਸ਼ਦਾਂ ਦੇ ਪ੍ਰਧਾਨ ਤੇ ਮੈਂਬਰ ਇਹਨਾਂ ਨੇ ਮੇਰੀ ਮੀਟਿੰਗ ਕਰਾਈ ਸੀ। ਬਹੁਤ ਵੱਡਾ ਜਨ ਆਧਾਰ ਲੈ ਕੇ ਇਹ ਉੱਥੇ ਕੰਮ ਕਰਦੇ ਆ। ਰਾਜਕੁਮਾਰ ਗੁਪਤਾ ਜੀ ਇਹ ਵੀ ਸਾਡੇ ਨਾਲ ਮੌਜੂਦ ਨੇ। ਮੇਰਾ ਵੀਰ ਸੁਰਿੰਦਰ ਸ਼ਿੰਦੀ 2 ਵਾਰੀ ਜ਼ਿਲ੍ਹਾ ਪ੍ਰਧਾਨ ਬਟਾਲੇ ਤੋਂ ਰਿਹਾ, 2 ਵਾਰੀ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦਾ ਪ੍ਰਧਾਨ ਰਿਹਾ। ਆਪਣੇ ਬਲਬੂਤੇ ਤੇ 15-15 ਕੌਂਸਲਰ ਇਹ ਖੁਦ ਜਿਤਾਉਂਦਾ ਰਿਹਾ, ਤੇ ਇਸ ਗੱਠਜੋੜ ਦੇ ਵਿੱਚ ਹਮੇਸ਼ਾ ਹੀ ਇਹਦਾ
ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਨੂੰ ਜਿਤਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਰਿਹਾ ਫਤਿਹਗੜ੍ਹ ਚੂੜੀਆਂ ਤੋਂ ਸੁਰਿੰਦਰ ਸ਼ਿੰਦੀ, ਜਿਹਦਾ ਮੇਰਾ ਬਹੁਤ ਪੁਰਾਣਾ ਸਬੰਧ ਆ 90 ਤੋਂ ਪਹਿਲਾਂ ਦਾ, ਉਹ ਵੀ ਇੱਥੇ ਮੌਜੂਦ ਆ। ਹਰਜੀਤ ਸਿੰਘ ਭੁੱਲਰ, ਜਿਹੜੇ ਪਾਰਟੀ ਦੀ ਆਵਾਜ਼ ਉਠਾਉਂਦੇ ਸੀ, ਟੀਵੀ ਡਿਬੇਟ ਤੇ ਜਾਂਦੇ ਰਹੇ ਸੀ, ਨੈਸ਼ਨਲ ਕੋ ਕਨਵੀਨਰ ਰਹੇ ਹਿਊਮਨ ਰਾਈਟਸ ਸੈੱਲ ਦੇ ਬੀਜੇਪੀ ਦੇ, ਪਰ ਇਸੇ ਕਿਸਾਨੀ ਮੁੱਦੇ ਦੇ ਉੱਤੇ ਜਦੋਂ ਉਹਨਾਂ ਨੇ ਆਵਾਜ਼ ਉਠਾਈ ਤੇ ਉਹਨਾਂ ਦਾ ਵੀ ਉਹੀ ਹਾਲ ਹੋਇਆ ਜੋ ਬਾਕੀਆਂ ਦਾ ਪਾਰਟੀ 'ਚ ਹੋਇਆ, ਨੁੱਕਰੇ ਲਗਾ ਦਿੱਤਾ ਗਿਆ। ਉਹ ਵੀ ਰਿਜ਼ਾਈਨ ਕਰਕੇ ਇਸ ਸਟੇਜ ਤੇ ਮੌਜੂਦ ਹੈ। ਹਰਜੀਤ ਸਿੰਘ ਭੁੱਲਰ ਜੀ, ਮਿੰਟੂ ਸ਼ਰਮਾ ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਜਿੱਤੀ ਸੀ ਕੌਂਸਲਰ ਦੀ, ਉਸ ਤੋਂ ਬਾਅਦ ਟਿਕਟ ਕੱਟ ਦਿੱਤੀ ਗਈ ਇਹਨਾਂ ਦੀ, ਜਦਕਿ ਪਾਰਟੀ ਦਾ ਜਿਹੜਾ ਕੌਂਸਲਰ ਇਹਨਾਂ ਨੇ ਖਿਲਾਰਿਆ ਸੀ ਪਾਰਟੀ ਨੇ, ਉਹ 1800 ਵੋਟਾਂ ਤੇ ਹਾਰਿਆ ਤੇ ਇਹਨਾਂ ਦੀ ਸਿਰਫ 150 ਵੋਟ ਦਾ ਆਜ਼ਾਦ ਫਰਕ ਰਹਿ ਗਿਆ। ਏਡੇ ਜਨਾਧਾਰ ਵਾਲੇ ਲੀਡਰ ਨੂੰ ਨਕਾਰਿਆ ਗਿਆ, ਖੁੱਡੇ ਲੈਣ ਲਾਇਆ ਗਿਆ, ਮੈਰਿਟ ਇਗਨੋਰ ਹੋਈ ਤੇ ਅੱਜ ਉਹ ਵੀ ਇਸ ਸਟੇਜ ਤੇ ਮੌਜੂਦ ਆ। ਮੇਰਾ ਵੀਰ ਅਮਨ ਹੈਰੀ 2 ਵਾਰੀ ਕਾਉਂਸਲਰ, ਇਸ ਵੇਲੇ ਮੌਜੂਦਾ ਕਾਉਂਸਲਰ ਆ। ਪੂਰੇ ਅੰਮ੍ਰਿਤਸਰ ਦੇ ਵਿੱਚ ਆਪਣੀ ਚੰਗਿਆਈ, ਆਪਣੀ ਬੋਲੀ, ਆਪਣੇ ਪਿਆਰ ਦੇ ਨਾਲ ਲੋਕਾਂ ਦਾ ਮਨ ਜਿੱਤਿਆ। ਅਮਨ ਹੈਰੀ ਜੀ ਨੇ ਅੱਜ ਉਹ ਵੀ ਸਟੇਜ ਦੇ ਉੱਤੇ ਮੌਜੂਦ ਆ। ਸੁਮੇਸ਼ ਸ਼ਾਸਤਰੀ ਜੀ, ਮੈਂਬਰ ਸਟੇਟ ਬੀਜੇਪੀ ਵਰਕਿੰਗ ਕਮੇਟੀ, ਐਕਸ ਡਿਸਟ੍ਰਿਕਟ ਵਾਈਸ ਪ੍ਰਧਾਨ ਯੁਵਾ ਮੋਰਚਾ ਗੁੜਗਾਉਂ ਤੋਂ, ਉਹ ਵੀ ਮੌਜੂਦ ਨੇ। ਵਿਕਰਮ ਲੱਕੀ ਜੀ ਜਗਰਾਉਂ ਤੋਂ, ਉਹ ਵੀ ਮੌਜੂਦ ਨੇ। ਵਿਕਰਮ ਲੱਕੀ ਜੀ ਜ਼ਿਲ੍ਹੇ ਦੇ ਕੈਸ਼ੀਅਰ ਬਠਿੰਡੇ ਦੇ, ਉਹ ਵੀ ਇੱਥੇ ਮੌਜੂਦ ਆ। ਵਿਕਰਮ ਹੈਰੀ ਜੀ ਜਿਹੜੇ ਸਟੇਟ ਦੇ ਯੁਵਾ ਮੋਰਚੇ ਦੇ ਸੈਕਟਰੀ ਰਹੇ ਆ, ਉਹ ਵੀ ਇਸ ਸਟੇਜ ਤੇ ਮੌਜੂਦ ਆ। ਪ੍ਰਭਜੀਤ ਰਟੌਲ ਐਕਸ ਕਾਉਂਸਲਰ, ਜਿਹੜੇ ਤਰਨਤਾਰਨ ਚ ਵਾਈਸ ਪ੍ਰਧਾਨ ਰਹੇ, ਸੀਨੀਅਰ ਵਾਈਸ ਪ੍ਰਧਾਨ ਰਹੇ ਮਿਊਨਿਸਪਲ ਕਮੇਟੀ ਦੇ, ਉਸ ਵੇਲੇ ਸੀਨੀਅਰ ਵਾਈਸ ਪ੍ਰਧਾਨ ਸੀ, ਪਰ ਉਸ ਦੌਰਾਨ ਹੀ, ਉਸ ਟੈਨਿਓਰ ਦੇ ਦੌਰਾਨ ਹੀ ਅੰਮ੍ਰਿਤਸਰ ਚ ਆ ਕੇ ਵੇਖੋ ਉਹਨਾਂ ਨੇ ਕਾਉਂਸਲਰ ਦੀ ਸੀਟ ਜਿੱਤੀ ਬਹੁਤ ਵੱਡੀ ਗਿਣਤੀ ਦੇ ਵਿੱਚ। ਐਕਸ ਕਾਉਂਸਲਰ ਪ੍ਰਭਜੀਤ ਰਟੌਲ, ਉਹ ਵੀ ਇੱਥੇ ਮੌਜੂਦ ਨੇ। ਤੇ ਮੈਂ ਜਿੰਨੀ ਕਰੀਮ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਅਸੀਂ ਇਸ ਪਰਿਵਾਰ ਦਾ ਹਿੱਸਾ ਬਣ ਚੁੱਕੇ ਹਾਂ ਹੁਣ, ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਇਸ ਕਰੀਮ ਇੱਥੇ ਸਟੇਜ ਦੇ ਉੱਤੇ ਬੈਠੀ ਆ। ਮੈਂ ਸਾਰਿਆਂ ਨੂੰ ਪਹਿਲਾਂ ਫਤਿਹ ਅਰਜ਼ ਕਰਦਾ। ਬੋਲੇ ਸੋ ਨਿਹਾਲ, ਜੈ ਸ਼੍ਰੀ ਰਾਮ, ਜੈਕਾਰਾ ਵੀਰ ਬਜਰੰਗੇ, ਬੋਲੇ ਸੋ ਨਿਹਾਲ, ਜੈਕਾਰਾ ਸ਼ੇਰਾਂ ਵਾਲੀ ਦਾ। ਇਹਨਾਂ ਸਾਡੇ ਇਸ਼ਟ, ਇਹਨਾਂ ਦੇ ਆਸ਼ੀਰਵਾਦ ਤੋਂ ਬਾਅਦ ਮੈਂ ਆਪਣੇ ਦਿਲ ਦੀ ਗੱਲ ਇੱਥੇ ਰੱਖਣੀ ਚਾਹੁੰਦਾ ਕਿ ਮੈਂ ਪਿੰਡ ਸੰਘੇ ਤੋਂ, ਮੇਰੇ ਫਾਦਰ ਟੀਚਰ ਸੀਗੇ, ਸਮੇਂ ਦੇ ਨਾਲ ਅਸੀਂ ਬਿਜ਼ਨਸ ਕੀਤਾ ਤਰਨਤਾਰਨ ਦੇ ਵਿੱਚ। ਮੈਂ ਸਮਾਜਿਕ ਕੰਮਾਂ ਦੇ ਵਿੱਚ ਆਇਆ, ਸਮਾਜ ਦੇ ਕੰਮ 'ਚ ਆਇਆ ਤੇ ਮੇਰਾ ਹੌਲੀ ਹੌਲੀ ਕਾਰੋਬਾਰ ਤੋਂ ਮਨ ਉਚਾਟ ਹੋਣ ਲੱਗ ਪਿਆ। ਬਹੁਤ ਲੰਬਾ ਚਿਰ ਸਮਾਜਿਕ ਜਥੇਬੰਦੀਆਂ 'ਚ ਕੰਮ ਕਰਦਾ ਹੋਇਆ, ਆਰਐਸਐਸ ਵਿੱਚ ਕੰਮ ਕਰਦਾ ਹੋਇਆ, ਭਾਰਤੀ ਜਨਤਾ ਪਾਰਟੀ 'ਚ 2000 ਸਨ ਦੇ ਵਿੱਚ ਮੈਂ ਆਇਆ। 85 ਤੋਂ ਮੈਂ ਸੰਗਠਨ ਦਾ ਕੰਮ ਸ਼ੁਰੂ ਕੀਤਾ ਸੀ ਤੇ ਮੈਂ 2000 ਸਨ ਤੋਂ ਲੈ ਕੇ ਅੱਜ ਤੱਕ, ਜੇ ਮੈਂ ਭਾਰਤੀ ਜਨਤਾ ਪਾਰਟੀ ਦੇ ਸਟੇਜ ਤੇ ਸੀਗਾ, ਉਸ ਮੰਚ ਤੇ ਸੀਗਾ, ਤੇ ਤਦ ਵੀ ਇੱਥੋਂ ਦਿਲੋਂ ਅੰਦਰੋਂ ਇਮਾਨਦਾਰੀ ਦੇ ਨਾਲ, ਸਮਰਪਣ ਦੇ ਨਾਲ ਰਾਤ ਦਿਨ ਇੱਕ ਕਰਕੇ ਪਾਰਟੀ ਦਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਮੁਸ਼ਕਲਾਂ, ਬਹੁਤ ਮੁਸੀਬਤਾਂ ਆਈਆਂ। ਆਤੰਕਵਾਦ ਦੇ ਵਿੱਚ ਮੇਰੇ ਪਿਤਾ ਜੀ ਆਤੰਕਵਾਦੀਆਂ ਦੀਆਂ ਗੋਲੀਆਂ ਦੇ ਨਾਲ ਸ਼ਹੀਦ ਹੋਏ, ਪਰ ਪਿੱਛੇ ਨਹੀਂ ਹਟੇ।
ਉਸ ਤੋਂ ਬਾਅਦ ਪਾਰਟੀ ਦੀ ਆਵਾਜ਼ ਉਠਾਉਂਦਿਆਂ ਸੰਗਠਨ ਦਾ ਕੰਮ ਕਰਦਿਆਂ ਕਈ ਵਾਰੀ ਟਕਰਾਅ ਹੋਇਆ, ਆਪਣੇ ਪਰਿਵਾਰਾਂ ਦੇ ਵਿੱਚ ਵੀ ਹੋਇਆ, ਪਿੱਛੇ ਨਹੀਂ ਹਟਿਆ। 2007 ਤੋਂ 2012 ਤੱਕ ਐਮਐਲਏ ਰਿਹਾ ਤੇ ਮੈਂ ਨਮਸਕਾਰ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਮੈਂ ਆਪਣੇ ਹਲਕੇ ਦੇ ਵਿੱਚ ਐਮਐਲਏ ਹੁੰਦਿਆਂ ਹੋਇਆ ਮੈਂ ਕਹਿ ਸਕਦਾ ਮੈਂ ਮੰਤਰੀਆਂ ਤੋਂ ਵੱਧ ਕੰਮ ਕੀਤਾ। ਜੋ ਕੰਮ ਮੈਂ ਲੈ ਕੇ ਆਉਂਦਾ ਸੀ ਲੋਕ ਹਿੱਤ ਵਿੱਚ ਹਮੇਸ਼ਾ ਲੈ ਕੇ ਆਉਂਦਾ ਸੀ, ਆਪਣੇ ਵਾਸਤੇ 1 ਪੈਸੇ ਦਾ ਕਦੀ ਕੰਮ ਹੈ। ਸੁਖਬੀਰ ਜੀ ਬੈਠੇ ਆ, ਵਿਕਰਮ ਜੀ ਬੈਠੇ ਆ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਿੰਡ ਬੈਠੇ ਆ, ਅਸੀਂ ਆਸ਼ੀਰਵਾਦ ਲੈ ਕੇ ਜਾਵਾਂਗੇ ਉਹਨਾਂ ਕੋਲੋਂ, ਕਿਉਂਕਿ ਬਹੁਤ ਕੁਝ ਸਿੱਖਿਆ ਉਹਨਾਂ ਕੋਲੋਂ, ਬਹੁਤ ਆਸ਼ੀਰਵਾਦ ਉਹਨਾਂ ਦਾ ਰਿਹਾ। ਭਾਵੇਂ ਜਿੱਦ ਕਰਕੇ, ਭਾਵੇਂ ਲੜ ਕੇ, ਜੋ ਏਜੰਡਾ ਹਲਕੇ ਦੇ ਵਿੱਚੋਂ ਲੈ ਕੇ ਆਉਂਦਾ ਸੀ ਉਹ ਪੂਰਾ ਕਰਵਾ ਕੇ ਖੜਦਾ ਸੀ। ਕਿਉਂਕਿ ਮੈਂ ਇਹ ਸਮਝਦਾ ਕਿ ਕੰਮ ਜਿੰਨਾ ਮਰਜ਼ੀ ਵੱਡਾ ਹੋਵੇ ਉਹਦੇ ਪਿੱਛੇ ਮਿਹਨਤ, ਇਮਾਨਦਾਰੀ ਤੇ ਸੱਚੀ ਲਗਨ ਦੇ ਨਾਲ ਲੱਗ ਜੇ ਤੇ ਕੋਈ ਕੰਮ ਔਖਾ ਨਹੀਂ। ਤੇ ਬਾਦਲ ਸਾਹਿਬ ਹਮੇਸ਼ਾ ਹੀ ਇਹ ਪਛਾਣਦੇ ਸੀ ਕਿ ਇਹ ਲੋਕਾਂ ਵਾਸਤੇ ਲੜ ਰਿਹਾ, ਇਹ ਲੋਕਾਂ ਵਾਸਤੇ ਲੜ ਰਿਹਾ। ਇਸ ਕਰਕੇ ਕਦੀ ਉਹਨਾਂ ਨੇ ਮੈਨੂੰ ਨਾ ਨਹੀਂ ਸੀ ਕੀਤੀ। ਏਡੇ ਏਡੇ ਵੱਡੇ ਪ੍ਰੋਜੈਕਟ, ਗੰਦੇ ਨਾਲੇ ਵਰਗੇ ਜਿਹੜੇ ਜਿਨ੍ਹਾਂ ਦੇ 25 ਕਰੋੜ ਰੁਪਈਆ ਲੱਗਾ ਸਿੰਗਲ ਪ੍ਰੋਜੈਕਟ ਤੇ ਬਾਦਲ ਸਾਹਿਬ ਕੋ ਲੈ ਕੇ ਜਿਹੜਾ ਨਰਕ 70 ਸਾਲ ਲੋਕਾਂ ਨੇ ਝੱਲਿਆ ਸੀ ਉਹ ਪੂਰਾ ਕਰਵਾਤਾ ਸੀ। ਹਾਲੇ ਐਮਐਲਏ ਉਦੋਂ ਸੀਗਾ ਮੈਂ, ਤੇ ਉਸ ਹਲਕੇ ਤੋਂ ਐਮਐਲਏ ਨਹੀਂ ਸੀ ਜਿੱਥੇ ਉਹ ਗੰਦਾ ਨਾਲਾ ਸੀ, ਅਗਲੀ ਡੀਲਿਮਿਟੇਸ਼ਨ 'ਚ ਉਹ ਬਣਿਆ ਸੀ। ਉਸ ਤੋਂ ਇਲਾਵਾ ਵਪਾਰੀਆਂ ਦੇ, ਇੰਡਸਟਰੀਸਟਾਂ ਦੇ ਜਿਹੜੇ ਵੀ ਕੰਮ ਸੀ, ਕਲੋਥ ਮਰਚੈਂਟ ਦੇ ਉੱਤੇ ਵੈਟ ਲੱਗ ਗਿਆ, ਸਾਰਾ ਪੰਜਾਬ ਆਇਆ। ਬਾਦ ਸਾਹਿਬ ਆਂਦੇ ਟੈਕਸ ਤੇ ਲੱਗਦੇ ਰਹਿੰਦੇ ਕਾਕਾ ਜੀ, ਬਾਕੀਆਂ ਨੂੰ ਵੀ ਲੱਗੇ ਆ, ਪਰ ਜਿੱਦ ਕਰ ਲਈ। ਇੱਕ ਬਾਪ ਵਾਂਗੂ ਜਿਸ ਤਰ੍ਹਾਂ ਬੱਚਾ ਜਿੱਦ ਕਰਦਾ ਤੇ ਇੱਕ ਬਾਪ ਨੂੰ ਉਹਦੀ ਗੱਲ ਮੰਨਣੀ ਪੈਂਦੀ ਆ। ਸਾਰੇ ਪੰਜਾਬ ਦਾ ਵੈਟ ਉਹਨਾਂ ਨੇ ਬਿਲਕੁਲ ਹੀ ਹਟਾਤਾ। ਵਪਾਰੀਆਂ, ਇੰਡਸਟਰੀਸਟਾਂ, ਟ੍ਰੇਡਰਾਂ ਵਾਸਤੇ, ਸ਼ਹਿਰੀ ਮੁੱਦਿਆਂ ਵਾਸਤੇ, ਪੰਜਾਬ ਦੇ ਹਿੰਦੂ ਕਮਿਊਨਿਟੀ ਦੇ ਮੁੱਦਿਆਂ ਵਾਸਤੇ, ਜਿਸ ਤਰ੍ਹਾਂ ਦੁਰਗਿਆਣੇ ਮੰਦਿਰ ਦੀ ਗੱਲ ਕੀਤੀ ਹੈ ਵਿਕਰਮ ਜੀ ਨੇ, ਗੁੱਟ ਤੋਂ ਫੜ ਕੇ ਲੈ ਕੇ ਜਾ ਕੇ ਸਾਡੇ ਡਿਪਟੀ ਸੀਐਮ ਸਾਹਿਬ ਸਤਿਕਾਰਯੋਗ ਸੁਖਬੀਰ ਸਿੰਘ ਬਾਦਲ ਜੀ, ਬਾਰਿਸ਼ ਪੈਂਦੀ ਸੀ ਮੈਨੂੰ ਯਾਦ ਆ, ਅਸੀਂ ਹੈਰੀਟੇਜ ਸਟਰੀਟ ਦਾ ਪ੍ਰੋਜੈਕਟ ਰਿਵਿਊ ਕਰਦੇ ਪਏ ਸੀ, ਉੱਥੇ ਚੈੱਕ ਕਰਦੇ ਪਏ ਸੀ ਕੰਮ। ਮੈਂ ਕਿਹਾ ਜੀ ਤੁਰੋ, ਆਂਦੇ ਬਾਰਿਸ਼ ਪੈਂਦੀ ਪਈ ਆ। ਮੈਂ ਕਿਹਾ ਕੋਈ ਗੱਲ ਨਹੀਂ। ਦੁਰਗਿਆਣਾ ਮੰਦਿਰ ਗਏ, 150 ਕਰੋੜ ਰੁਪਏ ਦਾ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਦਾ ਉਸੇ ਵੇਲੇ ਅਨਾਉਂਸ ਕੀਤਾ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਇੱਕ ਸੋਚ ਮੈਂ ਵੇਖੀ ਆ ਕਿ ਉਹ ਪੰਜਾਬ ਦੇ ਹਿੰਦੂ, ਸਿੱਖ, ਦਲਿਤ ਹਰ ਭਾਈਚਾਰੇ ਨੂੰ ਬਰਾਬਰੀ ਦੇ ਉੱਤੇ ਰੱਖਦੇ ਆ ਤੇ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੇ ਆ। ਇਸੇ ਸੋਚ ਕਰਕੇ ਅੱਜ ਮੈਂ ਇਸ ਸਟੇਜ ਤੇ ਖੜਾ, ਕਿਉਂਕਿ ਬਾਦਲ ਸਾਹਿਬ ਦਾ ਹਮੇਸ਼ਾ ਮੈਂ ਵੇਖਿਆ, ਬਾਦਲ ਸਾਹਿਬ ਦਾ ਸਭ ਤੋਂ ਪ੍ਰਾਇੋਰਟੀ ਉਹਨਾਂ ਦੀ ਜਿਹੜੀ ਹੁੰਦੀ ਸੀ ਉਹ ਪੰਜਾਬ ਦਾ ਭਾਈਚਾਰਾ, ਪੰਜਾਬ ਦਾ ਸੁਹਾਰਦ, ਪੰਜਾਬ ਦੀ ਸ਼ਾਂਤੀ ਹੁੰਦੀ ਸੀ ਹਮੇਸ਼ਾ। ਉਹਨਾਂ ਨੇ ਜਿੰਨੀਆਂ ਯਾਦਗਾਰਾਂ ਬਣਾਈਆਂ ਉਹਦੇ 'ਚ ਹਰ ਕਮਿਊਨਿਟੀ ਆਉਂਦੀ ਆ, ਉਹਦੇ 'ਚ ਹਰ ਵਰਗ ਆਉਂਦਾ, ਉਹਦੇ 'ਚ ਹਰ ਇਲਾਕਾ ਆਉਂਦਾ, ਹਰ ਇਲਾਕੇ ਨੂੰ ਨੁਮਾਇੰਦਗੀ, ਹਰ ਵਰਗ ਨੂੰ ਤੇ ਹਰ ਕਮਿਊਨਿਟੀ ਨੂੰ। ਇਹ ਉਹਨਾਂ ਦੀ ਸੋਚ ਜਿਹੜੀ ਆ ਅਸੀਂ ਸਭ ਨੇ ਅੱਗੇ ਲੈ ਕੇ ਜਾਣੀ ਆ। ਇਸ ਸੋਚ ਦੇ ਉੱਤੇ ਅਸੀਂ ਪਹਿਰਾ ਦੇਣਾ। ਮੈਂ ਮੰਤਰੀ ਬਣਿਆ, ਮੰਤਰੀ ਬਣਦਿਆਂ ਵੀ ਬਹੁਤ ਸਾਰੀਆਂ ਮੇਰੀਆਂ ਕੰਟਰੋਵਰਸੀਆਂ ਰਹੀਆਂ ਹੋਣਗੀਆਂ, ਕਿਉਂਕਿ ਮੈਨੂੰ ਐਮਐਲਏ ਬਣ ਗਿਆ, ਸਮਾਜਿਕ ਕੰਮਾਂ ਤੋਂ ਬਾਅਦ ਮਿਨਿਸਟਰ ਬਣ ਗਿਆ, ਪਰ ਸੰਘਰਸ਼ ਜਿਹੜਾ ਉਹ ਮੇਰੇ ਅੰਦਰ ਹਮੇਸ਼ਾ ਜਾਗਦਾ ਰਿਹਾ। ਸੰਘਰਸ਼ ਦਾ ਹਮੇਸ਼ਾ ਨਾਤਾ ਮੇਰੇ ਨਾਲ ਰਿਹਾ। ਭਾਵੇਂ ਬਹੁਤ ਵੱਡੀਆਂ ਮਿਨਿਸਟਰੀਆਂ ਸੀ ਮੇਰੇ ਕੋ, ਪਰ ਜਿੱਥੇ ਲੋਕਾਂ ਦੀ ਗੱਲ ਕਿਤੇ ਅੜਦੀ ਸੀ ਉੱਥੇ ਅਨਿਲ ਜੋਸ਼ੀ ਵੀ ਅੜਦਾ ਸੀ, ਭਾਵੇਂ ਸੀਐਮ ਸੀ, ਭਾਵੇਂ ਡਿਪਟੀ ਸੀਐਮ ਸਾਹਿਬ ਸਨ। ਅੱਜ ਅਸੀਂ ਇੱਕ ਪਰਿਵਾਰ 'ਚ ਆ ਤੇ ਮੈਨੂੰ ਇਹਨਾਂ ਦੀ ਇੱਕ ਗੱਲ ਕਿਸੇ ਨੇ ਸੁਣਾਈ। ਮੈਨੂੰ ਆਂਦੇ ਯਾਰ ਤੈਨੂੰ ਪਤਾ ਤੇਰੀ ਸੁਖਬੀਰ ਜੀ ਕਿੰਨੀ ਇੱਜ਼ਤ ਕਰਦੇ ਆ। ਮੈਂ ਕਿਹਾ ਮੈਂ ਤੇ ਛੋਟਾ ਭਰਾ ਉਹਨਾਂ ਦਾ, ਅਸੀਂ ਇਕੱਠਿਆਂ ਕੰਮ ਕੀਤਾ।
ਮੇਰੇ ਕੋਲ ਡਿਪਾਰਟਮੈਂਟ ਸੀ ਆਪਣਾ ਸ਼ਹਿਰੀ ਡਿਵੈਲਪਮੈਂਟ ਦਾ, ਇਸ ਕਰਕੇ ਰੋਜ਼ ਸਾਡਾ ਮੀਟਿੰਗਸ ਹੁੰਦੀਆਂ ਸੀ। ਰੋਜ਼ ਆਂਦੇ ਨਹੀਂ ਇੱਕ ਗੱਲ ਹੋ ਰਿਹਾ। ਮੈਂ ਕਿਹਾ ਉਹ ਕੀ? ਆਂਦੇ ਆ ਵੀ ਮੈਂ ਅਨਿਲ ਜੋਸ਼ੀ ਦੀ ਇਸ ਕਰਕੇ ਇੱਜ਼ਤ ਕਰਦਾ ਕਿ ਉਹ ਲੋਕਾਂ ਦੇ ਮੁੱਦਿਆਂ ਕਰਕੇ ਆਪਣੇ ਜਿਹੜੇ ਸ਼ਹਿਰਾਂ ਦੇ ਵਿੱਚ ਉਹ ਨੁਮਾਇੰਦਾ ਬਣ ਕੇ ਆਉਂਦਾ, ਉਹਨਾਂ ਵਪਾਰੀਆਂ ਇੰਡਸਟਰੀਸਟਾਂ ਕਰਕੇ ਇੰਨਾ ਕੁ ਸਟੈਂਡ ਲੈ ਜਾਂਦਾ ਕਿ ਸਾਨੂੰ ਝੁਕਣਾ ਪੈਂਦਾ, ਸਾਨੂੰ ਉਹਦਾ ਕੰਮ ਕਰਨਾ ਪੈਂਦਾ। ਇਸ ਕਰਕੇ ਉਹਦੀ ਮੈਂ ਇੱਜ਼ਤ ਕਰਦਾ ਕਿ ਉਹ ਹਮੇਸ਼ਾ ਲੋਕ ਹਿੱਤ ਦੇ ਵਿੱਚ ਖੜਾ ਰਹਿੰਦਾ, ਕਦੀ ਆਪਣਾ ਕੰਮ ਨਹੀਂ ਲੈ ਕੇ ਆਇਆ। ਇਹ ਸਾਰੀਆਂ ਗੱਲਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਉਹੀ ਪਰਿਵਾਰ ਜਿਹੜਾ ਬੀਜੇਪੀ 'ਚ ਰਹਿੰਦੇ ਹੋਇਆ ਅਸੀਂ ਇਕੱਠੇ ਬੈਠਦੇ ਸੀ, ਭਾਵੇਂ ਸਮਝੌਤੇ ਕਰਕੇ ਆਉਂਦੇ ਸੀ, ਸਮਝੌਤਾ ਟੁੱਟ ਗਿਆ ਪਰ ਅਸੀਂ ਉਹ ਪਰਿਵਾਰ ਨਹੀਂ ਟੁੱਟਣ ਦੇਣਾ। ਇਹ ਸੋਚ ਲੈ ਕੇ ਅੱਜ ਇਹ ਸਾਰੇ ਮੇਰੇ ਸਾਥੀ ਇਸ ਸਟੇਜ ਤੇ ਆ। ਬਾਦਲ ਸਾਹਿਬ ਦੀ ਉਸ ਸੋਚ ਦੇ ਉੱਤੇ ਪਹਿਰਾ ਦੇਣ ਵਾਸਤੇ ਕਿ ਪੰਜਾਬ ਕਿਸੇ ਇੱਕ ਕਮਿਊਨਿਟੀ ਦਾ ਨਹੀਂ, ਕਿਸੇ ਇੱਕ ਵਰਗ ਦਾ ਨਹੀਂ, ਇੱਕ ਕਮਿਊਨਿਟੀ ਦਾ ਨਹੀਂਗਾ। ਨਾ ਪੰਜਾਬ ਸਿੱਖਾਂ ਦਾ, ਨਾ ਪੰਜਾਬ ਹਿੰਦੂਆਂ ਦਾ, ਨਾ ਦਲਿਤਾਂ ਦਾ, ਨਾ ਕਿਸੇ ਹੋਰ ਵਰਗ ਦਾ। ਪੰਜਾਬ ਸਭ ਪੰਜਾਬੀਆਂ ਦਾ, ਪੰਜਾਬ ਹਰ ਵਰਗ ਦਾ। ਓਨਾ ਹੀ ਪੰਜਾਬ ਸਿੱਖਾਂ ਦਾ, ਓਨਾ ਹੀ ਪੰਜਾਬ ਹਿੰਦੂਆਂ ਦਾ, ਓਨਾ ਹੀ ਪੰਜਾਬ ਦਲਿਤਾਂ ਦਾ ਤੇ ਓਨਾ ਹੀ ਪੰਜਾਬ ਬਾਕੀ ਵਰਗਾਂ ਦਾ। ਇਸ ਸੋਚ ਦੇ ਅੱਗੇ ਮੇਰਾ ਨਤਮਸਤਕ ਹੋਣਾ ਤੈਅ ਸੀ, ਕਿਉਂਕਿ ਮੈਂ ਹਰ ਟਾਈਮ ਜ਼ਮੀਰ ਤੋਂ ਕੰਮ ਕੀਤਾ। ਜਦੋਂ ਮੈਨੂੰ ਪਾਰਟੀ ਚੋਂ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਵਾਸਤੇ ਕੱਢਿਆ ਗਿਆ, ਮੈਨੂੰ ਬਹੁਤ ਸਾਰੇ ਫੋਨ ਸੈਂਟਰ ਤੋਂ ਵੀ ਆਏ ਹੋਣਗੇ, ਆਪਣੀ ਪਾਰਟੀ ਦੇ ਲੋਕਾਂ ਦੇ ਵੀ, ਇੱਥੋਂ ਪੰਜਾਬ ਚੋਂ ਵੀ ਆਏ ਹੋਣਗੇ। ਬਹੁਤ ਸਾਰੇ ਲੋਕਾਂ ਨੇ, ਮੇਰੇ ਸਾਥੀਆਂ ਨੇ ਮੇਰੇ ਤੱਕ ਪਹੁੰਚ ਕੀਤੀ ਹੋਊਗੀ। ਪਰ ਮੈਂ ਜੋ ਕਿਹਾ ਸੀ, ਜੋ ਅਲਟੀਮੇਟਮ ਦਿੱਤਾ ਸੀ, ਮੈਂ ਕਿਹਾ ਉਹ ਪੂਰਾ ਕਰ ਦਿਓ। ਮੈਂ ਹੱਥ ਜੋੜ ਕੇ ਆ ਜਾਊਂਗਾ, ਮੈਂ ਕੋਈ ਇਲੈਕਸ਼ਨ ਨਹੀਂ ਲੜਦਾ, ਮੈਂ ਮਾਫੀ ਮੰਗ ਕੇ ਆ ਜਾਊਂਗਾ। ਕਿਸਾਨਾਂ ਨੂੰ ਉੱਥੋਂ ਸੈਟੀਸਫਾਈਡ ਕਰਕੇ ਹੱਸਦੇ ਖੇਡਦੇ ਉਹਨਾਂ ਬਾਰਡਰਾਂ ਤੋਂ ਘਰਾਂ ਨੂੰ ਤੋਰੋ। 1 ਸਾਲ ਹੋ ਗਿਆ, 600 ਦੇ ਕਰੀਬ ਸ਼ਹੀਦ ਹੋ ਗਏ। ਆਪਣੇ ਭਰਾ ਵਾ, ਹਾਂ ਦਾ ਨਾਰਾ ਮਾਰੋ ਜਿਹੜੇ ਉੱਥੇ ਸ਼ਹੀਦ ਹੋਏ, ਕਿਉਂਕਿ ਕੋਈ ਵੀ ਬੰਦਾ ਕਿਸੇ ਕਾਮਨ ਪ੍ਰੋਗਰਾਮ ਵਾਸਤੇ, ਕਿਸੇ ਕਾਮਨ ਸੰਘਰਸ਼ ਵਾਸਤੇ, ਕਮਿਊਨਿਟੀ ਦੇ, ਸਮਾਜ ਦੇ ਸੰਘਰਸ਼ ਵਾਸਤੇ, ਆਪਣੇ ਸੂਬੇ, ਆਪਣੇ ਦੇਸ਼ ਦੇ ਸੰਘਰਸ਼ ਵਾਸਤੇ ਜੇ ਜਾਨ ਦਿੰਦਾ ਤੇ ਉਹ ਸ਼ਹੀਦ ਹੁੰਦਾ। ਮੈਂ ਕਿਹਾ ਉਹਨਾਂ ਸ਼ਹੀਦਾਂ ਵਾਸਤੇ ਹਾਂ ਦਾ ਨਾਰਾ ਮਾਰੋ। ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਇਹ ਕਿਉਂ ਮਾਰਿਆ। ਆਓ ਚੱਲੀਏ, ਪੰਜਾਬ ਦੇ ਸਾਰੇ ਲੀਡਰਸ ਇਕੱਠੇ ਕਰੋ, ਦਿੱਲੀ ਚੱਲੀਏ, ਹਿੱਕ ਢਾ ਕੇ ਜਾ ਕੇ ਕਹੀਏ ਕਿ ਸਾਡੇ ਭਰਾਵਾਂ ਨੂੰ ਅੰਨਦਾਤਾ ਜਿਹਨੂੰ ਕਹਿੰਦੇ ਤੇ ਹੈ, ਪਰ ਉਹ ਬਾਰਡਰ ਤੇ ਬੈਠੇ ਆ। ਧੁੱਪਾਂ, ਗਰਮੀ, ਸਰਦੀ, ਹੱਡ ਚੀਰਵੀਂ ਠੰਡ, ਨੇਰੀ ਝੱਖੜ ਸਭ ਕੁਝ ਚੱਲ ਲਿਆ। ਉਹਨਾਂ ਨੇ ਇੰਨੇ ਸ਼ਹੀਦ ਹੋ ਗਿਆ, ਉਹਨਾਂ ਨੂੰ ਠਾ ਕੇ ਉਹਨਾਂ ਨੂੰ ਸੈਟੀਸਫਾਈਡ ਕਰਕੇ ਭੇਜੋ ਕਰ। ਪਰ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕੀ। ਅਖੀਰ ਮੀਡੀਆ ਦੇ ਵਿੱਚ ਓਪਨ ਇਹਨਾਂ ਗੱਲਾਂ ਤੋਂ ਕਰਦਿਆਂ ਸੀਨੇ ਤੇ ਆਉਂਦੇ ਰਹੇ, ਪਰ ਆਪਣੀ ਗੱਲ ਤੋਂ ਟਸ ਤੋਂ ਮਸ ਕੋਈ ਨਹੀਂ ਹੋਇਆ। ਨੈਗਲੀਜੈਂਸੀ ਸੀ ਜਿਨ੍ਹਾਂ ਦੇ ਪੰਜਾਬ ਦੇ ਲੀਡਰਾਂ ਦੀ, ਕਿਉਂਕਿ ਇਹ ਜਦੋਂ ਪੰਜਾਬ ਦੀ ਧਰਤੀ ਤੇ ਬਾਰਡਰਾਂ ਦੇ ਉੱਤੇ ਟੋਲ ਬੈਰੀਅਰਾਂ ਤੇ ਸਟੇਸ਼ਨਾਂ ਤੇ ਬੈਠੇ ਸੀ, ਬਹੁਤ ਛੋਟੀ ਜੀ ਗੱਲ ਦੇ ਨਾਲੇ ਮਸਲਾ ਹੱਲ ਹੁੰਦਾ ਸੀ। ਇਹ ਮਸਲਾ ਨੈਸ਼ਨਲ ਇੰਟਰਨੈਸ਼ਨਲ ਨਹੀਂ ਸੀ ਬਣਨਾ, ਪਰ ਉਹਨਾਂ ਨੂੰ ਉੱਥੇ ਜਾਣ ਦਿੱਤਾ ਗਿਆ। ਝੂਠ ਬੋਲਦੇ ਰਹੇ ਸਾਡੇ ਲੀਡਰ ਕਿ ਲੋਕ ਬਹੁਤ ਖੁਸ਼ ਹੋ ਰਹੇ ਇਹਨਾਂ ਐਕਟਾਂ ਪਿੱਛੇ, ਇਹਨਾਂ ਕਾਨੂੰਨਾਂ ਤੋਂ ਬਹੁਤ ਖੁਸ਼ ਹੋ ਰਹੇ ਲੋਕ, ਸਾਨੂੰ ਸਨਮਾਨਿਤ ਕਰ ਰਹੇ ਆ ਲੋਕ। ਟੀਵੀ ਅੱਗੇ ਪਾਉਂਦੇ ਰਹੇ ਵਰਚੁਅਲ ਮੀਟਿੰਗਾਂ ਦੇ ਅੱਗੇ, ਤੇ ਵਰਚੁਅਲ ਮੀਟਿੰਗਾਂ ਤੇ ਬਹਾ ਕੇ ਕਈਆਂ ਨੂੰ, ਮੇਰੇ ਵਰਗਿਆਂ ਨੂੰ ਪੱਗਾਂ ਬਣਾ ਕੇ ਬਹਾ ਕੇ, ਤੇ ਮੰਤਰੀਆਂ ਨੂੰ ਕਹਿੰਦੇ ਰਹੇ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ, ਗੁੰਮਰਾਹ ਕਰਦੇ ਰਹੇ। ਨਹੀਂ ਤੇ ਜੇ ਸਹੀ ਫੀਡਬੈਕ ਦਿੰਦੇ ਤੇ ਪੰਜਾਬ ਦੇ ਕਿਸਾਨਾਂ ਨੂੰ ਇੰਨੀਆਂ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ, ਇੰਨਾ ਚਿਰ ਬਾਰਡਰਾਂ ਤੇ ਰੁਲਣਾ ਨਾ ਪੈਂਦਾ, ਤੇ ਉਹ ਆਪਣੇ ਘਰਾਂ 'ਚ ਕੰਮ ਕਰਦੇ ਹੁੰਦੇ। ਤੇ ਇਹ ਮਸਲਾ ਨੈਸ਼ਨਲ ਜਾਂ ਇੰਟਰਨੈਸ਼ਨਲ ਪੂਰੀ ਦੁਨੀਆ ਦੇ ਵਿੱਚ ਜਿਹੜੇ ਪ੍ਰੋਟੈਸਟ ਹੁੰਦੇ ਆ ਉਹ ਨਾ ਹੁੰਦੇ, ਤੇ ਜਿਹੜਾ ਕੰਮ ਮੋਦੀ ਸਾਹਿਬ ਨੇ ਦੁਨੀਆ ਦੇ ਵਿੱਚ ਝੰਡਾ ਗੱਡਿਆ ਸੀ, ਉਹ ਜਿਹੜਾ ਵਾ, ਜਿਹੜੀ ਨਮੋਸ਼ੀ ਪੰਜਾਬ ਦੀ ਲੀਡਰਸ਼ਿਪ ਕਰਕੇ ਹੋਈ, ਉਹ ਨਾ ਹੁੰਦੀ। ਪਰ ਇਹਨਾਂ ਪੰਜਾਬ ਦੇ ਲੀਡਰਾਂ ਦੇ ਕੰਨ ਤੇ ਜੂੰ ਤੇ ਨਹੀਂ ਸਰਕੀ। ਮੈਨੂੰ ਤੇ ਪਾਰਟੀ ਚੋਂ ਕੱਢ ਦਿੱਤਾ ਗਿਆ, ਪਰ ਮੈਂ ਜਦੋਂ ਵੀ ਕਿਸੇ ਡਿਬੇਟ 'ਚ ਗਿਆ,
ਜਦੋਂ ਵੀ ਕਿਸੇ ਇੰਟਰਵਿਊ 'ਚ ਗਿਆ, ਮੈਨੂੰ ਜਦੋਂ ਸਵਾਲ ਪੁੱਛਿਆ ਜਾਂਦਾ ਸੀ ਕਿ ਅਗਲਾ ਤੁਹਾਡਾ ਰਸਤਾ ਕੀ ਹੋਊਗਾ, ਮੈਂ ਕਿਹਾ ਰਾਜਨੀਤੀ ਕਰਦੇ ਆ, ਰਾਜਨੀਤੀ ਤੇ ਕਰਨੀ ਆ। ਫਿਰ ਕਿਹੜੀ ਪਾਰਟੀ 'ਚ ਜਾਓਗੇ? ਮੈਂ ਕਿਹਾ ਦਿੱਲੀ ਤੋਂ ਬੜੇ ਖਫਾ ਹੋ ਗਏ ਹੁਣ। ਅੱਜ 90% ਮੈਂ ਕਿਹਾ ਬੀਜੇਪੀ ਦਾ ਵਰਕਰ ਚਾਹੁੰਦਾ ਕਿ ਕਿਸਾਨਾਂ ਦੀ ਸੈਟੀਸਫੈਕਸ਼ਨ ਹੋਵੇ, ਕਿਸਾਨ ਖੁਸ਼ੀ-ਖੁਸ਼ੀ ਘਰ ਜਾਣ, ਇਹ ਮਸਲਾ ਹੱਲ ਹੋਵੇ। ਜੋ ਬੀਜੇਪੀ ਦੇ ਵਰਕਰਾਂ ਦਾ ਉਤਪੀੜਨ ਹੋ ਰਿਹਾ ਉਹ ਰੁਕੇ, ਪਰ ਉਹ ਬੋਲ ਨਹੀਂ ਸਕਦਾ ਕਿਉਂਕਿ ਹੁਕਮ ਦਿੱਲੀੋਂ ਆਉਣਾ। ਤੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਲੀਡਰ ਬੈਠੇ ਆ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਜੋ ਦਿੱਲੀੋਂ ਹੁਕਮ ਆਉਂਦਾ ਤੋਤੇ ਵਾਂਗੂ ਬੋਲਦੇ ਆ। ਦੂਜੀ ਪਾਰਟੀ ਕਾਂਗਰਸ ਆ। ਮੈਂ ਕਿਹਾ ਕਾਂਗਰਸ ਸਿੱਧੂ ਤੁਰਿਆ ਜਾਂਦਾ, ਕਦੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ, ਕਮੇਟੀ ਬਣ ਜਾਂਦੀ ਆ। ਕੈਪਟਨ ਤੁਰਿਆ ਜਾਂਦਾ, ਉਹੀ ਕਮੇਟੀ, ਉਹੀ 3 ਜਾਣੇ। ਉਹਨਾਂ ਨੂੰ ਕੀ ਤੇ ਮੋਹ ਆ ਪੰਜਾਬ ਦੀ ਧਰਤੀ ਦੇ ਨਾਲ, ਉਹਨਾਂ ਨੂੰ ਕੀ ਤੇ ਆ ਇਹਨਾਂ ਮੁੱਦਿਆਂ ਦੇ ਨਾਲ, ਪੰਜਾਬ ਦੇ ਨਾਲ, ਉਹਨਾਂ ਨੂੰ ਕੀ ਦਰਦ ਆ ਪੰਜਾਬ ਦੇ ਲੋਕਾਂ ਦਾ। ਤੀਜੀ ਪਾਰਟੀ ਆ ਗਈ ਜਿਹੜੀ ਰਿਮੋਟ ਦੇ ਨਾਲ ਪੰਜਾਬ ਦੇ ਵਿੱਚ ਐਮਐਲਏ ਦੇ ਬਣਾਉਣਾ ਚਾਹੁੰਦੀ ਆ, ਪਰ ਬਣਾ ਕੇ ਰੱਖਣਾ ਚਾਹੁੰਦੀ ਆ ਉਹਨਾਂ ਨੂੰ ਮੁਲਾਜ਼ਮ, ਯੈਸ ਸਰ ਵਾਲੇ ਮੁਲਾਜ਼ਮ। ਤੇ ਜਿਹੜਾ ਵੀ ਆਪਣੀ ਮਨ ਦੀ ਗੱਲ ਪੰਜਾਬ ਬਾਰੇ ਕਹਿਣ ਵਾਲਾ ਲੀਡਰ ਆ, ਗਿਆ ਤੇ ਵਾਪਸ ਆਇਆ, ਗਿਆ ਤੇ ਵਾਪਸ ਆਇਆ, ਗਿਆ ਤੇ ਵਾਪਸ ਆਇਆ। ਇੱਕ ਵੀ ਪੰਜਾਬ ਦੀ ਗੱਲ ਰੱਖਣ ਵਾਲਾ, ਬੋਲਣ ਵਾਲਾ ਲੀਡਰ ਉਸ ਪਾਰਟੀ 'ਚ ਟਿਕ ਨਹੀਂ ਸਕਿਆ, ਕਿਉਂਕਿ ਦਿੱਲੀੋਂ ਰਿਮੋਟ ਚੱਲਣਾ ਤੇ ਹੁਕਮ ਦਿੱਲੀੋਂ ਆਉਣਾ। ਫਿਰ ਮੈਨੂੰ ਆਂਦੇ ਰਹਿ ਗਈ ਸ਼੍ਰੋਮਣੀ ਅਕਾਲੀ ਦਲ, ਇੱਕੋ ਇੱਕ ਰੀਜਨਲ ਪਾਰਟੀ ਆ। ਮੈਂ ਕਿਹਾ ਬਿਲਕੁਲ, ਮੈਂ ਕਿਹਾ ਅਸੀਂ ਸਮਝੌਤੇ 'ਚ ਉਹਨਾਂ ਦੇ ਨਾਲ ਰਹੇ ਆ, ਪਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਸੀ ਤੇ ਇੱਕ ਸੈਕੂਲਰ ਫੇਸ ਪੰਜਾਬ ਦੇ ਵਿੱਚ ਨਜ਼ਰ ਆਉਂਦਾ ਸੀ, ਹਿੰਦੂ ਸਿੱਖ ਭਾਈਚਾਰੇ ਦਾ ਫੇਸ ਨਜ਼ਰ ਆਉਂਦਾ ਸੀ, ਨੌ ਮਾਸ ਦੇ ਰਿਸ਼ਤੇ ਦਾ ਫੇਸ ਨਜ਼ਰ ਆਉਂਦਾ ਸੀ। ਅਗਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਫੇਸ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਇਸ ਸ਼ਾਂਤੀ ਭਾਈਚਾਰੇ ਵਾਸਤੇ ਇੱਕ ਏਜੰਡੇ ਦੇ ਉੱਤੇ ਆਉਂਦੀ ਆ ਤੇ ਮੈਂ ਅਕਾਲੀ ਦਲ ਦੇ ਵਿੱਚ ਜਾਊਂਗਾ। ਮੈਂ ਸੁਖਬੀਰ ਜੀ ਦੇ ਨਾਲ ਬਹੁਤ ਮੀਟਿੰਗਾਂ ਕੀਤੀਆਂ, ਬਾਕੀ ਲੀਡਰਾਂ ਦੇ ਨਾਲ ਵੀ ਕੀਤੀਆਂ। ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ, ਢਿੱਲੋਂ ਸਾਹਿਬ, ਰਖੜਾ ਸਾਹਿਬ, ਸਾਰੇ ਅਸੀਂ ਦੋਸਤ ਆ, ਇਕੱਠੇ ਰਹੇ ਆ। ਮੈਨੂੰ ਅੱਜ ਦੀ ਡੇਟ ਤੇ ਵੀ ਇਸ ਸਟੇਜ ਦੇ ਉੱਤੇ ਖਲੋ ਕੇ ਓਪਰਾਪਨ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇਸੇ ਪਰਿਵਾਰ 'ਚ 10 ਸਾਲ ਰਹੇ ਆ। ਇਹੀ ਐਮਐਲਏ ਸੀ, ਇਹੀ ਮੰਤਰੀ ਸੀ, ਇਹੋ ਹੀ ਹਾਸਾ ਖੇਡਾ ਸੀ। ਉੱਥੇ ਕੰਟੀਨ 'ਚ ਵਿਧਾਨ ਸਭਾ ਦੀ ਵਿੱਚ ਬਹਿ ਕੇ ਚਾਹ ਪੀਂਦੇ ਸੀ ਤੇ ਕੋਠੀਆਂ ਲਾਗੇ ਸੀ। ਡਿਨਰ ਵੀ ਬਹੁਤ ਵਾਰੀ ਅਸੀਂ ਇਕੱਠਾ ਕਰਦੇ ਸੀ। ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਸੀ, ਵਿਧਾਨ ਸਭਾ ਤੋਂ ਬਾਹਰ, ਕੈਬਨਿਟ ਤੋਂ ਬਾਹਰ, ਤੇ ਲੋਕਾਂ ਵਾਸਤੇ, ਉਹਨਾਂ ਦੀ ਸੁੱਖ ਸਹੂਲਤ ਵਾਸਤੇ ਅਸੀਂ ਸਲਾਹਾਂ ਕਰਦੇ ਸੀ। ਇਸ ਕਰਕੇ ਮੈਨੂੰ ਕੋਈ ਉਪਰਾਪਨ ਨਜ਼ਰ ਨਹੀਂ ਆ ਰਿਹਾ। ਮੀਟਿੰਗਸ ਹੋਈਆਂ ਸੁਖਬੀਰ ਜੀ ਦੇ ਨਾਲ, ਉਹਨਾਂ ਨੇ ਵੀ ਉਹ ਵਚਨ ਦੁਹਰਾਇਆ ਜਿਹੜਾ ਬਾਦਲ ਸਾਹਿਬ ਦਾ ਸੀ ਕਿ ਅਨਿਲ, ਜੋ ਬਾਦਲ ਸਾਹਿਬ ਦਾ ਸੁਪਨਾ, ਜੋ ਅੱਜ ਵੀ ਉਹ ਸੋਚਦੇ ਆ, ਤੇ ਜਦੋਂ ਪਹਿਲੀ ਗੱਲ ਕਰਦੇ ਆ, ਇੱਕੋ ਮੈਨੂੰ ਗੱਲ ਕਹਿੰਦੇ ਆ ਕਿ ਪੰਜਾਬ ਦਾ ਭਾਈਚਾਰਾ, ਪੰਜਾਬ ਦੀ ਸ਼ਾਂਤੀ, ਪੰਜਾਬ ਦਾ ਸੁਹਾਰਦ ਸਭ ਤੋਂ ਉੱਪਰ ਆ, ਇਹ ਕਿਸੇ ਕੀਮਤ ਤੇ ਟੁੱਟਣ ਨਹੀਂ ਦੇਣਾ, ਇਹ ਕਿਸੇ ਕੀਮਤ ਤੇ ਟੁੱਟਣ ਨਹੀਂ ਦੇਣਾ। ਤੇ ਮੈਨੂੰ ਆਂਦੇ ਤੁਸੀਂ ਆਓ, ਆਪਾਂ ਇਹੋ ਜਿਹਾ ਪ੍ਰਯਾਸ ਕਰੀਏ, ਆਪਾਂ ਇਹੋ ਜਿਹਾ ਸਰੂਪ ਬਣਾਈਏ ਪੰਜਾਬ ਦੇ ਵਿੱਚ, ਕਿਉਂਕਿ ਬਸਪਾ ਦੇ ਨਾਲ ਗੱਠਜੋੜ ਕਰਕੇ ਦਲਿਤ ਭਾਈਚਾਰਾ, ਤੇ ਅੱਜ ਇਸ ਸਟੇਜ ਦੇ ਉੱਤੇ ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਸਾਡੇ ਸਾਥੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਰਿਵਾਰ ਬਣ ਕੇ ਅਸੀਂ ਬੈਠੇ ਆ ਤੇ ਇੱਥੋਂ ਸੰਕਲਪ ਕਰਦੇ ਆ ਕਿ ਸਭ ਤੋਂ ਪਹਿਲਾਂ ਉਹੀ ਏਜੰਡਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਦਾ ਏਜੰਡਾ, ਉਹਨਾਂ ਕੋ ਆਸ਼ੀਰਵਾਦ ਵੀ ਲਵਾਂਗੇ, ਉਹਨਾਂ ਕੋ ਸਿਰ ਤੇ ਹੱਥ ਵੀ ਰਖਾਵਾਂਗੇ, ਤੇ ਨਾਲ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਸੰਕਲਪ ਕਰਾਂਗੇ ਕਿ ਪੰਜਾਬ ਦੀ ਸ਼ਾਂਤੀ, ਭਾਈਚਾਰਾ, ਪੰਜਾਬ ਦਾ ਸੁਹਾਰਦ, ਪੰਜਾਬ ਦਾ 9 ਮਾਸ ਦਾ ਰਿਸ਼ਤਾ ਕਿਸੇ ਕੀਮਤ ਦੇ ਉੱਤੇ ਟੁੱਟਣ ਨਹੀਂ ਦਿੱਤਾ ਜਾਊਗਾ, ਕਿਸੇ ਕੀਮਤ ਤੇ ਇਹਦੇ 'ਚ ਦਰਾਰ ਨਹੀਂ ਆਉਣ ਦਿੱਤੀ ਜਾਊਗੀ। ਤੇ ਮੈਂ ਪੰਜਾਬ ਦੇ ਹਿੰਦੂਆਂ ਨੂੰ, ਕਿਉਂਕਿ ਮੈਂ ਕਿਸੇ
ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ, ਪਰ ਮੈਂ ਸ਼ਹਿਰਾਂ 'ਚੋਂ ਆਉਣਾ। ਅਸੀਂ ਵਪਾਰੀਆਂ, ਇੰਡਸਟਰੀਸਟਾਂ, ਸ਼ਹਿਰੀਆਂ ਦੀ ਨੁਮਾਇੰਦਗੀ ਕਰਦੇ ਆ, ਤੇ ਮੇਰੇ ਜਿਹੜੇ ਸਾਥੀ ਬੈਠੇ ਆ ਇਹ ਵੀ ਸਾਰੇ ਸ਼ਹਿਰਾਂ ਦੀ ਨੁਮਾਇੰਦਗੀ ਕਰਨ ਵਾਲੇ ਆ। ਮੈਂ ਇਹ ਆਪਣੇ ਸਾਥੀਆਂ ਦੇ ਨਾਲ ਸੰਕਲਪ ਕਰਦਾ ਕਿ ਪੰਜਾਬ ਦੀ ਇੰਡਸਟਰੀ, ਪੰਜਾਬ ਦਾ ਵਪਾਰ, ਪੰਜਾਬ ਦੇ ਹਿੰਦੂਆਂ ਦੇ ਮੁੱਦੇ, ਉਹਨਾਂ ਦੇ ਉੱਤੇ ਇੱਥੋਂ ਦਿਲੋਂ ਪਹਿਰਾ ਦਊਂਗਾ, ਦਿਲੋਂ। ਸੁਖਬੀਰ ਜੀ ਨੇ ਮੈਨੂੰ ਅਸ਼ੋਰੈਂਸ ਦੇ ਦਿੱਤੀ ਆ, ਬਾਦਲ ਜੀ ਦਾ ਪਹਿਲਾਂ ਹੀ ਇਹ ਸੁਪਨਾ ਵਾ, ਤੇ ਅਸੀਂ ਰਲ ਕੇ ਇੱਕ ਐਸਾ ਖੁਸ਼ਹਾਲ ਪੰਜਾਬ ਬਣਾਵਾਂਗੇ, ਐਸਾ ਵਾਤਾਵਰਣ ਤਿਆਰ ਕਰਾਂਗੇ, ਐਸਾ ਸ਼ਾਂਤੀ ਵਾਲਾ ਵਾਤਾਵਰਣ ਤਿਆਰ ਕਰਾਂਗੇ ਕਿ ਜਿਹਦੇ ਵਿੱਚ ਇੰਡਸਟਰੀ, ਵਪਾਰ ਪ੍ਰਫੁੱਲਤ ਹੋਵੇ, ਤੇ ਉਹਨਾਂ ਦਾ ਇੱਕ ਇੱਕ ਮਸਲਾ ਜਿਹੜਾ ਪਹਿਲਾਂ ਹੀ ਇੱਕ ਫੋਨ ਆਉਂਦਾ ਸੀ, ਅਸੀਂ ਕਹਿੰਦੇ ਸੀ ਆਜੋ ਚੰਡੀਗੜ੍ਹ, ਤੇ ਨਾਲ ਹੀ ਬਾਦਲ ਸਾਹਿਬ ਨੂੰ, ਸੁਖਬੀਰ ਜੀ ਨੂੰ 1 ਮਿੰਟ ਦੇ ਵਿੱਚ ਮਿਲਾ ਦਈਦਾ ਸੀ ਤੇ ਮਸਲਾ ਹੱਲ ਕਰਾ ਦਈਦਾ ਸੀ। ਦਿੱਲੀ ਵੱਲੋਂ ਕੋਈ ਹੁਕਮ ਨਹੀਂ ਸੀ ਆਉਂਦਾ। ਹੁਣ ਵੀ ਇਹੋ ਇੰਸ਼ੋਰੈਂਸ ਦਵਾਉਣਾ, ਜਦੋਂ ਵੀ ਤੁਹਾਡਾ ਪੰਜਾਬ ਦੇ ਸ਼ਹਿਰੀਆਂ ਦਾ, ਪੰਜਾਬ ਦੇ ਇੰਡਸਟਰੀਸਟਾਂ, ਵਪਾਰੀਆਂ, ਜਾਂ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਕਿਸੇ ਤਰ੍ਹਾਂ ਦੇ ਵੀ ਮਸਲੇ ਦਾ ਸੁਨੇਹਾ ਆਊਗਾ, ਉਸੇ ਵੇਲੇ ਮੀਟਿੰਗ ਤੈਅ ਹੋਊਗੀ, ਉਸੇ ਵੇਲੇ ਆਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਮਸਲੇ ਸਕਿੰਟਾਂ, ਮਿੰਟਾਂ, ਇੱਕ ਦਿਨ ਦੇ ਵਿੱਚ ਹੱਲ ਹੋਣਗੇ, ਕਿਉਂਕਿ ਸਾਨੂੰ ਪੰਜਾਬੀਆਂ ਨੂੰ, ਇਹ ਪੰਜਾਬੀਆਂ ਦੀ ਪਾਰਟੀ ਆ, ਇਹ ਪੰਜਾਬ ਦੀ ਪਾਰਟੀ ਆ, ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਪਾਰਟੀ ਆ। ਇਹਨੂੰ ਦਿੱਲੀ ਵੱਲ ਵੇਖਣ ਦੀ, ਦਿੱਲੀੋਂ ਹੁਕਮ ਲੈਣ ਦੀ ਕੋਈ ਜ਼ਰੂਰਤ ਨਹੀਂ। ਅਸੀਂ ਬਹਿ ਕੇ ਮੌਕੇ ਦੇ ਉੱਤੇ ਉਹ ਹੱਲ ਕਰਿਆ ਕਰਾਂਗੇ। ਇਹ ਅਸ਼ੋਰੈਂਸ ਮੈਂ ਆਪਣੇ ਵੱਲੋਂ ਸਭ ਨੂੰ ਦਿਵਾਉਣਾ, ਤੇ ਸਭ ਨੂੰ ਮੈਂ ਧੰਨਵਾਦ ਦੇਣਾ ਕਿ ਉਹਨਾਂ ਨੇ ਅੱਜ ਇੰਨਾ ਪਿਆਰ ਵਿਖਾਇਆ। ਇੰਨੀ ਵੱਡੀ ਗਿਣਤੀ 'ਚ ਅਸੀਂ ਰੋਕਿਆ ਸੀ, ਕੋਈ ਗੱਲ ਨਹੀਂ, ਅਸੀਂ 28 ਤਰੀਕ ਨੂੰ ਅੰਮ੍ਰਿਤਸਰ ਪ੍ਰੋਗਰਾਮ ਰੱਖਿਆ, ਤੁਸੀਂ ਭਾਵੇਂ ਇੱਥੇ ਨਾ ਆਓ। 28 ਤਰੀਕ ਨੂੰ ਸੁਖਬੀਰ ਜੀ ਆ ਰਹੇ, ਸਾਰੀ ਲੀਡਰਸ਼ਿਪ ਆ ਰਹੀ ਜ਼ਿਲ੍ਹੇ ਦੀ, ਵਿਕਰਮ ਜੀ ਆ ਰਹੇ ਆ, ਤੇ ਆਪਾਂ ਉੱਥੇ ਇਹਨਾਂ ਨੂੰ ਮਿਲਾਂਗੇ। ਪਰ ਇੰਨੇ ਪਿਆਰ ਦੇ ਨਾਲ ਸਾਰੇ ਪੰਜਾਬ 'ਚੋਂ ਮੇਰੇ ਸਾਥੀਆਂ ਦੇ ਨਾਲ, ਪ੍ਰਮੁੱਖ ਵਰਕਰ, ਪ੍ਰਮੁੱਖ ਸਾਥੀ, ਮੋਢੇ ਨਾਲ ਮੋਢਾ ਲਾਉਣ ਵਾਲੇ, ਸਾਡੇ ਅੱਗੇ ਹੋ ਕੇ ਲੜਾਈਆਂ ਲੜਨ ਵਾਲੇ, ਇਲੈਕਸ਼ਨਾਂ ਲੜਨ ਵਾਲੇ ਸਾਥੀ ਆਏ ਆ। ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਤੇ ਸਟੇਜ ਤੇ ਬੈਠੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ, ਤੇ ਨਾਲ ਹੀ ਸੁਖਬੀਰ ਜੀ ਨੂੰ ਇੰਸ਼ੋਰੈਂਸ ਦਵਾਉਣਾ। ਮੈਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਉਸ ਮੰਚ ਤੇ ਸੀ ਬੀਜੇਪੀ ਦੀ, ਤੇ ਦਿਲੋਂ ਮਰਨ ਤੱਕ ਪਾਰਟੀ ਦੇ ਝੰਡੇ ਨੂੰ ਉੱਚਾ ਕੀਤਾ। ਅੱਜ ਮੈਂ ਇੱਥੇ ਤੁਹਾਡੇ 'ਚ ਇਹ ਸੰਕਲਪ ਕਰਦਾ, ਇੰਸ਼ੋਰੈਂਸ ਦੇਣਾ ਆਪਣੇ ਦਿਲੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਦਾ ਮੈਂਬਰ ਹੁੰਦਿਆਂ ਹੋਇਆਂ ਮੈਂ ਆਪਣੇ ਦਿਲੋਂ ਆਪਣੀ ਜਾਨ ਲਾ ਕੇ ਵੀ ਇਹਦੇ ਮਾਨ ਸਨਮਾਨ ਨੂੰ ਬਹਾਲ ਰੱਖੂੰਗਾ, ਇਸ ਝੰਡੇ ਨੂੰ ਬਹਾਲ ਰੱਖੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਸ਼ੀ ਜੀ ਦਾ ਸਾਡਾ ਸਾਰਾ ਹੀ ਅੰਮ੍ਰਿਤਸਰ ਜ਼ਿਲ੍ਹਾ ਉਹਨਾਂ ਨੂੰ ਸਨਮਾਨ ਵਜੋਂ ਸਰੋਪਾ ਦੇ ਕੇ ਉਹਨਾਂ ਦਾ ਸਤਿਕਾਰ ਕਰ ਰਿਹਾ। ਬੋਲੇ ਸੋ ਨਿਹਾਲ। ਇਹ ਅੰਮ੍ਰਿਤਸਰ ਨੇ ਖਾਸ, ਗੁਰੂ ਕੀ ਨਗਰੀ ਨੇ ਖਾਸ ਸਨਮਾਨ ਰੱਖਿਆ, ਔਰ ਸਤਿਕਾਰਯੋਗ ਆ ਮੈਣੀ ਸਾਹਿਬ ਵੀ ਇੱਥੇ ਨੇ। ਇਹਨਾਂ ਨੇ ਵੀ ਲੰਮਾ ਸਮਾਂ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਰਹੇ, ਇਹ ਵੀ ਪਹਿਲਾਂ ਜੁਆਇਨ ਕਰ ਗਏ ਸੀ। ਇਹਨਾਂ ਦੀ ਟੀਮ ਦੇ ਬੜੇ ਵੱਡੇ ਸਾਥੀ ਰਹੇ ਆ, ਇਹਨਾਂ ਦਾ ਵੀ ਧੰਨਵਾਦ ਹੈ। ਸਤਿਕਾਰਯੋਗ ਸਾਡੇ ਜੋਸ਼ੀ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ ਵਪਾਰੀਆਂ ਦੀ ਗੱਲ, ਸ਼ਹਿਰੀ ਵਰਗ ਦੀ ਗੱਲ, ਇੰਡਸਟਰੀ ਦੀ ਗੱਲ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਲੀਡਰਸ਼ਿਪ ਵੀ ਇਸ ਗੱਲ ਨੂੰ ਹਮੇਸ਼ਾ ਧਿਆਨ 'ਚ ਰੱਖਦੀ ਸੀ, ਮਗਰ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਸੀ ਜੀ, ਜੋਸ਼ੀ ਜੀ ਦੀ ਸਲਾਹ ਵੀ ਬੜੀ ਵੈਲਿਊਬਲ ਹੁੰਦੀ ਸੀ। ਔਰ ਮੈਨੂੰ ਤਸੱਲੀ ਹੈ ਕਿ ਅੱਜ ਸ਼ਰਮਾ ਜੀ ਬੈਠੇ ਆ, ਇਹਨਾਂ ਨੂੰ ਵੀ ਬਹੁਤ ਵੱਡਾ ਬਲ ਮਿਲਿਆ। ਗਰਗ ਸਾਹਿਬ ਹੋ ਗਏ, ਸਿੰਗਲਾ ਜੀ ਹੋ ਗਏ, ਸਾਡੇ ਟਾਂਡਾ ਜੀ ਬੈਠੇ ਆ ਉਹ, ਔਰ ਇਹ ਸਾਰੇ ਭਾਈਚਾਰਕ ਸਾਂਝ ਵਾਸਤੇ ਅੱਜ ਬਹੁਤ ਮਜ਼ਬੂਤੀ ਦਾ ਕੰਮ ਇਹਨਾਂ ਦੇ ਨਾਲ ਟੀਮ ਦਾ ਇਕੱਠੇ ਹੋ ਕੇ ਕੰਮ ਕਰਨ ਨਾਲ ਮੈਂ ਸਮਝਦਾ ਮਿਲੂਗਾ। ਜੋਸ਼ੀ ਜੀ ਮਾੜਾ ਜਿਹਾ ਇੱਧਰ ਧਿਆਨ ਦਿਓ, ਜੋਸ਼ੀ ਜੀ ਇੱਧਰ ਆ ਜਾਓ, ਇਹ ਮਗਰੋਂ ਕਰਦੇ ਇੱਧਰ ਆ ਜਾਓ। ਕੱਲਾ ਕੱਲਾ ਕਦੇ ਕਦੇ ਗੇਅਰ ਫਸ ਜਾਂਦਾ ਸੀ, ਕਹਿੰਦੇ ਸੀ ਗੇਅਰ ਫਸ ਜਾਂਦਾ ਸੀ।
ਅੱਜ ਕੱਲ ਦੀ ਗੱਡੀਆਂ 'ਚ ਲੱਗ ਕੇ ਹੀ ਆਟੋਮੈਟਿਕ ਗੇਅਰ ਆਉਂਦਾ, ਐਕਸਲੇਟਰ ਦੇਈ ਚੱਲੋ, ਕੰਮ ਆਪੇ ਹੋ ਹੀ ਜਾਣਾ। ਤੁਸੀਂ ਐਕਸਲੇਟਰ ਤੇ ਪੈਰ ਰੱਖਿਓ, ਮਸਲਾ ਕੋਈ ਬਣ ਨਹੀਂ ਦੇਣਾ। ਕੰਮ ਲੋਕਾਂ ਦੇ ਭਲੇ ਦਾ ਘਿੜਚ ਕਰਦੇ ਜਾਵਾਂਗੇ, ਐਨ ਬੱਲੇ ਬੱਲੇ ਕਰਾ ਦੇਵਾਂਗੇ। ਔਰ ਮੈਂ ਬਾਦਲ ਸਾਹਿਬ ਤੁਹਾਨੂੰ ਇੱਕ ਗੱਲ ਹੋਰ ਦੀ ਵਧਾਈ ਦਿੰਦਾ ਕਿ ਕੁਝ ਦਿਨ ਪਹਿਲਾਂ ਤੁਸੀਂ ਜਗਬੀਰ ਸਿੰਘ ਬਰਾੜ ਸਾਹਿਬ ਨੂੰ ਸ਼ਾਮਿਲ ਕੀਤਾ ਸੀ ਪਾਰਟੀ 'ਚ। ਔਰ ਵੇਖੋ, ਕੋਈ ਪ੍ਰੈਸ ਵਾਲਾ ਵੀਰ ਗੁੱਸਾ ਨਾ ਕਰ ਜੇ, ਮਗਰ ਕਦੇ ਕਦੇ ਥੋੜੀ ਖਬਰ ਚਟਪਟੀ ਬਣਾਉਣ ਨੂੰ ਕੋਈ ਲਿਖ ਦਿੰਦਾ ਕਿ ਮੱਕੜ ਤਾਂ ਹੁਣ ਰੁੱਸ ਕੇ ਭੱਜ ਗਿਆ। ਸਰਬਜੀਤ ਮੱਕੜ ਜੀ ਉਹ ਬੈਠੇ ਆ, ਮਾੜਾ ਜਿਹਾ ਮੱਕੜ ਜੀ ਉਹ ਖੜੇ ਹੋ ਕੇ ਫਤਿਹ ਬੁਲਾਇਓ। ਇਹ ਮੈਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਅੱਜ ਇਕੱਲਾ ਇਸ ਲਈ ਸਟੇਜ ਤੇ ਆਏ ਆ ਵਿਸ਼ਵਾਸ ਦਿਵਾਉਣ ਵਾਸਤੇ ਕਿ ਮੈਂ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਜੋ ਵੀ ਹੁਕਮ ਹੈ, ਬਾਦਲ ਸਾਹਿਬ ਜੋ ਕਹਿੰਦੇ ਰਹੇ ਮੇਰੇ ਲਈ ਉਹ ਅਖੀਰਲਾ ਹੁਕਮ ਮੈਂ ਮੰਨਦਾ। ਪਰਮਾਤਮਾ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਬਹੁਤ ਵੱਡਾ ਸਤਿਕਾਰ ਕਰਨ ਵਾਲੇ ਅੱਜ ਇਸ ਲਈ ਇੱਥੇ ਆਏ ਆ ਕਿ ਤੁਸੀਂ ਜਗਬੀਰ ਬਰਾੜ ਨੂੰ ਭਾਵੇਂ ਮੇਰਾ ਹਲਕਾ ਦੇਤਾ, ਮਗਰ ਮੈਂ ਠੋਕ ਕੇ ਉਹਨਾਂ ਨੂੰ ਜਿਤਾਉਣ ਵਾਸਤੇ ਮੈਂ ਵਧਾਈ ਦਿੰਦਾ ਕਿ ਜੇ ਲੋਕਾਂ ਦੀ ਸਰਕਾਰ ਲਿਆਉਣੀ ਆ, ਲੋਕਾਂ ਦੇ ਮਸਲੇ ਹੱਲ ਕਰਨੇ, ਸਾਨੂੰ ਆਪ ਦੇ ਗਿਲੇ ਸ਼ਿਕਵੇ ਭੁਲਾਉਣੇ ਪੈਣੇ ਆ, ਛੱਡਣੇ ਪੈਣੇ ਆ। ਮੈਂ ਇਸ ਗੱਲ ਦੀ ਵਧਾਈ ਦੇ ਕੇ ਮੱਕੜ ਸਾਹਿਬ ਦਾ ਵੀ ਜ਼ਰੂਰੀ ਸਮਝਦਾ ਸੀ। ਮੈਂ ਹੁਣ ਚੀਮਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਅਗਲੀ ਕਾਰਵਾਈ ਆਪ ਦੀ ਜਾਰੀ ਰੱਖਣ। ਬਹੁਤ ਬਹੁਤ ਵਧਾਈ, ਬਹੁਤ ਬਹੁਤ ਧੰਨਵਾਦ। ਮਜੀਠਾ ਸਾਹਿਬ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਸੁਖਜੀਤ ਕੌਰ ਸ਼ਾਹੀ ਜੀ, ਸਾਬਕਾ ਐਮਐਲਏ ਸੁਖਜੀਤ ਸ਼ਾਹੀ ਜੀ, ਸਾਬਕਾ ਐਮਐਲਏ ਦਸੂਆ, ਕਿ ਉਹ ਆ ਕੇ 2 ਮਿੰਟ ਵਾਸਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਬੀਬੀ ਸੁਖਜੀਤ ਕੌਰ ਸ਼ਾਹੀ ਜੀ। ਬਹੁਤ ਹੀ ਸਤਿਕਾਰਯੋਗ ਮੰਚ ਤੇ ਬੈਠੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਔਰ ਸਮੂਹ ਸੀਨੀਅਰ ਲੀਡਰਸ਼ਿਪ ਮੰਚ ਤੇ ਜਿਹੜੇ ਬੈਠੇ ਨੇ, ਔਰ ਸਾਹਮਣੇ ਪੰਡਾਲ ਦੇ ਵਿੱਚ ਮੇਰੇ ਪੱਤਰਕਾਰ ਵੀਰ, ਸਾਡੇ ਹਲਕਿਆਂ ਤੋਂ ਆਏ ਹੋਏ ਸਾਡੇ ਵੀਰ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਵੀਰੋ, ਅਗਰ ਮੈਂ ਗੱਲ ਸ਼ੁਰੂ ਕਰਾਂ, ਸਾਹੀ ਸਾਹਿਬ ਐਮਐਲਏ ਜਦੋਂ ਬਣੇ ਉਸ ਤੋਂ ਬਾਅਦ ਸਾਡਾ ਜਿਹੜਾ ਮੇਰਾ ਖਾਸ ਤੌਰ ਤੇ ਥੋੜਾ ਵਾਹ ਸਿਆਸਤ 'ਚ ਦੇਖਦੀ ਸੀ ਮੈਂ ਉਹਨਾਂ ਨੂੰ, ਬਹੁਤ ਜ਼ਿਆਦਾ ਪਿਆਰ ਬਾਦਲ ਪਰਿਵਾਰ ਨਾਲ ਉਹਨਾਂ ਦਾ ਸੀ। ਹਾਲਾਂਕਿ ਉਹ ਬੀਜੇਪੀ 'ਚ ਸੀ, ਫਿਰ ਵੀ ਦਿਲੋਂ ਉਹਨਾਂ ਨੇ ਬਹੁਤ ਜ਼ਿਆਦਾ ਵੱਡੇ ਬਾਦਲ ਸਾਹਿਬ ਦੀ, ਸੁਖਬੀਰ ਜੀ ਮਜੀਠੀਆ ਜੀ ਦੀ ਬਹੁਤ ਜ਼ਿਆਦਾ ਉਹਨਾਂ ਨੇ ਕਦਰ ਕੀਤੀ। ਔਰ ਇਹਨਾਂ ਨੇ ਵੀ ਦੂਸਰੀ ਪਾਰਟੀ ਦਾ ਉਹਨਾਂ ਨੂੰ ਕਦੇ ਨਹੀਂ ਸਮਝਿਆ, ਹਮੇਸ਼ਾ ਆਪਣੀ ਪਾਰਟੀ ਦਾ ਇੱਕ ਮੈਂਬਰ ਸਮਝਿਆ। ਕੋਈ ਬਹੁਤਾ ਵਾਹ ਸਿਆਸਤ ਦਾ ਹੈ ਨਹੀਂ ਸੀ, ਲੇਕਿਨ ਜਦੋਂ ਉਹ ਪੂਰੇ ਹੋਏ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਸ ਪਾਰਟੀ ਦੇ ਲੀਡਰਾਂ ਨੇ, ਖਾਸ ਤੌਰ ਤੇ ਵੱਡੇ ਬਾਦਲ ਸਾਹਿਬ ਨੇ 7 ਦਿਨ ਮੇਰੇ ਘਰ 'ਚ ਰਹੇ, ਮੈਨੂੰ ਸੰਭਾਲਿਆ, ਮੇਰੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਕਹਿਣਾ ਤੂੰ ਮੇਰੀ ਧੀ ਹੈ। ਔਰ ਅੱਜ ਤੱਕ ਵੀ ਧੀ ਦਾ ਰਿਸ਼ਤਾ ਜਿਹੜਾ ਉਹਨਾਂ ਨੇ ਨਿਭਾਇਆ। ਮੈਂ ਕਦੇ ਵੀ ਉਹਨਾਂ ਕੋਲ ਕੁਝ ਮੰਗਣ ਲਈ ਗਈ, ਉਹਨਾਂ ਨੇ ਮੈਨੂੰ ਕਦੇ ਨਾ ਨਹੀਂ ਕੀਤੀ, ਹਮੇਸ਼ਾ ਕਹਿਣਾ ਬੀਬਾ ਜੀ ਆਓ, ਦੱਸੋ ਬੇਟਾ ਜੀ ਕੀ ਚਾਹੀਦਾ। ਅਜੇ ਤੱਕ ਵੀ ਉਹਨਾਂ ਦਾ ਮਹੀਨੇ ਦੇ ਇੱਕ ਫੋਨ ਮੈਨੂੰ ਜ਼ਰੂਰ ਆਉਂਦਾ ਕਿ ਬੇਟਾ ਜੀ ਕੀ ਹਾਲ ਹੈ ਤੁਹਾਡਾ, ਸਿਹਤ ਕਿੱਦਾਂ ਹੈ। ਔਰ ਸੱਚ ਮੈਨੂੰ ਇਦਾਂ ਲੱਗਦਾ ਮੇਰੇ ਆਪਣੇ ਫਾਦਰ ਤਾਂ ਦੁਨੀਆ ਤੇ ਨਹੀਂ ਹੈ ਕਿ ਅੱਜ ਵੀ ਮੈਨੂੰ ਉਹ ਧੀਆਂ ਵਾਂਗੂ ਮੈਨੂੰ ਭੁੱਲੇ ਨਹੀਂ, ਮੈਨੂੰ ਉਹ ਬਹੁਤ ਪਿਆਰ ਕੀਤਾ ਉਹਨਾਂ ਨੇ। ਸੁਖਬੀਰ ਜੀ ਦੇ ਨਾਲ ਜਦੋਂ ਮੈਂ ਐਮਐਲਏ ਬਣੀ, ਜੋ ਇਹਨਾਂ ਤੋਂ ਮੰਗਿਆ ਇਹਨਾਂ ਨੇ ਵੀ ਜੋ ਕਹਿ ਦਿੱਤਾ ਸੋ ਕਰ ਦਿੱਤਾ। ਮਜੀਠੀਆ ਸਾਹਿਬ ਉਹ ਮੈਨੂੰ ਆਪਣੇ ਹਮੇਸ਼ਾ ਘਰ ਦੇ ਮੈਂਬਰ ਲੱਗਦੇ ਰਹੇ।
ਉਹਨਾਂ ਨੇ ਵੀ ਜਿਸ ਤਰੀਕੇ ਨਾਲ ਸਾਡੇ ਪਰਿਵਾਰ ਨੂੰ ਸੰਭਾਲਿਆ, ਸ਼ਾਇਦ ਉਹ ਲਫ਼ਜ਼ ਮੇਰੇ ਕੋਲ ਅੱਜ ਬਿਆਨ ਕਰਨ ਲਈ ਨਹੀਂ ਹੈ। ਚਲੋ ਬੜੀ ਸੋਹਣੀ ਕੰਮ ਚੱਲ ਰਿਹਾ ਸੀ, ਲੋਕਾਂ ਦੀ ਸੇਵਾ ਦਾ ਬੀੜਾ ਉਠਾਇਆ ਸੀ ਉਹਨਾਂ ਦੇ ਜਾਣ ਤੋਂ ਬਾਅਦ। ਲੇਕਿਨ ਮੈਂ ਸ਼ਾਰਟ ਕਰੂੰਗੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਨਿਲ ਜੋਸ਼ੀ ਜੀ ਨੇ ਸਾਡੇ ਦਿਲ ਦੀਆਂ ਕਰ ਦਿੱਤੀਆਂ ਨੇ, ਮੈਂ ਦੁਬਾਰਾ ਰਿਪੀਟ ਨਹੀਂ ਕਰੂੰਗੀ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਹੈ। ਪਰ ਕੁਝ ਮਹੀਨਿਆਂ ਤੋਂ 7-8 ਮਹੀਨਿਆਂ ਦੇ ਤੋਂ ਜੋ ਹਾਲਾਤ ਪੰਜਾਬ ਦੇ ਬਣੇ ਆ, ਇੰਨਾ ਜ਼ਿਆਦਾ ਦਿਲ ਖਫਾ ਹੈ, ਇੰਨਾ ਜ਼ਿਆਦਾ ਦਿਲ ਦੁਖੀ ਹੈ ਕਿ ਉਹ ਅੰਨਦਾਤਾ ਜਿਹੜਾ ਫਾਕੇ ਕੱਟ ਕੇ ਲੋਕਾਂ ਲਈ ਸਭ ਕੁਝ ਕਰ ਰਿਹਾ ਹੈ, ਉਸ ਬੰਦੇ ਦੀ ਇੰਨੀ ਦੁਰਦਸ਼ਾ, ਉਸ ਕਿਸਾਨੀ ਦੀ ਇੰਨੀ ਦੁਰਦਸ਼ਾ। ਅਗਰ ਅਸੀਂ ਕਦੇ ਆਪਣੀ ਸੀਨੀਅਰ ਲੀਡਰਸ਼ਿਪ ਦੇ ਨਾਲ ਬੜੀ ਤਮੀਜ਼ ਨਾਲ, ਬੜੇ ਅਦਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਨੂੰ ਇਹੀ ਭਰੋਸਾ ਦਿੱਤਾ ਗਿਆ, ਇਗਨੋਰ ਕੀਤਾ ਗਿਆ। ਔਰ ਜੇ ਦਿੱਤਾ ਗਿਆ, ਇਹ ਭਰੋਸਾ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਜੀ, ਹੋ ਜਾਊਗਾ ਹੱਲ, ਛੇਤੀ ਹੱਲ ਹੋ ਜਾਊਗਾ। ਕਦੋਂ ਹੱਲ ਹੋਊਗਾ? 8 ਮਹੀਨੇ ਹੋ ਗਏ ਨੇ, 500-600 ਕਿਸਾਨ ਹੈ ਜਿਹੜਾ ਉਹ ਸ਼ਹੀਦ ਹੋ ਗਿਆ, ਜਿਨ੍ਹਾਂ ਦੇ ਘਰਾਂ ਦੇ ਗਏ ਨੇ, ਉਹਨਾਂ ਨੂੰ ਪਤਾ ਕਿ ਉਹਨਾਂ ਤੇ ਕੀ ਬੀਤਦੀ ਹੈ। ਔਰ ਸਿਰਫ ਕਿਸਾਨੀ ਨਾਲ ਨਹੀਂ ਇਹ ਸੰਬੰਧਤ, ਇਹ ਸਾਡੇ ਪੂਰੇ ਪੰਜਾਬ ਦੇ ਅਰਥ ਵਿਵਸਥਾ ਨਾਲ ਸੰਬੰਧਤ ਹੈ, ਹਰ ਵਰਗ ਦੇ ਲੋਕਾਂ ਨਾਲ ਸੰਬੰਧਤ ਹੈ। ਬੜਾ ਮਨ ਖਫਾ ਹੈ, ਬੜੀ ਕੋਸ਼ਿਸ਼ ਕੀਤੀ ਪਰ ਕੋਈ ਨਿਪਟਾਰਾ ਨਹੀਂ ਹੋ ਸਕਿਆ, ਮਨ ਨੂੰ ਹੋਰ ਨਹੀਂ ਮਾਰ ਸਕੇ। ਅਸੀਂ ਆਪਣੇ ਭਾਈਚਾਰੇ ਤੋਂ, ਅਸੀਂ ਆਪਣੇ ਕਿਸਾਨੀ ਤੋਂ ਮੁਨਕਰ ਨਹੀਂ ਹੋ ਸਕਦੇ, ਅਸੀਂ ਉਹਨਾਂ ਦੇ ਦੁੱਖ 'ਚ ਸ਼ਾਮਲ ਹਾਂ। ਇਹ ਪਾਰਟੀ ਸਾਡੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਪੰਜਾਬ ਦੀ ਸੋਚ ਰੱਖਦੀ ਹੈ, ਹਰ ਵਰਗ ਦਾ ਧਿਆਨ ਰੱਖਿਆ ਜਾਂਦਾ ਹੈ, ਹਰ ਇੱਕ ਨੂੰ ਇੱਜ਼ਤ ਮਾਨ ਦਿੱਤੀ ਜਾਂਦੀ ਹੈ। ਸੋ ਹਲਕੇ ਦੇ ਲੋਕਾਂ ਨੇ ਵੀ ਬਹੁਤ ਵਾਰੀ ਕਿਹਾ, ਭੈਣ ਜੀ ਜਿਹੜੀ ਪਾਰਟੀ 'ਚ ਸੁਣਵਾਈ ਨਹੀਂ, ਜਿਹੜੀ ਗੱਲ ਹੀ ਨਹੀਂ ਸੁਣਦੀ ਉਹਨੂੰ ਛੱਡੋ, ਆਪਾਂ ਆਪਣੀ ਇਸ ਪਾਰਟੀ 'ਚ ਆਈਏ, ਕਿਉਂਕਿ 10 ਸਾਲ ਇਹਨਾਂ ਦੇ ਨਾਲ ਰਲ ਕੇ ਕੰਮ ਕੀਤਾ। ਪਹਿਲਾਂ ਅਸੀਂ ਸਮਝੌਤੇ 'ਚ ਸੀ, ਹੁਣ ਅਸੀਂ ਡਾਇਰੈਕਟ ਆ ਗਏ ਹਾਂ। ਸੋ परमात्मा करे, उम्मीद करिए कि ये जड़ा वक्त आया, ये बुरा टाइम आया, ये सच्चे पातशाह हल कर दे। एकजुट हो के आपां लड़िए, आपां अपने पंजाब नूं बचाइए, पंजाबीयत नूं बचाइए। और यही एक पार्टी है। अज मेरे हल्के दे लोग मैनूं वधाइयां दे फोन कर रहे हैं, बहुत खुश ने कि भैन जी बहुत अच्छा डिसीजन है, साडा दिल तां पहलां ही रलदा सी, अज डायरैक्टली असीं इस पार्टी च आ गए हैं। मैनूं खुशी है ਤੁਹਾਡਾ ਵੀ ਸਾਰਿਆਂ ਦਾ, ਔਰ ਆਪਣੀ ਸੀਨੀਅਰ ਲੀਡਰਸ਼ਿਪ ਦਾ, ਸੁਖਬੀਰ ਜੀ ਦਾ, ਮਜੀਠੀਆ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ। ਉਮੀਦ ਕਰਦੀ ਹਾਂ ਇਹ ਗਮਾਂ ਦੇ ਕਾਲੇ ਬੱਦਲ ਹੈ ਜਿਹੜੇ, ਇਹ ਛੇਤੀ ਛੱਟ ਜਾਣਗੇ। ਖੁਸ਼ੀਆਂ ਦੀ ਜਿਹੜਾ ਚਾਨਣ ਹੈ, ਚਮਕ ਹੈ, ਉਹ ਸਾਡੇ 'ਚ ਆਏਗੀ। ਔਰ ਸਾਡੇ ਵੀਰ ਜਿਹੜੇ ਉਹ ਉੱਥੇ ਬੈਠੇ ਟਿਕਰੀ ਸਿੰਘੂ ਤੇ ਬੈਠੇ ਨੇ, ਉਹ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਮੁੜਨਗੇ। ਬਸ ਇੰਨਾ ਹੀ ਕਹਿੰਦੀ, ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं 1 मिनट वास्ते बेनती करांगा मोहित गुप्ता जी नूं, उन्हां तो बाद कमल चेटली जी सिर्फ 1 मिनट लैणगे, फिर प्रधान साहब संबोधन करनगे। मोहित गुप्ता जी। ਮੰਚ ਤੇ ਵਿਰਾਜਮਾਨ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ और साडे टीम दे मुखी साबका कैबिनेट मंत्री मेरे बड़े भरा श्री अनिल जोशी जी, और इत्थे हाज़र होए सारे मेरे भरावो, खास कर जो बठिंडे तो व्यापारी आए ने, शहर निवासी आए ने, मेरियां भैणां आईयां ने। गज के फतेह बुलाओ। श्री वाहिगुरू जी का खालसा, श्री वाहिगुरू जी की फतेह। जय श्री राम, जय श्री राम। जो अज असी श्रोमणी अकाली दल च शामिल होने का फैसला किया है, वो जोशी साहब ने बड़े विस्तार नाल दस्सिया है। मैं तो इक्को गल कहनी है कि जो असी 2 महीने पहला नारा दिता सी कि पंजाबी हाँ, पंजाबी की गल करांगे, सरदार सुखबीर सिंह बादल जी ने उस नारे नूं मनते हुए यही नारा कि गल पंजाब दी दा नारा दिता है। इस गल नूं रखते हुए, पंजाबियों के हितों की गल नूं रखते हुए असी भारतीय जनता पार्टी छड्ड के श्रोमणी अकाली दल च
ਬਗੈਰ ਕਿਸੇ ਸ਼ਰਤ ਤੋਂ ਸਮਰਥਨ ਦੇਣ ਦਾ, ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਜਿਸ ਤਰੀਕੇ ਨਾਲ ਅਸੀਂ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਰੱਖਦੇ ਸੀ, ਉਸੇ ਤਰੀਕੇ ਅੱਜ ਤੋਂ ਬਾਅਦ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਣ ਲਈ, ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ। ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜੋ ਬਠਿੰਡੇ ਦੀ ਨੁਹਾਰ ਬਦਲੀ ਹੈ, ਸਾਡੀ ਵੱਡੀ ਭੈਣ ਬੀਬਾ ਹਰਸਿਮਰਤ ਜੀ ਨੇ ਜੋ ਬਠਿੰਡੇ ਦੀ ਨੁਹਾਰ ਬਦਲੀ ਹੈ, ਉਸ ਨੂੰ ਮੁੱਖ ਰੱਖ ਕੇ ਇਸੇ ਤਰੀਕੇ ਵਿਕਾਸ ਲਈ ਅਸੀਂ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਜੈ ਭਾਰਤ, ਜੈ ਪੰਜਾਬ। ਮੋਹਿਤ ਗੁਪਤਾ ਜੀ ਤੋਂ ਬਾਅਦ ਕਮਲ ਚੇਟਲੀ ਜੀ ਨੂੰ ਬੇਨਤੀ ਹੈ ਕਿ ਉਹ ਸਾਰਿਆਂ ਦੇ ਦਰਸ਼ਨ ਕਰਨ। ਮੰਚ ਤੇ ਬਿਰਾਜਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਬੱਬਰ ਸ਼ੇਰ, 2022 ਦੇ ਵਿੱਚ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਦੇ ਨਾਲ ਮੇਰੇ ਵੀਰ ਅਨਿਲ ਜੋਸ਼ੀ ਜੀ ਤੇ ਮੰਚ ਦੇ ਉੱਤੇ ਬਿਰਾਜਮਾਨ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਕੋਈ ਨਹੀਂ ਹਜੇ ਭੁਲੇਖੇ ਪੈਣਗੇ, ਤੇ ਮੇਰੇ ਬਹੁਤ ਹੀ ਸਤਿਕਾਰਯੋਗ ਆਏ ਹੋਏ ਨੌਜਵਾਨ ਵੀਰੋ, ਮੈਂ ਬਾਦਲ ਸਾਹਿਬ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਅਸੀਂ ਜਿੰਨੇ ਬੰਦਿਆਂ ਨੇ ਅੱਜ ਭਾਰਤੀ ਜਨਤਾ ਪਾਰਟੀ ਤੋਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ, ਸਾਡਾ ਸਾਰਿਆਂ ਦਾ 35 37 40 ਸਾਲ ਦਾ ਅਰਸਾ ਹੈ ਕਿ ਅਸੀਂ ਉੱਥੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਹੈ। ਕੱਲੇ ਅਸੀਂ ਨਹੀਂ, ਸਾਡੇ ਪਿਤਾ ਜੀ ਸਾਰਿਆਂ ਦੇ, ਸਾਡੇ ਪਰਿਵਾਰਾਂ ਦੀ ਦੂਜੀ ਤੀਜੀ ਪੀੜ੍ਹੀ ਹੈ ਜਿਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਕੀਤੀ। ਪਰ ਅਸੀਂ ਪੰਜਾਬ ਨੂੰ ਦੇਖਦੇ ਹੋਏ, ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ, ਪੰਜਾਬ ਦੇ ਲੋਕਾਂ ਨੂੰ ਦੇਖਦੇ ਹੋਏ, ਪੰਜਾਬ ਦੇ ਕਿਸਾਨਾਂ ਨੂੰ ਦੇਖਦੇ ਹੋਏ, ਪੰਜਾਬ ਦੀ ਇੰਡਸਟਰੀ, ਪੰਜਾਬ ਦੇ ਵਪਾਰੀਆਂ ਨੂੰ ਦੇਖਦੇ ਹੋਏ ਅਸੀਂ ਫੈਸਲਾ ਕੀਤਾ ਕਿ ਜੇ ਅੱਜ ਪੰਜਾਬ ਦੀ ਕੋਈ ਰਾਖੀ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ, ਸਰਦਾਰ ਸੁਖਬੀਰ ਸਿੰਘ ਬਾਦਲ ਕਰ ਸਕਦਾ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਸਾਰਿਆਂ ਨੂੰ, ਅੱਜ ਮੀਡੀਆ ਵੀ ਇੱਥੇ ਬੈਠਾ ਹੈ, ਕਿ ਫੈਸਲੇ ਸਰਕਾਰਾਂ ਤੋਂ ਗਲਤ ਹੋ ਜਾਂਦੇ ਆ, ਪਰ ਜਦੋਂ ਲੋਕ ਉਹਨਾਂ ਫੈਸਲਿਆਂ ਦਾ ਰੌਲਾ ਪਾਉਂਦੇ ਆ ਤਾਂ ਰਿਵਿਊ ਵੀ ਕੀਤੇ ਜਾਂਦੇ ਆ। ਬਾਦਲ ਸਾਹਿਬ ਨੂੰ ਯਾਦ ਹੋਣਾ ਕਿ ਜਦੋਂ 2007 ਦੇ ਵਿੱਚ ਆਪਣੀ ਸਰਕਾਰ ਬਣੀ ਸੀਗੀ ਤਾਂ ਜਦੋਂ ਰੀਅਲ ਏਸਟੇਟ ਦਾ ਪੰਗਾ ਪਿਆ, ਸਰਕਾਰ ਨੇ ਰੇਟ ਬਹੁਤ ਜ਼ਿਆਦਾ ਕਲੈਕਟਰ ਵਧਾਤੇ। ਅਸੀਂ 1 ਮਹੀਨਾ ਐਜੀਟੇਸ਼ਨ ਕੀਤੀ, ਪਰ ਜਦੋਂ ਆ ਕੇ ਆਪਣਾ ਰੋਣਾ ਧੋਣਾ ਸੁਖਬੀਰ ਜੀ ਕੋਲੇ ਧੋਇਆ ਤਾਂ ਸਾਰੇ ਪੰਜਾਬ ਦੇ ਰੇਟਾਂ ਉਹਨੇ ਕਰਤੇ ਜੋ ਅਸੀਂ ਇਹਨਾਂ ਨੂੰ ਕਹੇ। ਅਸੀਂ ਕਲੋਨੀਆਂ ਦੀਆਂ ਪਾਲਿਸੀਆਂ ਦੀ ਖਾਤਰ ਜੋ ਸੁਖਬੀਰ ਜੀ ਨੂੰ ਕਿਹਾ ਕਰਦੇ ਰਹੇ। ਮੈਂ ਅੱਜ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਅਸੀਂ ਵੱਡੇ ਸ਼ਹਿਰਾਂ ਦੇ ਵਿੱਚ, ਅਸੀਂ ਸਿਆਸਤ ਦੇ ਵਿੱਚ ਬਹੁਤ ਲੰਬਾ ਅਰਸਾ ਸੇਵਾ ਕੀਤੀ ਹੈ। ਸਿਆਸਤ ਸਾਡਾ ਕੋਈ ਵਪਾਰ ਧੰਦਾ ਨਹੀਂ, ਸੇਵਾ। ਅਸੀਂ ਫ੍ਰੀ ਸੇਵਾ ਉੱਥੇ ਕੀਤੀ ਆ, ਫ੍ਰੀ ਸੇਵਾ ਤੁਹਾਡੇ ਅਕਾਲੀ ਦਲ ਦੇ ਵਿੱਚ ਕਰਾਂਗੇ। ਤੁਹਾਡਾ ਝੰਡਾ ਚੱਕ ਕੇ ਘਰ ਘਰ ਜਾਵਾਂਗੇ। 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ। ਇੰਨਾ ਕਹਿੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਲਬਲੇ ਬਹੁਤ ਨੇ ਬੋਲਣ ਲਈ, ਪਰ ਸਮਾਂ ਬਹੁਤ ਘੱਟ ਹੈ। ਪ੍ਰਧਾਨ ਜੀ ਨੇ ਬੋਲਣਾ, ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਇੱਕ ਬੇਨਤੀ ਹੈ ਸਮੁੱਚੀ ਲੀਡਰਸ਼ਿਪ ਨੂੰ ਕਿ ਜੇ ਤੁਹਾਡੀ ਇਜਾਜ਼ਤ ਹੋਵੇ, ਕਿਉਂਕਿ ਦੇਖੋ ਇਹ ਬੜਾ ਅੱਜ ਇਤਿਹਾਸਿਕ ਦਿਨ ਹੈ ਔਰ ਬੜੀ ਸੰਵੇਦਨਸ਼ੀਲਤਾ ਨਾਲ ਬੜੀ ਅਹਿਮ ਗੱਲਾਂ ਹੋਈਆਂ ਨੇ। ਮੈਂ ਸਮਝਦਾ ਹਾਂ ਕਿਸਾਨੀ ਵੀਰਾਂ ਦੀ, ਭੈਣਾਂ ਦੀ, ਮਾਵਾਂ ਦੀ ਜੋ ਸ਼ਹਾਦਤ ਹੈ, ਉਸ ਸ਼ਹਾਦਤ ਦੇ ਸਤਿਕਾਰ ਵਜੋਂ ਅੱਜ ਆਪਾਂ ਸਾਰਿਆਂ ਨੇ ਬਾਰ-ਬਾਰ ਕਾਲੇ ਕਾਨੂੰਨਾਂ ਦੇ ਖਿਲਾਫ ਤੇ ਉਹਨਾਂ ਸ਼ਹਾਦਤਾਂ ਦੇ ਸਤਿਕਾਰ ਵਜੋਂ ਅੱਜ ਐਡਾ ਵੱਡਾ ਪੰਜਾਬ ਭਾਈਚਾਰਕ ਸਾਂਝ ਦੇ ਭਲੇ ਵਾਸਤੇ ਅੱਜ ਜੋ ਫੈਸਲਾ ਕੀਤਾ, ਮੈਂ ਸਮਝਦਾ ਅੱਜ ਦੇ ਦਿਨ ਲਈ ਸਾਡਾ ਸਭ ਤੋਂ ਵੱਡਾ ਮੈਸੇਜ ਉਹਨਾਂ ਸਾਰੇ ਪਰਿਵਾਰਾਂ ਦੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜੋ ਇਹ ਸਮੁੱਚੀ ਲੀਡਰਸ਼ਿਪ ਸਟੇਜ ਤੇ ਇਕੱਠੀ ਹੋਈ ਹੈ, ਜੇ ਸਹਿਮਤ ਹੋ
ਤੇ ਸਾਨੂੰ ਇਹਦਾ ਇੱਕ ਨਾ ਇੱਕ ਤਰੀਕੇ ਨਾਲ ਕੋਈ ਰੈਜ਼ੋਲੂਸ਼ਨ ਪਾ ਕੇ ਰੈਜ਼ੋਲੂਸ਼ਨ ਪੂਰਾ ਬੈਂਸ ਸਾਹਿਬ ਤੁਸੀਂ ਬਣਾ ਦਿਓ, ਮਗਰ ਉਸ ਨੂੰ ਮੁੱਖ ਰੱਖਦਿਆਂ ਅੱਜ ਪੰਜਾਬ ਭਾਈਚਾਰਕ ਸਾਂਝ ਤੇ ਕਿਸਾਨੀ ਸ਼ਹਾਦਤ ਤੇ ਕਾਲੇ ਕਾਨੂੰਨ ਨੂੰ ਵਾਪਸ ਕਰਨ ਵਾਸਤੇ ਸਾਰੇ ਪੰਜਾਬੀ ਧਰਮਾਂ ਤੋਂ, ਜਾਤਾਂ ਤੋਂ, ਪਾਤਾਂ ਤੋਂ ਉੱਤੇ ਉੱਠ ਕੇ ਪੰਜਾਬ ਦੇ ਬਾਰਡਰ ਸਟੇਟ ਦੇ ਭਲੇ ਵਾਸਤੇ ਤੇ ਇਕੱਤਰ ਹੋਏ ਆ। ਮੈਂ ਸਮਝਦਾ ਜਿੱਥੇ ਮੈਂਸ਼ਨ ਕਰਨਾ ਜ਼ਰੂਰੀ ਸੀ, ਔਰ ਅੱਜ ਦੇ ਦਿਨ ਹੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਸਾਹਿਬ ਜਿਨ੍ਹਾਂ ਨੇ ਫੇਰ ਭਾਈਚਾਰਕ ਸਾਂਝ ਨੂੰ, ਏਕਤਾ ਨੂੰ, ਪੰਜਾਬ ਦੇ ਭਲੇ ਵਾਸਤੇ ਬਹੁਤ ਵੱਡੀ ਸ਼ਹਾਦਤ ਦਿੱਤੀ ਸੀ। ਅੱਜ ਉਹਨਾਂ ਦੀ ਵੀ ਦਿਨ ਹੈ, ਬਰਸੀ ਹੈ। ਅੱਜ ਦੇ ਦਿਨ ਤੇ ਐਡਾ ਵੱਡਾ ਫੈਸਲਾ ਆਪਾਂ ਰਲ ਮਿਲ ਕੇ ਪੰਜਾਬ ਦੇ ਭਲੇ ਵਾਸਤੇ ਕਰ ਰਹੇ ਹਾਂ। ਸੋ ਇਹਦੇ ਵਾਸਤੇ ਜੇ ਸਹਿਮਤ ਹੋਈਏ ਤੇ ਆਈ ਥਿੰਕ ਵੀ ਸ਼ੁੱਡ ਖੜੇ ਹੋ ਕੇ ਜੇ ਸਹਿਮਤ ਹੋ ਕੇ ਜੇ ਸਹਿਮਤ ਹੋ ਤੇ ਆਪਾਂ ਇਹ ਮਤਾ ਪਾਸ ਕਰਕੇ ਹੁਣ ਮੈਂ ਜਕਾਰਾ ਛੱਡਣ ਲੱਗਿਆ। ਸਟੇਜ ਤੇ ਵੀ ਸਾਰੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਔਰ ਭਾਈਚਾਰਕ ਸਾਂਝ ਨੂੰ ਸਮਰਪਿਤ ਇੱਕ ਜਕਾਰਾ ਛੱਡ ਦਈਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਕਿ ਉਹ ਆ ਕੇ ਤੁਹਾਡੇ ਦਰਸ਼ਨ ਕਰਨ। ਪਰ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਪ੍ਰਧਾਨ ਸਾਹਿਬ ਦੇ ਸਤਿਕਾਰ ਦੇ ਵਜੋਂ ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਜਕਾਰੇ ਦਾ ਜਵਾਬ ਦੇਣਾ ਹੈ ਤੇ ਫਿਰ ਪ੍ਰਧਾਨ ਸਾਹਿਬ ਸੰਬੋਧਨ ਕਰਨਗੇ। ਕੋਈ ਵੀ ਇਹੋ ਜਿਹਾ ਵੀਰ ਨਾ ਰਵੇ ਜਿਹੜਾ ਜਕਾਰੇ ਦੇ ਵਿੱਚ ਸ਼ਾਮਲ ਨਾ ਹੋਵੇ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਸਵਰਗੀ ਸੰਤ ਹਰਚਰਨ ਸਿੰਘ ਲੌਂਗੋਵਾਲ ਜੀ ਜਿਨ੍ਹਾਂ ਦੀ ਅੱਜ ਬਰਸੀ ਹੈ, ਜਿਨ੍ਹਾਂ ਨੇ ਸਾਰੇ ਧਰਮਾਂ ਨੂੰ ਦੀ ਏਕਤਾ ਵਾਸਤੇ, ਭਾਈਚਾਰਕ ਸਾਂਝ ਵਾਸਤੇ ਆਪਣੀ ਸ਼ਹਾਦਤ ਦਿੱਤੀ। ਅੱਜ ਮੈਂ ਉਹਨਾਂ ਨੂੰ ਸਾਰਿਆਂ ਤਰਫੋਂ, ਪੰਜਾਬੀਆਂ ਤਰਫੋਂ ਸ਼ਰਧਾਂਜਲੀ ਭੇਂਟ ਕਰਦਾ ਹਾਂ। ਅੱਜ ਇੱਕ ਬੜਾ ਇਤਿਹਾਸਿਕ ਦਿਨ ਹੈ। ਪੰਜਾਬ ਬੜੇ ਔਖੇ ਦੌਰ ਚੋਂ ਨਿਕਲਿਆ ਹੈ। 15 ਸਾਲ ਪੰਜਾਬ ਇਹ ਜਿਹਾ ਦੌਰ ਸੀ ਕਿ ਪਤਾ ਨਹੀਂ ਲੱਗਦਾ ਸੀ ਕੀ ਹੋਣਾ ਹੈ। ਆਪਣੇ ਨਾਲ ਗਵਾਂਢ ਪਾਕਿਸਤਾਨ, ਉਹਦਾ ਇੱਕੋ ਇੱਕ ਨਿਸ਼ਾਨਾ ਕਿ ਪੰਜਾਬ ਤੇ ਦੇਸ਼ ਵਿੱਚ ਅਮਨ ਸ਼ਾਂਤੀ ਭੰਗ ਕਰਕੇ ਗੜਬੜ ਕਰਾਉਣੀ। ਪਰ ਬਹਾਦਰ ਪੰਜਾਬੀਆਂ ਨੇ ਪਾਕਿਸਤਾਨ ਦਾ ਜਿਹੜਾ ਨਕਸ਼ਾ ਸੀ, ਜਿਹੜਾ ਉਹਨਾਂ ਦਾ ਇਰਾਦਾ ਸੀ, ਉਹ ਇਰਾਦਾ ਪੂਰਾ ਨਹੀਂ ਹੋਣ ਦਿੱਤਾ। ਤੇ ਅੱਜ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਵਾਪਸ ਆਈ ਹੈ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਦਾ ਮੈਸੇਜ ਕੀ ਸੀ ਕਿ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੈ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਦੇ ਦੌਰਾਨ ਉਹਨਾਂ ਦੀ ਸਭ ਤੋਂ ਅਹਿਮ ਪ੍ਰਾਇਰਟੀ, ਨਿਸ਼ਾਨਾ ਆ ਸੀ
ਕਿ ਪੰਜਾਬ ਵਿੱਚ ਇਹ ਜੀ ਕੋਈ ਗੱਲ ਨਾ ਹੋਏ ਜਿਹਦੇ ਨਾਲ ਭਰਾਵਾਂ ਵਿੱਚ ਪਾੜ ਪਏ। ਉਹਨਾਂ ਦੇ ਹਰ ਰਾਜ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਉਹ ਭਾਵਨਾ ਸਮਝਦੇ ਸੀ, ਸੋਚਦੇ ਸੀ ਤੇ ਉਹਦਾ ਹੱਲ ਕਰਦੇ ਸੀ। ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ, ਸਾਰੀ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ। ਮੈਨੂੰ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿਣ ਲੱਗੇ, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਪੰਥ ਦੀ ਪਾਰਟੀ ਹੈ, ਪੰਜਾਬ ਦੀ ਨੁਮਾਇੰਦਾ ਜਥੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕੋਈ ਇਹ ਜਿਹਾ ਫੈਸਲਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਪੰਜਾਬ ਤੇ ਆਪਣਾ ਪੰਜਾਬੀਆਂ ਦਾ ਨੁਕਸਾਨ ਹੋਏ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮੈਨੂੰ ਕਿਹਾ, ਕੁਛ ਮਰਜ਼ੀ ਕਰਨਾ ਪਏ, ਪੰਜਾਬ ਵਿੱਚ ਭਾਈਚਾਰਕ ਸਾਂਝ ਦੀ ਦਰਾੜ ਨਹੀਂ ਹੋਣੀ ਚਾਹੀਦੀ ਤੇ ਪੰਜਾਬ ਵਿੱਚ ਕਿਸੇ ਹਾਲਤ 'ਚ ਅਮਨ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖਿਆ ਹੋਣਾ, ਜਿਵੇਂ ਜੋਸ਼ੀ ਜੀ ਨੇ ਵੀ ਜ਼ਿਕਰ ਕੀਤਾ, ਜਦੋਂ ਸਰਕਾਰ ਸੀ ਬਾਦਲ ਸਾਹਿਬ ਕੋਸ਼ਿਸ਼ ਕਰਦੇ ਸੀ, ਜਦੋਂ ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਆਉਂਦਾ, ਮੁੱਖ ਮੰਤਰੀ ਬਾਦਲ ਸਾਹਿਬ ਆਪ ਜਾਂਦੇ ਸੀ, ਮਨਾਉਣ ਜਾਂਦੇ ਸੀ। ਉਹਨਾਂ ਵਿੱਚ ਬਹਿ ਕੇ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਜੋ ਵੀ ਉਸ ਧਰਮ ਦੇ ਜਨਤਾ ਦੀ ਕੋਈ ਖੁਆਇਸ਼ ਹੁੰਦੀ ਸੀ ਉਹ ਪੂਰੀ ਕਰਦੇ ਸੀ। ਕੱਲੇ ਪੰਜਾਬ ਦੇ ਮੁੱਖ ਮੰਤਰੀ ਹੈ ਪੂਰੇ ਦੇਸ਼ ਵਿੱਚ ਜਿਨ੍ਹਾਂ ਨੇ ਆਪਣੇ ਸੂਬੇ ਦੇ ਖਜ਼ਾਨੇ ਚੋਂ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ। ਤੁਸੀਂ ਆਪ ਜਾ ਕੇ ਦੇਖੋ, ਰਾਮ ਤੀਰਥ ਮੈਨੂੰ ਲੱਗਦਾ ਘੱਟ ਤੋਂ ਘੱਟ 300 ਕਰੋੜ ਰੁਪਏ ਲਾ ਕੇ ਗੁਰੂ ਰਵਿਦਾਸ ਜੀ ਰਾਮ ਤੀਰਥ ਨੂੰ ਬਹੁਤ ਖੂਬਸੂਰਤ ਬਣਾਇਆ, ਭਗਵਾਨ ਵਾਲਮੀਕੀ ਜੀ ਪਵਿੱਤਰ ਸਥਾਨ ਨੂੰ। ਉਵੇਂ ਹੀ ਕਰਾਲਗੜ੍ਹ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦਾ ਪਵਿੱਤਰ ਸਥਾਨ ਵਾਸਤੇ ਬਹੁਤ ਵਧੀਆ ਪਲਾਨ ਬਣਾ ਕੇ ਕੰਮ ਸ਼ੁਰੂ ਕੀਤਾ। ਮੈਨੂੰ ਯਾਦ ਹੈ ਜੋਸ਼ੀ ਜੀ ਤੇ ਅਸੀਂ ਇਕੱਠੇ ਹੋਏ, ਅਸੀਂ ਕਿਹਾ ਕਿ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਦਾ ਵਧੀਆ ਪਲਾਨ ਬਣਾਈਏ। ਬਹੁਤ ਵਧੀਆ ਨਕਸ਼ਾ ਬਣਾਇਆ, ਪਲਾਨ ਬਣਾਇਆ। ਮੈਨੂੰ ਲੱਗਦਾ 200 ਕਰੋੜ ਰੁਪਏ ਦੇ ਤਕਰੀਬਨ ਅਸੀਂ ਪੂਰਾ ਆਪਣੇ ਖਜ਼ਾਨੇ 'ਚੋਂ ਅਲਾਟਮੈਂਟ ਕੀਤੀ। ਮੈਂ ਤੇ ਜੋਸ਼ੀ ਜੀ ਉਦੋਂ ਮੰਤਰੀ ਸੀ ਮੇਰੇ ਨਾਲ, ਅਸੀਂ ਲਗਾਤਾਰ ਬੈਸਟ ਆਰਕੀਟੈਕਟ ਤੋਂ ਲਿਆਂਦੇ ਤੇ ਅਸੀਂ ਦੇਖਿਆ ਕਿ ਇੱਕ ਬਹੁਤ ਵਧੀਆ ਸੈਂਟਰ ਉੱਥੇ ਜਗ੍ਹਾ ਬਣਾਈ ਜਾਏ ਤੇ ਅਸੀਂ ਬੜੀ ਤੇਜ਼ੀ ਕੰਮ ਸ਼ੁਰੂ ਕੀਤਾ। ਪਰ ਜੋ ਸਰਕਾਰ ਬਦਲ ਜਾਂਦੀ ਹੈ ਤੇ ਸਾਰਾ ਕੰਮ ਰੁਕ ਜਾਂਦਾ। ਉਵੇਂ ਹੀ ਦਰਬਾਰ ਸਾਹਿਬ ਦਾ ਗਲਿਆਰਾ ਦੇਖੋ, ਦਰਬਾਰ ਸਾਹਿਬ ਦਾ ਹੈਰੀਟੇਜ ਟ੍ਰੀ ਦੇਖੋ, ਆ ਕੀ ਦੱਸਦਾ ਕਿ ਸੋਚ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਸੋਚ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ। ਤੇ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੇ ਦੱਸੇ ਹੋਏ ਰਸਤੇ ਦੀ ਚੱਲਣਾ ਸਾਡੀ ਜ਼ਿੰਮੇਵਾਰੀ ਵੀ ਹੈ ਤੇ ਅਸੀਂ ਪੂਰੀ ਜ਼ਿੰਦਗੀ ਚੱਲਦੇ ਰਹਾਂਗੇ। ਅੱਜ ਬੜੀ ਖੁਸ਼ੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ, ਮੈਨੂੰ ਵੀ ਬੜੀ ਦਿਲੋਂ ਖੁਸ਼ੀ ਹੈ, ਸਮੁੱਚੀ ਲੀਡਰਸ਼ਿਪ ਨੂੰ ਵੀ ਬੜੀ ਖੁਸ਼ੀ ਹੈ। ਜਦੋਂ ਮੈਂ ਆਪਣੀ ਕੋਰ ਕਮੇਟੀ 'ਚ ਆਪਣੇ ਪਾਰਟੀ ਦੀ ਜਥੇਬੰਦੀ 'ਚ ਮੈਂ ਗੱਲ ਕੀਤੀ, ਉਹਨਾਂ ਵਿੱਚ ਬੜੀ ਖੁਸ਼ੀ ਆਈ ਜਦੋਂ ਮੈਂ ਕਿਹਾ ਅਨਿਲ ਜੋਸ਼ੀ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨਾਲ ਪਿਛਲੇ 20-25 ਸਾਲ ਦਾ ਸਾਡਾ ਰਿਸ਼ਤਾ ਹੈ, ਪਰ ਕਿਉਂਕਿ ਪਾਰਟੀ ਅਲੱਗ ਸੀ, ਪਾਰਟੀ ਮੈਂ ਉਹਨਾਂ ਨੂੰ ਗੱਲ ਕੀਤੀ, ਉਹਨਾਂ ਨੇ ਕਿਹਾ ਕਿਵੇਂ ਨਾ ਕਿਵੇਂ ਇਹ ਸਾਰੀ ਟੀਮ ਨੂੰ ਆਪਣੇ ਵਿੱਚ ਲੈ ਕੇ ਆਓ। ਇੱਕ ਜਿਹੜਾ ਲੋਕਾਂ ਦੇ ਵਿੱਚ ਗੱਲ ਬਣਾਈ ਗਈ ਸੀ ਕਿ ਦੇਖੋ ਅਕਾਲੀ ਦਲ ਬੀਜੇਪੀ ਦੇ ਦੋ ਫਾੜ ਹੋ ਗਈ, ਹੁਣ ਸ਼ਹਿਰ ਦੇ ਲੋਕ ਦੇ ਮਨ ਵਿੱਚ ਇਨਸਿਕਿਉਰਿਟੀ ਜਿਹੜੇ ਆਮ ਦੂਜੇ ਲੋਕੀ ਪਾਉਣ ਦੀ ਕੋਸ਼ਿਸ਼ ਕਰਦੇ ਸੀ, ਅੱਜ ਦਾ ਜਿਹੜਾ ਮੈਸੇਜ ਹੈ ਕਲੀਅਰ ਹੈ। ਸ਼੍ਰੋਮਣੀ ਅਕਾਲੀ ਦਲ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦੀ ਭਾਈਚਾਰਕ ਸਾਂਝ ਤੇ ਪੰਜਾਬ ਦੀ ਅਮਨ ਸ਼ਾਂਤੀ ਦੇ ਰਾਹ ਤੇ ਚੱਲ ਰਹੀ ਹੈ। ਜੋਸ਼ੀ ਜੀ ਨਾ ਮੇਰਾ ਬਹੁਤ ਨਜ਼ਦੀਕੀ ਸੰਬੰਧ, ਜੋਸ਼ੀ ਜੀ ਦੀ ਆਦਤਾਂ ਮੇਰੀਆਂ ਵਰਗੀਆਂ ਹੀ ਹੈ, ਦਲੇਰ ਵੀ ਪੂਰੇ ਹੈ, ਧੱਕੜ ਵੀ ਹੈ,
ਇੱਕ ਇਹਨਾਂ ਨੂੰ ਡਿਵੈਲਪਮੈਂਟ ਦਾ ਬੜਾ ਸ਼ੌਂਕ ਹੈ। ਤੁਸੀਂ ਇਹਨਾਂ ਦੇ ਹਲਕੇ ਜਾ ਕੇ ਜਾਓ, ਅੰਮ੍ਰਿਤਸਰ ਸ਼ਹਿਰ ਜਾ ਕੇ ਦੇਖੋ, ਨਕਸ਼ਾ ਬਦਲ ਦਿੱਤਾ। ਮੈਨੂੰ ਯਾਦ ਹੈ ਮੈਂ ਡਿਪਟੀ ਸੀਐਮ ਸੀ ਜਾਂ ਮੇਰੇ ਨਾਲ ਮਿਨਿਸਟਰ ਸੀ, ਅਸੀਂ ਪਲੈਨਿੰਗ ਕੀਤੀ ਕਿ ਗੁਰੂ ਦੀ ਨਗਰੀ ਨੂੰ ਸਜਾਉਣਾ ਹੈ। ਅਸੀਂ ਕਿਤੇ ਨਾ ਕਿਤੋਂ ਪੈਸਾ ਲਾ ਕੇ ਮੈਨੂੰ ਲੱਗਦਾ 1000, 1500, 2000 ਕਰੋੜ ਤੋਂ ਵੱਧ ਲਾਇਆ ਹੋਣਾ ਹੈ। ਸਾਰਾ ਨਕਸ਼ਾ ਬਦਲਿਆ। ਬੰਦੇ ਬੰਦੇ ਤੇ ਨਿਰਭਰ ਹੁੰਦਾ ਹੈ। ਉਸੇ ਹੀ ਕੁਰਸੀ ਤੇ ਅੱਜ ਕਾਂਗਰਸ ਦਾ ਪ੍ਰਧਾਨ ਬੈਠਾ ਸੀ ਉਸੇ ਮਹਿਕਮੇ 'ਚ, ਇੱਕ ਇੱਟ ਨਹੀਂ ਲੱਗੀ 2.5 ਸਾਲ ਜਦੋਂ ਮੰਤਰੀ ਉਸ ਮਹਿਕਮੇ ਦਾ ਸੀ। ਫਰਕ ਹੈ ਕਿਉਂਕਿ ਉਹਦੇ ਮਨ 'ਚ ਸੋਚ ਤਰੱਕੀ ਨਹੀਂ, ਉਹਦੀ ਕੱਲੀ ਸੋਚ ਹੈ ਐਵੇਂ ਰੌਲਾ ਪਾਉਣਾ, ਡਰਾਮੇ ਕਰਨੇ। ਅੱਜ ਆਪਾਂ ਨੂੰ ਫੈਸਲਾ ਕਰਨਾ ਹੈ ਕਿ ਆਪਣੇ ਪੰਜਾਬੀਆਂ ਦੀ ਕਿਹੜੀ ਪਾਰਟੀ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ 'ਚ ਰਹਿ ਕੇ ਪੰਜਾਬੀਆਂ ਦੇ ਹੱਕ ਤੇ ਲੜਾਈ ਲੜਦੀ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਵਚਨ ਦਿੰਦੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੀ ਭਾਈਚਾਰਕ ਸਾਂਝ ਰੱਖਣੀ ਸਾਡੀ ਜ਼ਿੰਮੇਵਾਰੀ ਹੈ। ਸਾਡੀ ਮੇਰੀ ਜਾਨ ਜਾ ਸਕਦੀ, ਸਾਡੀ ਲੀਡਰਸ਼ਿਪ ਦੀ ਜਾਨ ਜਾ ਸਕਦੀ ਹੈ, ਪਰ ਅਸੀਂ ਪੰਜਾਬ ਵਿੱਚ ਕਿਤੇ ਵੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਹੀਂ ਰੱਖਦੇ। ਜੋਸ਼ੀ ਸਾਹਿਬ ਨਾਲ ਜਿਹੜੀ ਸਾਡੀ ਟੀਮ ਆਈ ਹੈ, ਮੇਰਾ ਇਹਨਾਂ ਨਾਲ ਬਹੁਤ ਨੇੜ ਦਾ ਸੰਬੰਧ ਹੈ। ਜਦੋਂ ਵੀ ਮੈਂ ਲੁਧਿਆਣੇ ਜਾਂਦਾ, ਜਲੰਧਰ ਜਾਂਦਾ, ਸਾਰਿਆਂ ਨਾਲ ਆਪਾਂ ਸਾਡੇ ਜਿਵੇਂ ਅਸੀਂ ਜਦੋਂ ਸਾਡੀ ਸਰਕਾਰ ਸੀ ਕਿਤੇ ਫਰਕ ਰੱਖਿਆ ਹੀ ਨਹੀਂ, ਇੱਕ ਪਰਿਵਾਰ ਵਾਂਗੂ 15-20 ਸਾਲ ਰਹੇ। ਪਰ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੰਜਾਬ ਦੀ ਕਿਸਾਨੀ ਦੇ ਪਿੱਠ ਤੇ ਛੁਰਾ ਮਾਰਿਆ, ਜਦੋਂ ਭਾਰਤੀ ਜਨਤਾ ਪਾਰਟੀ ਨੇ ਪੰਜਾਬੀਆਂ ਦੀ ਭਾਵਨਾ ਦੇ ਖਿਲਾਫ ਕੰਮ ਕੀਤਾ, ਕਿਸਾਨਾਂ ਦੇ ਖਿਲਾਫ ਕੀਤਾ, ਅਸੀਂ ਉਹਨਾਂ ਨੂੰ ਕਹਿਤਾ ਹੁਣ ਅਸੀਂ ਤੁਹਾਡੇ ਨਾਲ ਨਹੀਂ ਰਹਿ ਸਕਦੇ, ਕਿਸੇ ਹਾਲ 'ਚ ਨਹੀਂ ਰਹਿ ਸਕਦੇ। 25-30 ਸਾਲ ਦੀ ਜਿਹੜਾ ਰਿਸ਼ਤਾ ਭਾਵੇਂ ਸਰਕਾਰ ਦੇ ਵਿੱਚ ਹਿੱਸਾ ਅਸੀਂ 1 ਮਿੰਟ ਛੱਡ ਦਿੱਤਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਸੂਲਾਂ ਨਾਲ ਜੁੜੀ ਹੈ। ਜੇ ਸਾਨੂੰ ਲਾਲਚ ਸਰਕਾਰ ਦੀ ਹੁੰਦੀ ਤੇ ਸਾਡੀ ਲੀਡਰਸ਼ਿਪ ਨੇ ਪੰਜਾਬੀਆਂ ਖਾਤਰ 16-16, 10-10 ਸਾਲ ਜੇਲਾਂ ਨਹੀਂ ਕੱਟਣੀਆਂ ਸੀ। ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਗੁਰਦਾਸਪੁਰ ਜ਼ਿਲ੍ਹੇ ਤੋਂ, ਆਪਣੇ ਪਠਾਨਕੋਟ ਜ਼ਿਲ੍ਹੇ ਤੋਂ ਤੇ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੀ ਹੀਰੇ ਸੀ, ਬੀਜੇਪੀ ਦੇ ਹੀਰੇ, ਅਸੀਂ ਪਹਿਲੇ ਲਿਸਟ ਬਣਾਈ ਕਿਹੜੇ-ਕਿਹੜੇ ਹੀਰੇ ਹੈ, ਅਸੀਂ ਉਹਨਾਂ ਨੂੰ ਇੱਕ-ਇੱਕ ਲਿਸਟ ਬਣਾ ਕੇ ਵਿੱਚ ਚੁਣਨੇ ਸ਼ੁਰੂ ਕੀਤੇ। ਤੇ ਮੈਂ ਕਹਿ ਸਕਦਾ ਬੀਜੇਪੀ ਦੇ ਸਾਰੇ ਹੀਰੇ ਅਸੀਂ ਲੈ ਲਏ ਹੈ। ਹੁਣ ਜਿਹੜੇ ਬਾਕੀ ਤੇ ਉੱਥੇ ਕੰਮ ਘੱਟ ਹੀ ਰਹਿ ਗਿਆ, ਜਿਹੜੇ ਥੋੜੇ ਜਿਹੇ ਰਹਿ ਗਏ ਹੈ ਉਹਨਾਂ ਤਰਫ ਵੀ ਸਾਡੀ ਨਿਗਾਹ ਹੈ। ਤੇ ਮੈਨੂੰ ਲੱਗਦਾ ਸਾਡੀ ਕੋਸ਼ਿਸ਼ ਹੋਊਗੀ ਸਾਰੇ ਪੰਜਾਬ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨਾ, ਪੰਜਾਬੀਆਂ ਦਾ ਕੌਮ ਦਾ ਝੰਡਾ ਸ਼੍ਰੋਮਣੀ ਅਕਾਲੀ ਦਲ ਥੱਲੇ ਇਕੱਠੇ ਕਰਨਾ, ਕਿਉਂਕਿ ਕੱਲੀ ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਹੈ। ਦੂਜੀਆਂ ਜਿਹੜੀਆਂ ਪਾਰਟੀਆਂ ਇਸ ਮੈਦਾਨ ਵਿੱਚ ਆ ਰਹੀਆਂ ਉਹ ਸਾਰੀਆਂ ਦਿੱਲੀ ਤੋਂ ਹੁਕਮ ਲੈਂਦੀਆਂ। ਜੇ ਕੁਝ ਵੀ ਕਰਨਾ ਹੋਏ ਜੋ ਦਿੱਲੀ ਕਹਿੰਦਾ ਉਵੇਂ ਫੈਸਲਾ ਹੁੰਦਾ ਹੈ। ਜਿਵੇਂ ਜੋਸ਼ੀ ਜੀ ਨੇ ਕਿਹਾ, ਦਿੱਲੀ ਬੀਜੇਪੀ ਨੇ ਫੈਸਲਾ ਕੀਤਾ ਕਿਸਾਨਾਂ ਦੇ ਪਿੱਠ ਛੁਰਾ ਮਾਰਨਾ ਹੈ, ਤੇ ਬੀਜੇਪੀ ਪੰਜਾਬ ਨੂੰ ਕਹਿਣਾ ਪਿਆ ਕਿ ਜੋ ਬੀਜੇਪੀ ਸੈਂਟਰ ਨੇ ਕਿਹਾ ਠੀਕ ਹੈ। ਉਵੇਂ ਆਮ ਆਦਮੀ ਪਾਰਟੀ ਕੇਜਰੀਵਾਲ ਨੇ ਜਦੋਂ ਕਿਹਾ ਕਿ ਇੱਥੇ ਦਾ ਥਰਮਲ ਪਲਾਂਟ ਬੰਦ ਕਰੋ, ਕਿਸਾਨਾਂ ਆਪਣੀ ਪਰਾਲੀ ਅੱਗ ਲਾਉਣੀ ਬੰਦ ਕਰੋ, SYL ਦਾ ਪਾਣੀ ਦਿੱਲੀ ਚਾਹੀਦਾ, ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਹਿੰਮਤ ਨਹੀਂ ਹੋਈ ਕਿ ਕੇਜਰੀਵਾਲ ਦੇ ਖਿਲਾਫ ਬਿਆਨ ਦੇ ਦੇਣ। ਉਵੇਂ ਕਾਂਗਰਸੀ ਪੰਜਾਬ ਦੇ ਲੋਕ, ਕਾਂਗਰਸ ਅੱਜ ਦੇਖੋ ਇਸ਼ਤਿਹਾਰ, ਕੈਪਟਨ ਅਮਰਿੰਦਰ ਸਿੰਘ ਨੇ ਰਾਜੀਵ ਗਾਂਧੀ ਦੀ ਤਾਰੀਫ ਤੇ ਅੱਜ ਇਸ਼ਤਿਹਾਰ ਦਿੱਤਾ। ਉਹੀ ਰਾਜੀਵ ਗਾਂਧੀ ਜਿਨੇ ਹਜ਼ਾਰਾਂ ਆਪਣੇ ਭੈਣ ਭਰਾਵਾਂ ਦਾ ਕਤਲ ਕਰਾਉਣ ਵਾਸਤੇ ਹੁਕਮ ਦਿੱਤੇ। ਆਹ ਤਾਂ ਸੋਚ ਉਹ ਪਾਰਟੀਆਂ ਦੀ ਹੈ ਜਿਹੜੀ ਦਿੱਲੀ ਤੋਂ ਹੁਕਮ ਰਹਿੰਦੀ ਹੈ। ਪੰਜਾਬੀਆਂ ਦੀ ਸੋਚ ਵਾਸਤੇ ਤੁਹਾਡੀ ਆਪਣੀ ਹੈ। ਤੇ ਮੈਂ ਸਮੁੱਚੀ ਲੀਡਰਸ਼ਿਪ ਜਿਹੜੀ ਆਈ ਹੈ ਜੋਸ਼ੀ ਜੀ ਨਾਲ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਕੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਨੂੰ ਪੂਰੇ ਮਾਨ ਸਤਿਕਾਰ ਦਿੱਤਾ ਜਾਊਗਾ। ਸਾਡੇ ਪਰਿਵਾਰ ਦਾ ਹਿੱਸਾ ਬਣ ਗਏ ਹਨ ਤੇ ਹੁਣ ਅਸੀਂ ਇਕੱਠੇ ਹੋ ਕੇ ਪੰਜਾਬ ਦੀ ਕਿਸਾਨਾਂ ਦੀ, ਪੰਜਾਬ ਦੇ ਵਪਾਰੀਆਂ ਦੀ, ਪੰਜਾਬ ਦੀ ਇੰਡਸਟਰੀ ਲਈ ਅਸੀਂ ਲੜਾਈ ਲੜਾਂਗੇ।
ਜਿਹੜੀ ਆ ਸਰਕਾਰ ਧੋਖੇਬਾਜ਼ ਸਰਕਾਰ, ਕੈਪਟਨ ਲੁਟੇਰੀ ਸਰਕਾਰ, ਜਿਨੇ 5 ਸਾਲ ਪੰਜਾਬੀਆਂ ਦੇ ਬਰਬਾਦ ਕਰ ਦਿੱਤੇ, ਅਸੀਂ ਉਹਨਾਂ ਨੂੰ ਲਾ ਕੇ ਆਪਣੀ ਸਰਕਾਰ ਪੰਜਾਬੀਆਂ ਦੇ ਬਣਾਈਏ। ਨਾਲੇ ਜਿਵੇਂ ਵਿਕਰਮ ਮਜੀਠੀਆ ਜੀ ਨੇ ਕਿਹਾ, ਅੱਜ ਆਪਾਂ ਸਾਰੇ ਰੈਜ਼ੋਲੂਸ਼ਨ ਪਾਸ ਕਰ ਰਹੇ ਹਾਂ ਕਿ ਜਿਹੜਾ ਕਿਸਾਨੀ ਕਾਨੂੰਨ ਹੈ, ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੂਗੀ, ਜਿਹੜੇ 3 ਕਾਲੇ ਕਾਨੂੰਨ ਕਿਤੇ ਵੀ ਲਾਗੂ ਨਹੀਂ ਹੋਣਗੇ। ਅਸੀਂ ਵਾਅਦਾ ਕਰਦੇ ਹਾਂ। ਤੇ ਨਾਲੇ ਜਿਹੜੇ ਕਿਸਾਨ ਆਪਣੀ ਜਾਨ ਦੇ ਚੁੱਕੇ ਇਸ ਸੰਘਰਸ਼ ਵਿੱਚ, ਉਹਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕਰਦੇ ਆ ਤੇ ਵਾਅਦਾ ਕਰਦੇ ਆ ਜਦੋਂ ਸਰਕਾਰ ਬਣੀ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਤੇ ਉਹਨਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਊਗੀ। ਉਹ ਸਾਡੇ ਬਹਾਦਰ ਯੋਧੇ ਹਨ ਜਿਨ੍ਹਾਂ ਨੇ ਆਪਣੀ ਪੰਜਾਬ ਵਾਸਤੇ ਲੜਾਈ ਲੜੀ। ਤੇ ਅੱਜ ਮੈਂ ਅਖੀਰ ਵਿੱਚ ਮੈਂ ਉਹਨਾਂ ਸਾਰੀ ਟੀਮ ਨੂੰ ਜੀ ਆਇਆਂ ਕਹਿੰਦੇ ਹੋਏ ਮੈਂ ਅੱਜ 2-4 ਅਨਾਉਂਸਮੈਂਟਸ ਕਰਨਾ ਚਾਹਣਾ। ਇੱਕ, ਸ਼੍ਰੀ ਅਨਿਲ ਜੋਸ਼ੀ ਜੀ ਜੋ ਮੇਰੇ ਵੀਰ ਹੈ, ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਹੈ, ਉਹਨਾਂ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਡੀ ਪਾਰਟੀ ਦਾ ਨਿਯੁਕਤ ਕੀਤਾ ਜਾਂਦਾ ਹੈ। ਜੋਸ਼ੀ ਜੀ ਨੂੰ ਹੋਰ ਵੀ ਬੜੀਆਂ ਅਗਲੇ ਹਫ਼ਤੇ ਜ਼ਿੰਮੇਵਾਰੀਆਂ ਦੇਣੀਆਂ ਪੈਣੀਆਂ। ਮੈਂ ਤਾਂ 100 ਦਿਨ ਵਾਸਤੇ ਘਰੋਂ ਨਿਕਲ ਗਿਆ। ਆ ਜਿਹੜੇ ਬੈਠੇ ਆ ਕਿਸੇ ਨੂੰ ਘਰੇ ਵੀ ਵੰਡ ਨਹੀਂ ਦੇਣੇ ਅਗਲੇ 100 ਦਿਨ ਮੈਂ ਕਿਸੇ ਨੂੰ। ਅਬ ਸ਼੍ਰੀਮਤੀ ਸੁਖਜੀਤ ਕੌਰ ਸ਼ਾਹੀ ਜੀ ਨੂੰ ਸਾਡੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਮੈਂ ਨਿਯੁਕਤ ਕਰ ਰਿਹਾ। ਸ਼੍ਰੀ ਮੋਹਿਤ ਗੁਪਤਾ ਜੀ ਨੂੰ जनरल सेक्रेटरी अपनी पार्टी का नियुक्त कर रहे हैं। श्री कमल जेटली जी ਨੂੰ वाइस प्रेजिडेंट, श्री आर.डी. शर्मा जी ਨੂੰ वाइस प्रेजिडेंट, श्री राजकुमार गुप्ता जी जो सुजानपुर ਦੇ है ਇਹਨਾਂ ਨੂੰ भी वाइस प्रेजिडेंट करते हैं। श्री सुरिंदर शिंदा जी प्रधान जथेबंदक ਸਕੱਤਰ ਤੇ ਜਿਹੜੇ ਸਾਡੇ ਸਰਦਾਰ ਹਰਜੀਤ ਸਿੰਘ ਭੁੱਲਰ ਮਾਲੀ ਜੀ ਉਹ ਵੀ ਜਥੇਬੰਦਕ ਸਕੱਤਰ ਤੇ ਮਿੰਟੂ ਸ਼ਰਮਾ ਜੀ ਜੁਆਇੰਟ ਸੈਕਟਰੀ, ਅਮਨ ਏਵਰੀ ਜੀ ਆਪਣੇ ਸਪੋਕਸਮੈਨ ਤੇ ਜੁਆਇੰਟ ਸੈਕਟਰੀ ਤੇ ਸ਼੍ਰੀ ਸੁਮੇਧ ਸ਼ਾਸਤਰੀ ਜੀ ਉਹ ਵੀ ਜੁਆਇੰਟ ਸੈਕਟਰੀ, ਵਿਕਰਮ ਲੱਖੀ ਜੀ ਜੁਆਇੰਟ ਸੈਕਟਰੀ, ਸ਼੍ਰੀ ਵਿਕਰਮ ਏਵਰੀ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਤੇ ਹੋਰ ਕਿਹੜਾ ਪ੍ਰਭਜੀਤ ਰਠੌਲ ਜੀ सीनियर वाइस प्रेसिडेंट यूथ अकाली दल में शामिल हो रहे हैं। कमल जेटली मैं कहता वाइस प्रेसिडेंट था मेरे नाल, कमल जेटली तो मेरे नाल ही है। अच्छा एक मैं होर गल करना चाहना, अनिल जोशी जी नूं अमृतसर नॉर्थ सीट तो असी मैं राजकुमार गुप्ता जी राजकुमार गुप्ता जी पठानकोट जिले तो सुजानपुर की सीट तो असी ते मैं एक गल कहना चाहना, दोनों ही
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਬਹੁਜਨ ਸਮਾਜ ਪਾਰਟੀ ਦੇ ਲੀਡਰਸ਼ਿਪ ਨਾਲ ਸਾਡੀ ਗੱਲ ਹੋ ਗਈ ਹੈ, ਇਸ ਕਰਕੇ ਤੁਸੀਂ ਬੇਚਿੰਤਾ ਨਾ ਕਰਿਓ। ਉਹਨਾਂ ਦੀ ਸਹਿਮਤੀ ਨਾਲ ਆ ਦੋਨੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਉਮੀਦਵਾਰ ਤਰਫੋਂ ਆਪਣੇ ਅਨਾਉਂਸ ਕੀਤੇ ਗਏ ਹੈ। ਤੇ ਇਸ ਕਰਕੇ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਪੰਜਾਬੀਆਂ ਨੂੰ, ਪੰਜਾਬੀਓ ਫੈਸਲਾ ਕਰਨ ਦੀ ਘੜੀ ਆ ਗਈ ਹੈ। ਐਸਾ ਕੋਈ ਗਲਤ ਫੈਸਲਾ ਨਾ ਕਰਿਓ ਜਿਹਦੇ ਕਰਕੇ 5 ਸਾਲ ਬਰਬਾਦ ਹੋ ਜਾਣ। ਪਿਛਲੇ 5 ਸਾਲ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਕਰ ਦਿੱਤੇ। 10 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਤੁਸੀਂ ਦੇਖਿਆ ਪੰਜਾਬ ਨੇ ਕਿਵੇਂ ਤਰੱਕੀ ਕੀਤੀ। ਇਸ ਕਰਕੇ ਵਾਪਸ ਆਪਣੀ ਪੰਜਾਬੀਆਂ ਦੀ ਕੱਲੀ ਇੱਕ ਪੰਜਾਬੀਆਂ ਦੀ ਪਾਰਟੀ ਨੂੰ ਗੱਠਜੋੜ ਨੂੰ ਲੈ ਕੇ ਆਓ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਪੰਜਾਬ ਵਿੱਚ ਤਰੱਕੀ ਵੀ ਹੋਊਗੀ, ਅਮਨ ਸ਼ਾਂਤੀ ਵੀ ਰਹੂਗੀ ਤੇ ਭਾਈਚਾਰਕ ਸਾਂਝ ਵੀ ਰਹੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ, ਸਲਾਮ ਵਾਲੇਕਮ, ਹਾਲੇਲੂਇਆ। ਬਹੁਤ ਬਹੁਤ ਧੰਨਵਾਦ ਹੈ।